ओके जी। वाहिगुरू जी का खालसा वाहिगुरू जी की फतेह। साडा अज दा इस गुरमत क्लास का जोड़ा प्रोग्राम है असी जोड़ा अज हरमंदर साहब वाक आया उसदे बारे कुछ चर्चा करांगे और ਉਹਦਾ ਜਿਹੜਾ ਹੈਡਿੰਗ ਹੈ ਜਿਸ ਤਰ੍ਹਾਂ ਸੋਰਠ ਮਹੱਲਾ ਤੀਜਾ ਦੋ ਤੁਕੀ ਦੇ ਬਾਰੇ ਕੁਝ ਚਰਚਾ ਕਰਾਂਗੇ। ਜਦੋਂ ਅਸੀਂ ਇਸ ਕਲਾਸ ਵਿੱਚ ਇਹ ਗੱਲ ਕਰਦੇ ਹਾਂ ਕਿ ਅਸੀਂ ਜਿਹੜਾ ਹੁਕਮਨਾਮਾ ਹੈ ਜਾਂ ਜਿਹਨੂੰ ਤੁਸੀਂ ਵਾਕ ਵੀ ਕਹਿੰਦੇ ਹੋ ਉਹਦੀ ਟ੍ਰਾਂਸਲੇਸ਼ਨ ਕਰਨੀ ਹੈ। ਸੋ ਉਹ ਬੇਸਿਕ ਟ੍ਰਾਂਸਲੇਸ਼ਨ ਅਸੀਂ ਬੇਸਿਕ ਟ੍ਰਾਂਸਲੇਸ਼ਨ ਹੀ ਨਹੀਂ ਕਰਦੇ, ਕੁਛ ਉਸ ਤੋਂ ਜ਼ਿਆਦਾ ਵੀ ਅਸੀਂ ਕਰਾਂਗੇ। ਉਸ ਟ੍ਰਾਂਸਲੇਸ਼ਨ ਦੇ ਵਿੱਚ ਜਿਹੜੀ ਕੋਈ ਹਿਸਟਰੀ ਹੈ, ਕੋਈ ਖਾਸ ਜਿਹੜਾ ਕੁਝ ਸੰਕੇਤ ਹੈ ਗੁਰੂ ਸਾਹਿਬਾਨ ਦਾ, ਇੱਕ ਤਾਂ ਲਿਟਰਲ ਹੋ ਗਈ ਨਾ ਮੀਨਿੰਗ ਤੁਸੀਂ ਦੱਸਤਾ ਵੀ ਜਿਹੜੇ ਵਰਡ ਇਹਨਾਂ ਦਾ ਮੀਨਿੰਗ ਕੀ ਹੈ। ਲੇਕਿਨ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ, ਤੁਸੀਂ ਜ਼ਿੰਦਗੀ ਦੇ ਵਿੱਚ ਕਈ ਹੋਰ ਕੁਆਲੀਫਿਕੇਸ਼ਨਾਂ ਲਈਆਂ ਹੋਈਆਂ ਕਿ ਹਰ ਚੀਜ਼ ਦਾ ਇੱਕ ਅੰਡਰ ਕਰੰਟ ਮੀਨਿੰਗ ਵੀ ਹੁੰਦਾ ਕਿ ਗੁਰੂ ਸਾਹਿਬ ਐਕਚੁਅਲੀ ਕੀ ਸੰਦੇਸ਼ਾ ਦੇ ਰਹੇ ਨੇ, ਕੀ ਮੈਸੇਜ ਹੈ ਉਹਨਾਂ ਦਾ ਉਸ ਪਾਰਟਿਕੂਲਰ ਸ਼ਬਦ ਵਿੱਚ। ਉਹ ਮੈਂ ਚਾਹਾਂਗਾ ਵੀ ਅਸੀਂ ਸਾਰੇ ਮਿਲ ਕੇ ਡਿਸਕਸ ਕਰੀਏ ਔਰ ਜਿਹਦੇ ਕੋਲ ਬਿਨਾਂ ਝਿਜਕ ਕੋਈ ਵੀ ਆਈਡੀਆ ਹੋਵੇ ਕਿ ਸ਼ਬਦ ਸੁਣਨ ਤੋਂ ਬਾਅਦ ਉਹਨਾਂ ਦਾ ਖਿਆਲ ਆਇਆ ਕਿ ਗੁਰੂ ਸਾਹਿਬ ਇਹ ਕਹਿਣਾ ਚਾਹੁੰਦੇ ਨੇ, ਪਲੀਜ਼ ਕਮ ਫਾਰਵਰਡ ਐਂਡ ਸੇ ਇਟ। ਮੇਨ ਮਕਸਦ ਇਹ ਹੀ ਹੈ ਕਿ ਤੁਸੀਂ ਇੱਥੇ ਸਾਰੇ ਸਕਾਲਰ ਹੋ, ਸਾਰੇ ਪੜ੍ਹੇ ਲਿਖੇ ਹੋ ਤੇ ਤੁਹਾਡੀ ਮੇਨ ਕੰਟਰੀਬਿਊਸ਼ਨ ਜਿਹੜੀ ਹੈ ਉਹ ਫਿਰ ਅੱਜ ਦੇ ਇਸ ਕਲਾਸ ਦੇ ਵਿੱਚ ਕੀ ਹੈ। ਜਿਸ ਤਰ੍ਹਾਂ ਤੁਸੀਂ ਅਸੀਂ ਰਾਗਾਂ ਦੇ ਵੀ ਸ਼ਬਦ ਕਰਦੇ ਹਾਂ ਔਰ ਅੱਜ ਤੁਹਾਨੂੰ ਨਵਤੇਜ ਨੇ ਭੇਜਿਆ ਕਿ ਜਿਹੜੇ ਹਰਮੰਦਰ ਸਾਹਿਬ ਸ਼ਬਦ ਆਉਂਦੇ ਰਹੇ ਨੇ, ਅਸੀਂ ਉਹਨਾਂ ਸ਼ਬਦਾਂ ਦਾ ਵੀ ਉਹਨਾਂ ਸ਼ਬਦਾਂ ਉੱਤੇ ਵੀ ਵਿਚਾਰ ਕਰਾਂਗੇ। ਤੋਂ ਪਹਿਲਾਂ ਅਸੀਂ ਲੈਂਦੇ ਹਾਂ ਜਿਹੜਾ ਅੱਜ ਦਾ ਹੁਕਮਨਾਮਾ। ਮੇਰਾ ਖਿਆਲ ਹੈ ਗੁਰਦੀਪ ਦੀ ਡਿਊਟੀ ਲੱਗੀ ਹੈ। ਜੀ ਗੁਰਦੀਪ ਜੀ ਪਹਿਲਾਂ ਹੈਡਿੰਗ ਪੜ੍ਹੋ। ਹਾਂਜੀ ਜੋ ਆਉਂਦਾ ਆ ਸੋਰਠ ਮਹੱਲਾ ਤੀਜਾ। ਇੱਕ ਸੈਕਿੰਡ ਸਿਮਰਤ, ਜੇ ਤੂੰ ਸਾਨੂੰ ਸੁਣ ਰਹੀ ਹੈ ਤੇ ਅਨਮਿਊਟ ਕਰ ਤੇ ਵੀਡੀਓ ਔਨ ਕਰ। ਹਾਂਜੀ ਬੋਲੋ ਗੁਰਦੀਪ। ਹਾਂਜੀ ਸੋਰਠ ਮਹੱਲਾ ਤੀਜਾ ਦੋ ਤੁਕੀ। ਅੱਛਾ, ਜਿਸ ਵੇਲੇ ਤੁਸੀਂ ਵਰਡ ਦੋ ਤੁਕੀ ਕਹਿੰਦੇ ਹੋ ਉਹਦਾ ਕੀ ਮਤਲਬ ਹੈ? ਹਰ ਪਦ ਦੇ ਵਿੱਚ ਦੋ ਤੁਕਾਂ ਆਉਗੀਆਂ, two line stanzas। ਅੱਛਾ, ਇੱਥੇ ਨਾ ਮੈਨੂੰ ਇੱਕ ਕੁਐਸਚਨ ਹੈ ਜਿਹੜਾ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਤੇ ਆਪਣੀ ਕੰਟਰੀਬਿਊਸ਼ਨ ਕਰੋ। ਅਸੀਂ ਬਹੁਤ ਸਾਰੇ ਸ਼ਬਦਾਂ ਦੇ ਉੱਤੇ ਇੱਕ ਤੁਕੀ ਵੀ ਲਿਖਿਆ ਹੁੰਦਾ, ਪਰ ਜਦੋਂ ਤੁਸੀਂ ਸ਼ਬਦ ਨੂੰ ਦੇਖਦੇ ਹੋ ਉਹ ਤੁਹਾਨੂੰ ਇੱਕ ਤੁਕਾਂ ਤੋਂ ਜ਼ਿਆਦਾ ਦੋ ਤੁਕਾਂ ਨਜ਼ਰ ਆਉਂਦੀਆਂ ਉਹਦੇ ਵਿੱਚ। ਲੇਕਿਨ ਨਟ ਨਾਰਾਇਣ ਦੇ ਵਿੱਚ ਇੱਕ ਸ਼ਬਦ ਹੈ। ਜੇ ਤੁਹਾਡੇ ਕੋਲ ਇੰਟਰਨੈਟ ਹੈ ਨਾ ਤੁਹਾਡੇ ਸਾਹਮਣੇ ਤੇ ਤੁਸੀਂ, ਮੈਂ ਤੁਹਾਨੂੰ ਸ਼ਬਦ ਦਿਖਾਉਣਾ ਚਾਹੁੰਦਾ ਕਿ ਜੇ ਤੁਸੀਂ ਇੱਕ ਤੁਕਾ ਦੇਖਣਾ ਚਾਹੁੰਦੇ ਹੋ ਕਿ ਇੱਕ ਤੁਕਾ ਕੀ ਹੈ ਤੇ ਗੋ ਟੂ ਪੇਜ 980। ਜੇ ਤੁਹਾਡੇ ਕੋਲ ਇੰਟਰਨੈਟ ਹੈ ਸਾਹਮਣੇ ਤੇ ਇੰਟਰਨੈਟ ਤੇ ਪੇਜ ਖੋਲੋ 980। ਪੰਜਵੀਂ ਪਾਤਸ਼ਾਹੀ ਦਾ ਸ਼ਬਦ ਹੈ ਨਟ ਮਹੱਲਾ ਪੰਜਵਾਂ। ਜਿਹਦੇ ਖੋਲ ਲੋਗੇ ਮੈਨੂੰ ਦੱਸ ਦੇਣਾ। ਪੇਜ 980 ਨਟ ਮਹੱਲਾ ਪੰਜਵਾਂ। ਸ਼ਬਦ ਸ਼ੁਰੂ ਹੁੰਦਾ ਹਉ ਵਾਰ ਵਾਰ ਜਾਓ ਗੁਰੂ ਗੋਪਾਲ। ਨਵਤੇਜ ਨੇ ਮੇਰੇ ਖਿਆਲ ਲੱਭ ਲਿਆ। ਹਾਂਜੀ ਪਰਮਜੀਤ, ਇਹ ਦੇਖੋ ਇਹਦੇ ਵਿੱਚ ਤੁਹਾਨੂੰ ਕਲੀਅਰ ਇੱਕ ਐਗਜ਼ਾਮਪਲ ਮਿਲੇਗੀ ਇੱਕ ਤੁਕ ਦੀ। ਸਟਾਰਟ ਇਟ। ਰਹਾਓ ਦੀ ਵੀ ਇੱਕ ਤੁਕ ਹੈ, ਹਉ ਵਾਰ ਵਾਰ ਜਾਓ ਗੁਰੂ ਗੋਪਾਲ, ਵਹ ਇੱਕ ਤੁਕ ਐਂਡ ਰਹਾਓ। ਫਿਰ ਮੋਹ ਨਿਰਗੁਣ ਤੁਮ ਪੂਰਨ ਦਾਤੇ ਦੀਨਾ ਨਾਥ ਦਿਆਲ, ਇੱਕ ਤੁਕ। ਇਹਨੂੰ ਯਾਦ ਰੱਖਣਾ ਹੈ, ਸਾਡੇ ਕੋਲ ਹੈਗਾ ਕਿਉਂਕਿ ਹਰਮੰਦਰ ਸਾਹਿਬ ਸ਼ਬਦ ਆਇਆ, ਤੁਹਾਡੇ ਕੋਲ ਇਹਦਾ ਰੈਫਰੈਂਸ ਹੈ। ਇਹਨੂੰ ਅਸੀਂ ਫਿਊਚਰ ਦੇ ਵਿੱਚ ਦੇਖਾਂਗੇ ਜਿਸ ਵੇਲੇ ਕਦੀ ਕੋਈ ਸ਼ਬਦ ਆਏਗਾ ਇੱਕ ਤੁਕੀ ਔਰ ਸਾਨੂੰ ਲੱਗੇਗਾ ਬਈ ਉਹ ਤੁਕਾਂ ਉੱਥੇ ਇੱਕ ਤੋਂ ਜ਼ਿਆਦਾ ਨੇ, then we will come back to this ਸ਼ਬਦ ਔਰ ਇਹਦੇ ਨਾਲ ਉਹਨੂੰ ਮਿਲਾਵਾਂਗੇ। ਅੱਜ ਦਾ ਜਿਹੜਾ ਵਾਕ ਹੈ, ਸਿਮਰਤ ਜੇ ਤੇਰੇ ਕੋਲ ਹੈ ਇੰਟਰਨੈਟ ਤੇ ਤੂੰ ਖੋਲ ਲੈ, ਪੇਜ 638 ਤੇ ਹੈ ਔਰ ਸੋਰਠ ਮਹੱਲਾ ਤੀਜਾ ਤੇ ਦੋ ਤੁਕੀ ਹੈ। ਨਿਰਗੁਣਿਆ ਨੇ ਨਿਰਗੁਣਾਂ ਨੂੰ ਆਪ ਬਖਸ਼ ਲੈ, ਇਹ ਸ਼ਬਦ ਹੈ। ਇਹਦੀ ਵਿਆਖਿਆ ਅੱਜ ਗੁਰਦੀਪ ਜੀ ਕਰ ਰਹੇ ਨੇ।
ਸੋਰਠ ਕੀ ਹੈ ਤੇ ਮਹਲਾ ਤੀਜਾ ਕੀ ਹੈ ਗੁਰਦੀਪ? ਜੀ ਸੋਰਠ ਰਾਗ ਆ, ਜੈਸੇ ਮਿਊਜ਼ੀਕਲ ਮੈਜਰ ਜਿਹਦੇ ਵਿੱਚ ਇੱਕ ਗਾਇਨ ਕਰਨਾ ਆ। ਮਹਲਾ ਤੀਜਾ ਗੁਰੂ ਅਮਰਦਾਸ ਜੀ ਹੁਣਾਂ ਦਾ ਸ਼ਬਦ ਆ। ਟੋਟਲ ਰਾਗ ਚੈਪਟਰ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਨੇ? ਜੀ 31 ਰਾਗ ਚੈਪਟਰ ਆ। ਅੱਛਾ, ਜਿਸ ਵੇਲੇ ਤੁਹਾਡੇ ਕੋਲ ਜੇ ਪੂਰਾ ਹੈਗਾ ਸ਼ਬਦ ਦੇ ਐਂਡ ਤੇ ਜੋ ਨੰਬਰ ਹੈ ਉਹਨੂੰ ਪੜੋ। ਨੰਬਰ ਹੈਗੇ ਜੀ 8 ਤੇ 2। ਉਹਦਾ ਮੀਨਿੰਗ ਦੱਸ ਦਿਓ ਕਲਾਸ ਨੂੰ। ਜੀ 8 ਜੋ ਅਸ਼ਟਪਦੀ ਸ਼ਬਦ ਅਸ਼ਟਪਦੀ 8 ਪਦੇ ਆ। 2 ਹੈਗਾ ਵੀ ਇਹ ਦੂਜਾ ਸ਼ਬਦ ਆ ਇਨ ਦਿਸ ਪਾਰਟਿਕੂਲਰ ਗਰੁੱਪ, ਐਂਡ ਇਟਸ ਗੁਰੂ ਅਮਰਦਾਸ ਜੀ ਦਾ ਦੂਜਾ ਸ਼ਬਦ ਆ, ਸੈਕੰਡ ਆਊਟ ਆਫ 3 ਸ਼ਬਦ। ਇਹ ਜ਼ਰੂਰੀ ਨਹੀਂ ਕਿ ਗੁਰੂ ਅਮਰਦਾਸ ਜੀ ਦਾ ਹੀ ਦੂਜਾ ਹੋਵੇ, ਟੋਟਲ ਸ਼ਬਦ ਸੈਕੰਡ ਹੈ, ਸੈਕੰਡ ਸ਼ਬਦ ਦਾ ਟੋਟਲ ਪਰ ਇਹ ਜੇ ਦੇਖੀਏ ਨਾ, ਜੇ ਮਹਾਰਾਜ ਨੂੰ ਦੇਖੀਏ ਗੁਰੂ ਅਮਰਦਾਸ ਜੀ ਦੇ ਜਿਹੜਾ ਹੈਡਿੰਗ ਹੈ ਨਾ ਮਹਲਾ ਤੀਜਾ, ਉਹਦੇ ਵਿੱਚ ਦੋ ਸ਼ਬਦ ਜੇ ਆਉਂਦੇ ਆ। ਤੁਹਾਡੇ ਕੋਲ ਹੈਗੇ ਗੁਰੂ ਗ੍ਰੰਥ ਸਾਹਿਬ ਦੀ ਪੀਠ ਤੇ ਫਿਰ ਤੁਸੀਂ ਕਹਿ ਸਕਦੇ ਹੋ ਕਿ ਗੁਰੂ ਅਮਰਦਾਸ ਜੀ ਦਾ ਹੀ ਦੂਜਾ ਸ਼ਬਦ ਹੈ। ਕਿਉਂਕਿ ਇੱਕ ਸ਼ਬਦ ਅਸ਼ਟਪਦੀ ਹੈ, ਤਾਂ ਜਿਸ ਤਰ੍ਹਾਂ ਮੇਰੇ ਖਿਆਲ ਹੈ ਨਵਤੇਜ ਨੇ ਕਿਹਾ ਸੀ ਕਿ ਉਹ ਡਿਸੀਜਨ ਅਸੀਂ ਇੰਝ ਹੀ ਲਵਾਂਗੇ ਕਿ ਦੋ ਜਾਂ ਤਿੰਨ ਦੋ ਤੁਸੀਂ ਸਟੈਂਡੇ ਲੈ ਲਓ। ਪਹਿਲੇ 2 ਸਟੈਂਡੇ ਗੁਰਦੀਪ ਕਰਦੇ, ਦੂਜੇ 2 ਸਟੈਂਡੇ ਦਵਿੰਦਰ ਕਰਦੇ, ਤੀਜੇ 2 ਸਟੈਂਡੇ ਪਰਮਜੀਤ ਕਰਦੇ ਤੇ ਇਹਨੂੰ ਕਲੋਜ਼ ਕਰ ਦੇਣ ਵਜ਼ੀਰ ਜੀ ਦੀ ਲਾਸਟ 2। ਤੇ ਜੇ ਪਿੱਛੋਂ ਕੋਈ ਮੁਸ਼ਕਲ ਲੱਗੇ ਜਿਹਨੂੰ, ਉਹ ਫਿਰ ਨਵਤੇਜ ਵਿਲ ਟੇਕ ਓਵਰ। ਜਿਹੜੇ ਬਾਕੀ ਜਦੋਂ ਤੋਂ ਸ਼ੁਰੂ ਕਰਾਂਗੇ ਉਹ ਫਿਰ ਅਸੀਂ ਕੈਲਾਸ਼ ਤੋਂ ਸ਼ੁਰੂ ਕਰਾਂਗੇ ਤੇ ਮਹਿੰਦਰ ਤੋਂ ਸ਼ੁਰੂ ਕਰਾਂਗੇ। ਹਾਂਜੀ ਗੁਰਦੀਪ। ਹਾਂਜੀ, ਮਹਾਰਾਜ ਕਹਿੰਦੇ ਆ ਨਿਗੁਣਿਆਂ ਨੂੰ ਆਪੇ ਬਖਸ਼ ਲਏ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰ ਕੀ ਸੇਵਾ ਉਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਕਹਿੰਦੇ ਵੀ ਜਦੋਂ ਅਸੀਂ ਜਿਹੜੇ ਨਿਮਾਣੇ ਆ, ਅਸੀਂ ਸਾਨੂੰ ਕੋਈ ਗੁਣ ਨਹੀਂ ਗਾ, ਸਾਨੂੰ ਕੋਈ ਵਿਚਾਰ ਨਹੀਂ, ਸਾਨੂੰ ਕੋਈ ਗਿਆਨ ਨਹੀਂ ਗਾ, ਉਹਨਾਂ ਨੂੰ ਵੀ ਬਾਣੀ ਨੇ ਬਖਸ਼ ਕੇ ਆਪਣੀ ਸੇਵਾ ਵਿੱਚ ਆਪ ਲਾਇਆ ਆ। ਸਤਿਗੁਰ ਸੇਵਾ ਉਤਮ ਹੈ ਭਾਈ, ਸਤਿਗੁਰ ਦੀ ਸੇਵਾ ਜਿਹੜੀ ਉਹ ਸਭ ਤੋਂ ਉਤਮ ਕਰਨੀ ਉਹੀ ਆ ਜਿਹੜਾ ਰਾਮ ਨਾਮ ਚਿਤ ਲਾਏ, ਜਿਹੜਾ ਚਿੱਤ ਨੂੰ ਤੁਸੀਂ ਲਾ ਕੇ ਤੁਸੀਂ ਹਿਰਦੇ ਨਾਲ ਤੁਸੀਂ ਸੇਵਾ ਕਰਦੇ ਹੋ, ਉਹ ਕਿਤੇ ਸਫਲ ਆ ਸੇਵਾ। ਚਿੱਤ ਦਾ ਮਤਲਬ ਦੱਸੋ। ਚਿੱਤ ਆਪਣਾ ਹਿਰਦਾ, ਆਪਣਾ ਜਿੱਦਾਂ ਹਾਰਟ, ਆਵਰ ਸੋਲ। ਉਹਦਾ ਕੋਈ ਇੰਗਲਿਸ਼ ਵਰਡ ਦੱਸ ਦਿਓ। ਹਾਰਟ ਐਂਡ ਸੋਲ, ਚਿੱਤ। ਚਲੋ ਅੱਗੇ ਚਲੋ। ਹਾਂਜੀ, ਹਰ ਜੀਉ ਆਪੇ ਬਖਸ਼, ਇਹ ਰਾਜ ਤੋਂ ਕਿਹਾ, ਹਰ ਜੀਉ ਆਪੇ ਬਖਸ਼ ਮਿਲਾਏ, ਗੁਣਹੀਣ ਹਮ ਅਪਰਾਧੀ ਭਾਈ, ਪੂਰੇ ਸਤਿਗੁਰ ਲਏ ਰਲਾਏ। ਕਹਿੰਦੇ ਵੀ ਜਿਹੜੇ ਵਾਹਿਗੁਰੂ ਆਪ ਹੀ ਸਾਰਿਆਂ ਨੂੰ ਬਖਸ਼ਦਾ ਆ, ਆਪ ਹੀ ਕਿਰਪਾ ਕਰਦਾ ਆ, ਤੇ ਜਿਹੜੇ ਅਪਰਾਧੀ ਆ, ਜਿਹੜੇ ਕੋਈ ਗੁਣ ਨਹੀਂ ਗਾ, ਸਾਰੇ ਗੁਣ ਤੋਂ ਜਿਹੜੇ ਦੂਰ ਆ, ਉਹਨਾਂ ਨੂੰ ਆਪਣੀ ਸੇਵਾ ਵਿੱਚ ਆਪ ਹੀ ਲਾਉਂਦਾ, ਆਪ ਹੀ ਫਿਰ ਨਾਲ ਮਿਲਾਉਂਦਾ ਆ। ਤੁਸੀਂ ਜਦੋਂ ਕਿਹਾ ਨਾ ਜਿਹੜੇ ਵੀ ਅਪਰਾਧੀ ਨੇ, ਪਰ ਉਹ ਕਹਿੰਦੇ ਨੇ ਗੁਣਹੀਨ ਹਮ ਅਪਰਾਧੀ। ਆਪਣੇ ਆਪ ਨੂੰ ਕਹਿ ਰਹੇ ਨੇ ਕਿ ਅਸੀਂ ਗੁਣਹੀਨ ਹਾਂ, ਅਸੀਂ ਸਾਰੇ ਅਪਰਾਧੀ ਹਾਂ, ਤੇ ਹੇ ਪ੍ਰਮਾਤਮਾ ਤੂੰ ਸਾਨੂੰ ਆਪਣੇ ਨਾਲ ਮਿਲਾ ਲੈ, ਆਪਣੇ ਨਾਲ ਮਿਲਾ ਕੇ ਸਾਨੂੰ ਬਖਸ਼ ਦੇ। ਪਰ ਪਹਿਲੀ ਜਿਹੜੀ ਚੀਜ਼ ਕਹਿਣਾ ਚਾਹਨਾ ਗੁਰਦੀਪ, ਉਹ ਇੰਪੋਰਟੈਂਟ ਹੈ ਕਿ ਅਸੀਂ ਕਿਹੜਾ ਵਰਬ ਯੂਜ਼ ਕਰਦੇ ਹਾਂ। ਕੀ ਗੁਰੂ ਸਾਹਿਬ ਕਹਿ ਰਹੇ ਨੇ ਕਿ ਇੰਜ ਹੈ, ਕਿ ਗੁਰੂ ਸਾਹਿਬ ਕਹਿ ਰਹੇ ਨੇ ਇੰਜ ਕਰ ਦਿਓ। ਵਾਹਿਗੁਰੂ ਅੱਗੇ ਕੀ ਅਰਦਾਸ ਹੈ? ਔਰ ਉਹ ਨਿਰਗੁਣ, ਜਾਂ ਉਹ ਕਹਿ ਰਹੇ ਨੇ ਸਾਨੂੰ ਤੂੰ, ਅਸੀਂ ਨਿਰਗੁਣ ਹੈਗੇ, ਸਾਨੂੰ ਤੂੰ ਗੁਣ ਬਖਸ਼ ਦੇ। Is it future, is it present, or is it past? Anyway, keep that in mind ਜੇ ਤੁਸੀਂ ਨੈਕਸਟ ਲਾਈਨ ਕਰਦੇ ਹੋ। ਬੋਲੋ ਜੀ। ਦੂਜੀ ਤੁਖਾਂਦੀ ਆ ਜੀ, ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ, ਸੱਚ ਸ਼ਬਦ ਵਿਚਾਰ, ਔਜਲ ਪਾਰ ਉਤਾਰਿਅਨ ਭਾਈ, ਸਤਿਗੁਰ ਬੇੜੇ ਚਾੜ। ਕਹਿੰਦੇ ਵੀ ਕਿੰਨੇ ਅਪਰਾਧੀ ਨੂੰ ਮਹਾਰਾਜ ਨੇ ਬਖਸ਼ਿਆ ਆ, ਕਿੰਨੇ ਜਿਹੜੇ ਗੁਣ ਕਰਦੇ, ਔਗੁਣ ਕਰਦੇ ਆ, ਉਹਨੂੰ ਮਹਾਰਾਜ ਨੇ ਬਖਸ਼ਿਆ। ਤੇ ਸ਼ਬਦ ਦੇ ਵਿਚਾਰ ਦੇ ਨਾਲ ਕਹਿੰਦੇ ਵੀ ਔਜਲ ਪਾਰ ਉਤਾਰ ਹੋ ਜਾਂਦਾ, ਵੀ ਜਿਹੜੇ ਬੇੜਾ ਚੜ੍ਹਦੇ ਆ, ਨਾਮ ਦਾ ਬੇੜਾ ਚੜ੍ਹ ਕੇ ਉਹ ਪਾਰ ਉਤਾਰਾ ਹੋ ਜਾਂਦੇ ਆ। ਜਦੋਂ ਤੁਸੀਂ ਸ਼ਬਦ ਦੀ ਗੱਲ ਕਰਦੇ ਹੋ, ਹਾਂਜੀ, ਤੇ ਉਹਦੇ ਬਾਰੇ ਤੁਸੀਂ ਕੁਝ ਕਲਾਸ ਨੂੰ ਦੱਸ ਸਕਦੇ ਕਿ ਸ਼ਬਦ ਦੀ ਕੀ ਮਹੱਤਤਾ? ਸਿਰਫ ਹੈ ਜੋ ਅਸੀਂ ਪੜ੍ਹਿਆ ਉਹੀ ਮਹੱਤਤਾ ਕਿ ਕੁਝ ਹੋਰ ਵੀ ਮਹੱਤਤਾ? ਸ਼ਬਦ ਗੁਰੂ ਦੀ ਜਿਹੜੀ ਮੱਤ ਆ, ਜੋ ਗੁਰੂ ਜਿਹੜਾ ਬਖਸ਼ਿਸ਼ ਕਰਦੇ, ਜਿਹੜੀ ਆਪਣੀ ਸੋਝੀ ਬਖਸ਼ਦੇ ਆ। ਜੇ ਤੁਹਾਨੂੰ ਕੋਈ ਪੁੱਛੇ ਕਿ ਤੁਸੀਂ ਸ਼ਬਦ ਕਿਉਂ ਪੜ੍ਹਦੇ ਹੋ, ਹਰ ਚੀਜ਼ ਦੀ ਕੋਈ ਨਾ ਕੋਈ ਇੰਪੋਰਟੈਂਸ ਹੈ ਨਾ ਲਾਈਫ ਵਿੱਚ, ਕੁਝ ਵੀ ਤੁਸੀਂ ਤੁਹਾਡੇ ਕੋਲ ਯੂ ਪਤਾ ਐਨੀਥਿੰਗ। ਹੁਣ ਗੁਰੂ ਗ੍ਰੰਥ ਸਾਹਿਬ ਪੂਰਾ
ਜਿਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛਿਆ ਗਿਆ ਕਿ ਤੁਹਾਡੇ ਸਾਹਿਬ ਬਾਅਦ ਹੁਣ ਗੁਰੂ ਸਾਨੂੰ ਕੌਣ ਸਿੱਖਿਆ ਦੇਗਾ, ਕੌਣ ਸਾਡਾ ਗੁਰੂ ਹੋਏਗਾ, ਤੇ ਉਸ ਵੇਲੇ ਗ੍ਰੰਥ ਸਾਹਿਬ ਨੂੰ ਲਿਆ ਕੇ ਗੁਰੂ ਸਾਹਿਬ ਨੇ ਕਿਹਾ ਹੁਣ ਅੱਜ ਤੋਂ ਬਾਅਦ ਜੋ ਵੀ ਕੁਝ ਤੁਸੀਂ ਸਿੱਖਿਆ ਲੈਣੀ ਹੈ, ਜੋ ਵੀ ਕੁਝ ਤੁਸੀਂ ਸਮਝਣਾ ਹੈ, ਜੋ ਵੀ ਤੁਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਜੀਵਨ ਜਿਸ ਤਰ੍ਹਾਂ ਦਾ ਆਪਣਾ ਜੀਵਨ ਬਣਾਉਣਾ ਚਾਹੁੰਦੇ ਹੋ, ਉਹਦਾ ਪੂਰਾ ਅਕਸ਼ ਤੁਹਾਨੂੰ ਹੁਣ ਇਸ ਗ੍ਰੰਥ ਸਾਹਿਬ ਤੋਂ ਮਿਲੇਗਾ ਤੇ ਅੱਜ ਤੋਂ ਇਹ ਤੁਹਾਡੇ ਗੁਰੂ ਨੇ। ਇਹ ਠੀਕ ਹੈ, ਠੀਕ ਕਹਿ ਰਿਹਾ ਮੈਂ? ਬਿਲਕੁਲ ਹਾਂਜੀ। ਅੱਛਾ, ਹੁਣ ਇਹਦੇ ਵਿੱਚ 4 ਪੁਆਇੰਟ ਨੇ ਜਿਹੜੇ ਮੈਂ ਪਰਮਜੀਤ ਤੋਂ ਜਾਣਾ। ਪਰਮਜੀਤ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਸਥਾਪਨਾ ਹੋਈ, ਸ਼ਬਦ ਦੀ ਸਥਾਪਨਾ ਹੋਈ, ਕਿਹੜੇ ਸੰਨ ਚ ਹੋਈ? 1604। ਓਕੇ, ਵਜ਼ੀਰ ਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦੁਬਾਰਾ ਇਹਦੀ ਪੁਨਰ ਲਿਖਿਆ, ਉਹ ਕਿਹੜੇ ਸੰਨ ਚ ਲਿਖਿਆ? 1708 1707 no 1706 1706। ਤੇ ਜਦੋਂ ਇਹਨੂੰ ਗੁਰੂਸ਼ਿਪ ਦਿੱਤੀ ਗਈ, ਜਿਹਦੀ ਮੈਂ ਹੁਣ ਗੱਲ ਕੀਤੀ ਹੈ, ਉਹ ਕਿਹੜਾ ਸੰਨ ਹੈ? 1708 ਉਹ 1708 ਹੈ। ਤਾਂ ਤਿੰਨ ਡੇਟਾ ਇੰਪੋਰਟੈਂਟ ਨੇ, 1604, 1706 ਐਂਡ 1708। ਮੈਂ ਜਿਹੜੀ ਗੱਲ ਗੁਰਦੀਪ ਪੁੱਛਣਾ ਚਾਹੁੰਦਾ ਸੀ ਉਹ ਇਹ ਹੈ ਕਿ ਅਸੀਂ ਇੱਕ ਡੈਫੀਨੇਸ਼ਨ ਦਿੰਦੇ ਹਾਂ, ਇੱਕ ਅਕਾਲ ਪੁਰਖ ਹੈ ਜਿਹਨੂੰ ਅਸੀਂ ਲੱਭ ਰਹੇ ਹਾਂ, ਵਾਹਿਗੁਰੂ ਹੈ ਜਿਸ ਅਸੀਂ ਬਾਰ-ਬਾਰ ਇਹ ਕਹਿ ਰਹੇ ਹਾਂ ਕਿ ਸਾਨੂੰ ਆਪਣੇ ਨਾਲ ਜੋੜ ਲਾ, ਸਾਡੇ ਗੁਨਾਹ ਬਖਸ਼ ਦੇ, ਜੋ ਤੁਸੀਂ ਹੁਣੇ ਪੜ੍ਹਿਆ। ਤੇ ਸ਼ਬਦ ਹੀ ਕਹਿੰਦੇ ਨੇ ਇੱਕ ਪੁੱਲ ਹੈ, ਇੱਕ ਬ੍ਰਿਜ ਹੈ, ਇੱਕ ਰਸਤਾ ਪਰਮਾਤਮਾ ਦੇ ਨਾਲ ਜੁੜਨ ਦਾ। ਸੋ ਦੈਟ ਇਜ਼ ਦੀ ਇੰਪੋਰਟੈਂਸ, ਯਾਦ ਰੱਖਣਾ ਕਿ ਸ਼ਬਦ ਜਿਹੜਾ ਵਾਹਿਗੁਰੂ ਦਾ ਇੱਕ ਵਰਡ ਹੈ, ਉਹ ਇੱਕ ਰਸਤਾ ਹੈ ਜਿਹੜਾ ਵਿਚ ਟੇਕਸ ਅਸ ਟੂ ਹਿਮ। ਡੈਸਟੀਨੇਸ਼ਨ ਵਾਹਿਗੁਰੂ ਹੈ, ਉੱਥੋਂ ਤੱਕ ਪਹੁੰਚਣ ਦਾ ਰਸਤਾ ਜਿਹੜਾ ਉਹ ਸਾਡਾ ਸ਼ਬਦ ਹੈ। ਚਲੋ ਜੀ ਦਵਿੰਦਰ, ਨੈਕਸਟ ਟੂ। ਮਨੂਰੇ ਤੇ ਕੰਚਨ ਭਏ ਭਾਈ ਗੁਰ ਪਾਰਸ ਮੇਲ ਮਿਲਾਏ। ਕਹਿੰਦੇ ਕਿ ਮਨੂਰੇ ਜਿਹੜਾ ਹੈਗਾ ਆ ਕਿ ਇੱਕ ਲੋਹੇ ਨੂੰ ਜੰਗ ਲੱਗ ਜਾਂਦਾ ਆ, ਹੈਨਾ, ਉਹਦੇ ਨਾਲ ਕਿ ਮੈਲ ਲੱਗ ਜਾਂਦੀ ਆ ਉਹਨੂੰ। ਤੇ ਜਦੋਂ ਪਾਰਸ ਇੱਕ ਪੱਥਰ ਹੁੰਦਾ ਆ, ਪੱਥਰ ਨੂੰ ਕਹਿੰਦੇ ਕਿ ਪਾਰਸ ਆ ਇਹ ਗੁਰੂ ਦੇ ਨਾਲ ਮੇਲ ਮਿਲਾ ਕੇ ਤਾਂ ਅਸੀਂ ਪਾਰਸ ਦੇ ਨਾਲ ਉਹ ਫਰੀਜ਼ ਹੋ ਗਏ। ਹਾਂਜੀ। ਆਪ ਛੋੜ ਨਾਉ ਮਨ ਵਸਿਆ, ਆਪਣਾ ਆਪ ਛੋੜ ਕੇ ਤੇ ਜਿਹੜਾ ਨਾਮ ਪਰਮਾਤਮਾ ਦਾ ਉਹ ਸਾਡੇ ਮਨ ਦੇ ਵਿੱਚ ਵਸ ਗਿਆ। ਭਾਈ ਜੋਤੀ ਜੋਤ ਮਿਲਾਈ, ਜਿਹੜਾ ਨਾਮ ਵਸਣ ਦੇ ਨਾਲ ਹੀ ਭਾਈ, ਜੇ ਪਰਮਾਤਮਾ ਦੇ ਨਾਲ ਮੇਰੀ ਲਿਵ ਲੱਗ ਗਈ ਤੇ ਉਹਦੀ ਜੋਤੀ ਦੇ ਨਾਲ ਜੋਤ ਮਿਲ ਗਈ। ਨਵਤੇਜ ਜੀ ਜਾਂ ਕੈਲਾਸ਼ ਜੀ, ਇਹਦੇ ਵਿੱਚ ਇੱਕ ਵਰਡ ਆਇਆ ਪਾਰਸ। ਜਿਸ ਤਰ੍ਹਾਂ ਮੈਂ ਸ਼ੁਰੂ ਚ ਕਿਹਾ ਸੀ ਕਿ ਅਸੀਂ ਲਿਟਰਲ ਮੀਨਿੰਗ ਕਰਾਂਗੇ, ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕੋਈ ਪੱਥਰ ਹੁੰਦਾ, ਪਰ ਇਹਦੇ ਪਿੱਛੇ ਤੇ ਕੋਈ ਨਾ ਕੋਈ ਕਹਾਣੀ ਹੈ। ਇਹ ਕਿਹੜਾ ਪੱਥਰ ਹੈ, ਕਿਹਨੂੰ ਮਿਲਿਆ ਸੀ ਜਿਹਦੇ ਨਾਲ ਸੋਨਾ ਬਣ ਜਾਂਦਾ? ਜਿਹਨੂੰ ਇਹ ਕਹਾਣੀ ਆਂਦੀ, ਜਰਾ ਮੈਂ ਉਹਦਾ ਹੱਥ ਦੇਖ ਸਕਦਾ? ਕਿਹੜੀ ਸਟੋਰੀ ਹੈ ਹਿਸਟੋਰੀਕਲ? ਪਾਰਸ ਪੱਥਰ ਧੰਨਾ ਜੀ, ਨਹੀਂ ਧੰਨਾ ਜੀ ਨਹੀਂ, ਇੱਕ ਰਾਜਾ ਸੀ। ਜਿਸ ਤਰ੍ਹਾਂ ਆਮ ਹਿੰਦੂ, ਇਹ ਸਾਰੀਆਂ ਜਿਹੜੀਆਂ ਰੈਫਰੈਂਸਿਸ ਨੇ ਉਹ ਹਿੰਦੂ ਰੈਫਰੈਂਸ ਉਹਨਾਂ ਦੀਆਂ ਬੁੱਕਸ ਵਿੱਚ ਹੀ ਆਉਂਦੀਆਂ ਨੇ। ਜਿਹੜਾ ਵੀ ਕੋਈ ਤਪੱਸਿਆ ਕਰਦਾ ਉਹਨੂੰ ਕੋਈ ਨਾ ਕੋਈ ਵਰਦਾਨ ਮਿਲਦਾ, ਤੇ ਉਹਨੂੰ ਇਹ ਵਰਦਾਨ ਮਿਲਿਆ ਸੀ। ਉਹਨੂੰ ਕਿਹਾ ਸੀ ਤੂੰ ਦੱਸ ਤੈਨੂੰ ਕੀ ਚਾਹੀਦਾ, ਤੇ ਉਹਨਾਂ ਇਹ ਵਰਦਾਨ ਲਿਆ ਸੀ ਕਿ ਜਿਸ ਚੀਜ਼ ਨੂੰ ਮੈਂ ਹੱਥ ਲਾਵਾਂ ਉਹ ਸੋਨਾ ਹੋ ਜਾਏ। ਤੇ ਪਾਰਸ ਉਹਦਾ ਹੀ ਨਾਂ ਹੈ ਕਿ ਜਿਹਨੂੰ ਮੈਂ ਹੱਥ ਲਾਵਾਂ ਸੋਨਾ ਹੋ ਜਾਏ। ਤੇ ਰੱਬ ਨੇ ਕਿਹਾ ਸੀ ਠੀਕ ਹੈ ਤਥਾਸਤੂ। ਬੜਾ ਖੁਸ਼ ਹੋ ਗਿਆ ਕਿ ਜਿਹਨੂੰ ਮੈਂ ਹੱਥ ਲਾਵਾਂਗਾ ਸੋਨਾ ਬਣ ਜਾਏਗਾ। ਘਰ ਗਿਆ, ਕੁਰਸੀ ਨੂੰ ਹੱਥ ਲਾਇਆ ਸੋਨਾ ਹੋ ਗਈ, ਮੇਜ਼ ਨੂੰ ਹੱਥ ਲਾਇਆ ਸੋਨਾ ਹੋ ਗਈ। ਸਾਰਿਆਂ ਨੂੰ ਘਰ ਪੂਰਾ ਸੋਨਾ ਕਰਕੇ ਡਾਈਨਿੰਗ ਟੇਬਲ ਤੇ ਬੈਠਾ। ਉਹਨੂੰ ਕਿਹਾ ਤੂੰ ਖਾਣਾ ਲੈ ਕੇ ਆ, ਉਹ ਖਾਣਾ ਲੈ ਕੇ ਆਇਆ, ਉਹਨੂੰ ਹੱਥ ਲਾਇਆ, ਉਹ ਵੀ ਸੋਨਾ ਹੋ ਗਿਆ। ਖਾਏ ਕੀ? ਇੰਨੀ ਦੇਰ ਨੂੰ ਉਹਦੀ ਲੜਕੀ ਖੇਡਦੀ ਉਹਦੇ ਕੋਲ ਆ ਕੇ ਬਾਪ ਦੀ ਗੋਦੀ 'ਚ ਬਹਿ ਕੇ ਉਹਨੂੰ ਹੱਥ ਲਾਇਆ, ਉਹ ਵੀ ਸੋਨੇ ਦੀ ਹੋ ਗਈ। ਸੋ ਇਹ ਇੱਕ ਐਕਚੁਅਲੀ ਐਡਵਾਈਸ ਹੀ ਹੈ ਕਿ ਤੁਸੀਂ ਕਈ ਵਾਰੀ ਐਸਾ ਕੁਝ ਮੰਗ ਲੈਂਦੇ ਹੋ ਜਿਹਦੇ ਨਾਲ ਤੁਹਾਨੂੰ ਮਿਲਦਾ ਕੁਛ ਨਹੀਂ, ਪਰ ਤੁਸੀਂ ਬਹੁਤ ਕੁਝ ਖੋ ਲੈਂਦੇ ਹੋ। ਉਦੋਂ ਤੋਂ ਇੱਕ ਕਹਾਵਤ ਬਣ ਗਈ ਹੈ ਕਿ ਪਾਰਸ ਉਹ ਹੱਥ ਹੈ, ਪਾਰਸ ਉਹ ਪੱਥਰ ਹੈ, ਜਾਂ ਉਹ ਵਾਹਿਗੁਰੂ ਦੀ ਦਿੱਤੀ ਇੱਕ ਦਾਤ ਸੀ, ਜਿਹਨੂੰ ਵੀ ਛੋਈ ਜਾਓਗੇ ਉਹ ਸੋਨਾ ਬਣ ਜਾਂਦਾ। ਸੋ ਇਹ ਤੁਹਾਨੂੰ ਕਹਾਣੀ ਯਾਦ ਰੱਖਣ ਦੀ ਲੋੜ ਹੈ। ਔਰ ਫਿਰ ਉਹਨੇ ਦੁਬਾਰਾ ਤਪੱਸਿਆ ਕੀਤੀ ਸੀ
ਫਿਰ ਉਹਨੇ ਵਾਹਿਗੁਰੂ ਅੱਗੇ ਜਾਓ, ਜਿਸ ਤਰ੍ਹਾਂ ਵੀ ਕਹਿੰਦੇ ਮਹਾਦੇਵ ਜਾਂ ਵਿਸ਼ਨੂੰ ਜੀ ਪ੍ਰਗਟ ਹੋਏ ਸਨ, ਤੇ ਉਹਨਾਂ ਨੇ ਉਹਨੂੰ ਕਿਹਾ ਸੀ ਵੀ ਮੇਰੇ ਕੋਲ ਗਲਤੀ ਹੋ ਗਈ ਹੈ, ਸੋ ਪਲੀਜ਼ ਮੈਨੂੰ ਮਾਫ ਕਰ ਦਿਓ। ਤੇ anyway he was forgiven, ਤੇ then he touched everything and it came back to their original form। ਸੋ ਜਿਹੜੇ ਇਹ ਐਕਚੁਅਲੀ ਲੋਭ ਦੇ ਉੱਤੇ ਸਾਖੀ ਹੈ, ਵੀ ਤੁਹਾਡੇ ਜਿਹੜਾ ਸਾਡੇ ਮਨ 'ਚ ਲੋਭ ਹੁੰਦਾ ਕਿ ਸਾਡੇ ਕੋਲ ਵੈਲਥ ਹੋਵੇ, ਹੀਰੇ ਜਵਾਹਰਾਤ ਹੋਣ, ਤੇ ਉਹ ਵੀ ਤੁਸੀਂ ਅੱਜ ਰੱਖ ਕੇ ਦੇਖ ਲਓ। ਖਾਣੇ ਦੀ ਟੇਬਲ ਤੇ ਬੈਠੋਗੇ ਤੇ ਉਹੀ ਖਾਓਗੇ ਨਾ। ਆਪਣੀ ਕਿਹੜੀ ਰੋਟੀ ਖਾਂਦੇ ਜੀ? ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ। ਮੱਕੀ ਦੀ ਰੋਟੀ ਚਲਦੀ ਹੈ, ਮਕਈ ਦੀ ਰੋਟੀ ਤੇ ਸਰੋਂ ਦਾ ਸਾਗ। ਉੱਥੇ ਤੇ ਜਿੰਨੇ ਮਰਜ਼ੀ ਅਸੀਂ ਹੀਰੇ ਜਵਾਹਰਾਤ ਰੱਖ ਲਓ, ਉੱਥੇ ਕੀ ਬਣਨਾ? ਉਹ ਤਾਂ ਖਾ ਹੀ ਨਹੀਂ ਸਕਦੇ ਤੁਸੀਂ। ਸੋ ਦੇਰ ਇਜ਼ ਅ ਲਿਮਿਟ। ਤਾਂ ਹੀ ਕਹਿੰਦੇ ਨਾ ਕਾਮ ਕ੍ਰੋਧ ਲੋਭ ਇਜ਼ ਆਲਸੋ ਆਵਰ ਐਨੀਮੀ। ਹਾਂਜੀ ਦਵਿੰਦਰ, ਫਟਾਫਟ ਨੈਕਸਟ ਤੇ ਜਾਓ। ਆਪ ਛੋੜ ਨਾਉ ਮਨ ਵਸਿਆ, ਭਾਈ ਜੋਤੀ ਜੋਤ ਮਿਲਾਈ। ਹਉ ਵਾਰਣੇ, ਮੈਂ ਪਰਮਾਤਮਾ ਤੇਰੇ ਕੋਲੋਂ ਵਾਰੀ ਜਾਂਦਾ ਹਾਂ, ਵਾਰਨੇ ਜਾਂਦੇ ਆ ਭਾਈ ਸਤਿਗੁਰੂ ਗੁਰ ਕਹੋ ਸਦ ਬਲਿਹਾਰੇ ਜਾਓ। ਮੈਂ ਉਹ ਪਰਮਾਤਮਾ ਤੋਂ ਹਮੇਸ਼ਾ ਹੀ ਬਲਿਹਾਰੇ ਜਾਂਦਾ ਹਾਂ। ਨਾਮ ਨਿਧਾਨ ਜਿਨ ਦਿੱਤਾ, ਭਾਈ ਗੁਰਮਤਿ ਸਹਿਜ ਸਮਾਓ। ਜਿਸ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ, ਉਸ ਪਰਮਾਤਮਾ ਤੋਂ, ਉਸ ਗੁਰੂ ਦੀ ਮੱਤ ਤੋਂ ਹਮੇਸ਼ਾ ਹੀ ਕਹਿੰਦੇ ਕਿ ਸਹਿਜ ਸਮਾਓ। ਉਹਦੇ ਵਿੱਚ ਸਹਿਜ ਸਮਾ ਜਾਂਦੇ ਆ, ਬਹੁਤ ਸ਼ਾਂਤੀ ਦੇ ਨਾਲ ਸਮਾ ਜਾਂਦੇ ਆ ਅਸੀਂ। ਗੁਰਬਿਨ ਸਹਿਜ ਨਾ ਉਪਜੈ ਭਾਈ, ਪੁੱਛੋ ਗਿਆਨੀਆਂ ਜਾਏ। ਗੁਰੂ ਤੋਂ ਬਿਨਾਂ ਸਾਨੂੰ ਸ਼ਾਂਤੀ ਨਹੀਂ ਆਉਂਦੀ। ਸੋ ਇਸ ਕਰਕੇ ਕਿ ਭਾਈ ਤੂੰ ਗੁਰੂ ਜਿਹੜੇ ਗਿਆਨੀ ਬੰਦੇ ਆ ਉਹਨਾਂ ਤੋਂ ਪੁੱਛੋ ਜਾ ਕੇ। ਸਤਿਗੁਰੂ ਦੀ ਸੇਵਾ ਸਦਾ ਕਰ ਭਾਈ। ਹੇ ਭਾਈ, ਉਹ ਸਤਿਗੁਰੂ ਜਿਹੜਾ ਸਾਰਿਆਂ ਤੋਂ ਵੱਡਾ ਆ, ਉਹਦੀ ਸੇਵਾ ਕਰ, ਹਮੇਸ਼ਾ ਹੀ ਸੇਵਾ ਕਰ। ਵਿੱਚ ਆਪ ਗਵਾਈ, ਸੇਵਾ ਕਰਕੇ ਆਪਣਾ ਆਪ ਗਵਾ ਦੇ। ਨਵਤੇਜ ਜਿਸ ਦਾ ਗੁਰੂ ਅਮਰਦਾਸ ਜੀ ਨੇ ਸੇਵਾ ਕੀਤੀ, ਆਪਣੇ ਆਪ ਨੂੰ ਨਹੀਂ ਦੇਖਿਆ, ਇੰਨੇ ਸਾਲ ਸੇਵਾ ਕੀਤੀ ਉਹਨਾਂ ਨੇ। ਕਿੰਨੇ ਸਾਲ ਸੇਵਾ ਕੀਤੀ ਉਹਨਾਂ? 22 ਸਾਲ ਸੇਵਾ ਕੀਤੀ। 22 ਨਹੀਂ? ਹਾਂ, ਮੈਂ ਨਹੀਂ, ਮੈਨੂੰ ਥੋੜੀ ਪੁੱਛ ਰਹੇ ਹੋ, ਮੈਂ ਤੁਹਾਨੂੰ ਪੁੱਛ ਰਿਹਾ। ਤੁਸੀਂ ਕਿਹਾ ਕਿ ਗੁਰੂ ਅਮਰਦਾਸ ਨੇ 22 ਸਾਲ ਸੇਵਾ ਕੀਤੀ ਹੈ, ਮੈਂ ਕਿਹਾ 22 ਸਾਲ ਨਹੀਂ ਕੀਤੀ। ਹਾਂਜੀ ਹਾਂਜੀ ਗੁਰਦੀਪ ਜੀ, ਉਹਨੇ ਸੇਵਾ ਦੀ 12 ਸਾਲ ਸੀਗੀ। ਹਾਂਜੀ, 22 ਸਾਲ ਸੇਵਾ ਕਿਹੜੇ ਗੁਰੂ ਸਾਹਿਬ ਜੀ ਹੈ? ਇਹ ਪਰਮਜੀਤ ਦੱਸੇਗੀ। ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਦੀ ਸੇਵਾ ਹੈ ਜਿਹੜੀ 22 ਸਾਲ ਹੈ। ਬਟ ਕੋਈ ਡਰ ਨਹੀਂ, ਯੂ ਅਟੈਂਪਟਡ ਇਟ। ਹੁਣ ਰਹਿ ਗਏ ਨੇ ਸਾਡੇ ਕੋਲ 6, 7 ਤੇ 8। ਨਵਤੇਜ ਤੂੰ ਕਰ 6 ਤੇ ਫਿਰ ਵਜ਼ੀਰ ਜੀ ਕਰਨਗੇ 7 ਤੇ ਕੈਲਾਸ਼ ਕਰੇਗੀ 8। 6 ਜਿਹੜੀ ਨੈਕਸਟ ਜਿਹੜੀ ਲਾਈਨ ਹੈਗੀ, ਉਹ ਕਹਿੰਦੇ ਪ੍ਰੇਮ ਪਦਾਰਥ ਪਾਈਏ ਭਾਈ, ਸੱਚ ਨਾਮ ਆਧਾਰ। ਗੁਰਮਤਿ ਪਾਓ ਉਪਜੇ ਭਾਈ। ਗੁਰਮਤਿ ਪਾਓ ਉਪਜੈ ਭਾਈ। ਸੌਰੀ, ਕਿਹੜੀ ਲਾਈਨ ਮੈਂ ਮਿਸ ਕਰ ਰਿਹਾ? ਗੁਰਮਤਿ ਪਾਓ ਉਪਜੈ ਭਾਈ। ਅੱਛਾ ਸੌਰੀ, ਗੁਰਮਤਿ ਪਾਓ ਉਪਜੇ ਭਾਈ, ਪਾਓ ਕਰਨੀ ਸੱਚ ਸਾਰ। ਸੋ ਇੱਥੇ ਕਹਿੰਦੇ ਨੇ ਕਿ ਜਿਹੜੇ ਗੁਰੂ ਸ਼ਬਦ ਦੇ ਰਾਹੀਂ, ਕਿ ਜਿਹੜਾ ਸਾਨੂੰ ਪਤਾ ਹੈ ਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਜਿਹੜਾ ਸਾਡੇ ਕੋਲ ਭਾਵ ਹੈ, ਉਹ ਮਤਲਬ ਕਿ ਜਿਹੜਾ ਮੌਤ ਦਾ ਸਾਨੂੰ ਡਰ ਹੈ, ਤੇ ਬਾਕੀ ਜਿਹੜੇ ਅਸੀਂ ਕੋਈ ਮਾੜੇ ਕੰਮ ਕਰਦੇ ਹਾਂ, ਉਹ ਵੀ ਜੇ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਕੋਈ ਨਾ ਕੋਈ ਦੁੱਖ ਤਾਂ ਭੋਗਣਾ ਪਏਗਾ। ਸੋ ਕਹਿੰਦੇ ਨੇ ਕਿ ਗੁਰੂ ਦੇ ਸ਼ਬਦ ਦੇ ਰਾਹੀਂ ਕਿ ਸਾਨੂੰ ਜਿਹੜਾ ਇਹ ਫੀਅਰ ਹੈ, ਮੌਤ ਦਾ ਫੀਅਰ ਹੈ, ਉਹ ਸਾਨੂੰ ਹਮੇਸ਼ਾ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਅਸੀਂ ਸੱਚੇ ਕਰਮ ਕਰਦੇ ਹਾਂ, ਉਹ ਅਸੀਂ ਮਤਲਬ ਕਿ ਸਾਨੂੰ ਧਿਆਨ ਰੱਖਣਾ ਚਾਹੀਦਾ ਕਿ ਸਾਨੂੰ ਵਾਹਿਗੁਰੂ ਦਾ ਡਰ ਹੋਣਾ ਚਾਹੀਦਾ ਸਾਨੂੰ। ਪਰ ਫਿਰ ਵੀ ਬਿਹਾਈਂਡ ਦ ਸੀਨਸ ਕਿ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਦੁੱਖ ਭੋਗਣੇ ਪੈਣਗੇ। ਪਰ ਇਹ ਗੱਲ ਦੱਸੋ ਨਵਤੇਜ ਜੀ, ਤੁਸੀਂ ਬਹੁਤ ਸਿਆਣੇ ਬੰਦੇ ਹੋ, ਸਾਨੂੰ ਵਾਹਿਗੁਰੂ ਕੋਲ ਡਰਨਾ ਚਾਹੀਦਾ? ਨਾਲੇ ਕਹਿੰਦੇ ਉਹ ਕੰਪੈਸ਼ਨੇਟ ਹੈ, ਉਹ ਹੋਰ ਲਵਿੰਗ ਹੈ, ਉਹ ਇੱਥੇ ਕਹਿੰਦੇ ਤੁਸੀਂ ਕੋ ਡਰੋ। ਪਰ ਅਸੀਂ ਜਦੋਂ ਅਸੀਂ ਕਹਿੰਦੇ ਕਿ ਉਹ ਸਾਡਾ ਪਿਤਾ, ਉਹ ਸਾਡਾ ਮਾਤਾ ਹੈ, ਹੁਣ ਜੇ ਅਸੀਂ ਅੱਛੇ ਕਰਮ ਕਰਾਂਗੇ ਤਾਂ ਸਾਨੂੰ ਰਿਵਾਰਡ ਮਿਲਦਾ ਹੈ, ਪਰ ਜਿਹੜੀ ਮਾਤਾ ਪਿਤਾ ਨੇ ਕਿ ਜੇ ਅਸੀਂ ਮਾੜੇ ਕੰਮ ਕਰਾਂਗੇ ਤਾਂ ਫਿਰ ਸਾਨੂੰ ਦੰਡ ਵੀ ਮਿਲਦੇ ਨੇ। ਸੋ ਮਤਲਬ ਕਿ ਇਹ ਹੈ ਕਿ ਅਸੀਂ ਕੰਪਲੇਸੈਂਟ ਨਹੀਂ ਹੋਣਾ ਚਾਹੀਦਾ ਸਾਨੂੰ, ਕਿ ਰੱਬ ਦਾ ਸਾਨੂੰ ਡਰ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਮਾੜੇ ਕਰਮ ਕਰਾਂਗੇ ਤਾਂ ਸਾਨੂੰ ਕੁਛ ਨਾ ਕੁਛ ਤਾਂ ਸਾਨੂੰ ਪਨਿਸ਼ਮੈਂਟ ਮਿਲੇਗੀ। ਇੱਥੇ ਡਰ ਨੂੰ ਡਿਸਿਪਲਿਨ ਕਹਿ ਸਕਦੇ ਹਾਂ, ਡਰ ਨੂੰ ਡਿਸਿਪਲਿਨ ਕਹਿ ਸਕਦੇ ਹਾਂ। ਡਿਸਿਪਲਿਨ ਕਹਿ ਸਕਦੇ। ਠੀਕ ਹੈ, ਸ਼ਬਦ ਦੇ ਡਿਸਿਪਲਿਨ ਚ ਰਹਿਣ ਦੀ ਲੋੜ ਹੈ। ਠੀਕ ਹੈ, ਬਿਲਕੁਲ ਠੀਕ ਹੈ। ਚਲੋ ਵਜ਼ੀਰ ਜੀ ਨੈਕਸਟ।
ਜੋ ਜੋ ਸਤਿਗੁਰ ਸੇਵੈ ਆਪਣਾ ਭਾਈ ਤਿਨਕੇ ਹੋਂ ਲਾਗੂ ਪਾਏ। ਜਿਹੜੇ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹੈ ਜਾਂ ਉਹਦੇ ਸ਼ਬਦ ਦੀ ਰਿਸਪੈਕਟ ਕਰਦੇ, ਉਹਦੇ ਸ਼ਬਦ ਨੂੰ ਮੰਨਦੇ ਹੈ, ਤਿੰਨ ਕਹਿ ਹੋਂ ਲਾਗੂ ਪਾਏ। ਮੈਂ ਉਹਨਾਂ ਦੇ ਪੈਰਾਂ ਪੈਂਦਾ ਹਾਂ ਕਿ ਮੈਂ ਨਿਮਾਣਾ ਹੋ ਕੇ ਉਹਨਾਂ ਦੀ ਹਰ ਇੱਕ ਗੱਲ ਮੰਨਦਾ ਹਾਂ। ਨਾਮ ਸਵਾਰ ਆਪਣਾ ਭਾਈ ਕੁਲ ਪੀ ਲੈ ਬਖਸ਼ਾਏ। ਉਹ ਜਨਮ ਆਪਣਾ ਤਾਂ ਜਨਮ ਉਹਨੇ ਸਵਾਰੀ ਲਿਆ ਭਾਈ, ਪਰ ਉਹ ਆਪਣੀ ਸਾਰੀ ਕੁੱਲ, ਜਿਹੜੇ ਵੱਡੇ ਵੱਡੇ ਰਹੇ ਆਉਣ ਵਾਲੇ ਬੰਦੇ ਆ, ਗਏ ਬੰਦੇ ਆ, ਉਹਨਾਂ ਨੂੰ ਵੀ ਬਖਸ਼ਾ ਲੈਂਦਾ ਹੈ। ਜਿਸ ਵੇਲੇ ਤੁਸੀਂ ਕਹਿੰਦੇ ਹੋ ਕਿ ਆਪਣੀ ਕੁੱਲ ਨੂੰ ਬਖਸ਼ਾ ਲੈਂਦਾ, ਤੁਸੀਂ ਇੱਥੇ ਦੇਖੋਗੇ ਇਹਦੇ ਵਿੱਚ ਪੂਰੀ ਕਰਮ ਥਿਊਰੀ ਆਏਗੀ, ਤਾਂ ਹੀ ਤੁਸੀਂ ਆਪਣੀ ਕੁੱਲ ਨੂੰ ਬਖਸ਼ਾਓਗੇ। ਸੋ ਵਿਲ ਡਿਸਕਸ ਇਟ ਐਟ ਸਮ ਅਦਰ ਟਾਈਮ। ਕੈਲਾਸ਼ ਜੀ ਨੈਕਸਟ ਕਰੋ। ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਤੇ ਕਿਰਪਾ ਹੋਏ, ਨਾਨਕ ਨਾਮ ਹਰ ਮਨ ਵਸੇ ਭਾਈ, ਤਿਸ ਬਿਘ ਨਾ ਲਾਗੇ ਕੋਈ। ਉਹ ਕਹਿੰਦੇ ਨੇਗੇ ਕਿ ਹੇ ਵਾਹਿਗੁਰੂ, ਹੇ ਭਾਈ, ਗੁਰੂ ਦੀ ਕਿਰਪਾ ਦੇ ਨਾਲ ਹੀ ਜਿਹੜਾ ਤੇਰਾ ਨਾਮ ਹੈ, ਉਹਦੀ ਸਿੱਧ ਸਲਾਈ ਦੇ ਨਾਲ ਹੀ, ਉਹਦੀ ਸਿੱਧ ਤੇ ਉਹਦੀ ਸਲਾਹ, ਉਹਦਾ ਸਲਾਹ ਬਾਣੀ ਪੜ੍ਹਨ ਹਿਰਦੇ ਦੇ ਵਿੱਚ ਵਸਾਉਣ ਦੇ ਨਾਲ ਹੀ ਵਾਹਿਗੁਰੂ ਆਪ ਪ੍ਰਾਪਤ ਹੋ ਜਾਂਦਾ ਹੈ। ਤੇ ਜਿਸ ਮਨੁੱਖ ਨੇ ਆਪਣੇ ਦਿਲ ਦੇ ਵਿੱਚ ਪਰਮਾਤਮਾ ਦਾ ਨਾਮ ਵਸਾ ਲਿਆ, ਫਿਰ ਉਸ ਨੂੰ ਜੀਵਨ ਦੇ ਵਿੱਚ ਕੋਈ ਔਕੜ ਨਹੀਂ ਆਉਂਦੀ। ਜਿਹੜਾ ਰੋਜ਼ ਤੁਸੀਂ ਆਪਣੀ ਇਨਵੋਕੇਸ਼ਨ ਪੜ੍ਹਦੇ ਹੋ, ਮੂਲ ਮੰਤਰ ਪੜ੍ਹਦੇ ਹੋ, ਉਹਦੇ ਵਿੱਚ ਕਿੱਥੇ ਵਰਡ ਆਉਂਦਾ ਕਿਰਪਾ? ਗੁਰਪ੍ਰਸਾਦ। ਵੈਰੀ ਗੁੱਡ। ਕਿ ਸਾਡੇ ਕੋਲ ਜੋ ਕੁਛ ਹੈ ਉਸ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਿਲਿਆ। ਜਦੋਂ ਨਵਤੇਜ ਪੜ੍ਹ ਰਿਹਾ ਸੀ, ਉਹਦੇ ਵਿੱਚ ਨਾਮ ਨਿਧਾਨ ਲਿਖਾ ਭਾਈ, ਐਂਡ ਉਹ ਟ੍ਰਾਂਸਲੇਸ਼ਨ ਹੋਈ ਸੀ ਟ੍ਰੈਜਰ ਦੀ। ਗੁਰਬਾਣੀ ਦੇ ਵਿੱਚ ਜਗ੍ਹਾ ਜਗ੍ਹਾ ਰਿੱਧੀਆਂ ਤੇ ਸਿੱਧੀਆਂ ਦਾ ਵਰਡ ਆਇਆ। ਔਰ ਜੇ ਤੁਸੀਂ ਫਿਰ ਸਾਖੀਆਂ ਪੜ੍ਹੋਗੇ, ਆਪਣੀਆਂ ਜਨਮ ਸਾਖੀਆਂ ਪੜ੍ਹੋਗੇ, ਹਿੰਦੂ ਧਰਮ ਦੇ ਪੁਰਾਣ ਪੜ੍ਹੋਗੇ, ਤੇ ਤੁਹਾਨੂੰ ਪਤਾ ਲੱਗੇਗਾ ਬਈ ਜੇ ਤੁਸੀਂ ਪਰਮਾਤਮਾ ਦੇ ਨਾਲ ਜੁੜਦੇ ਹੋ ਤੇ ਫਿਰ ਪਰਮਾਤਮਾ ਦੀ ਬਖਸ਼ਿਸ਼ ਨਾਲ ਤੁਹਾਨੂੰ ਕਾਫੀ ਪਾਵਰ ਮਿਲ ਜਾਂਦੀਆਂ, ਤੁਹਾਡੇ ਅੰਦਰ ਕਾਫੀ ਪਾਵਰ ਆ ਜਾਂਦੀਆਂ। ਉਹਦਾ ਠੀਕ ਇਸਤੇਮਾਲ ਕਰੋਗੇ ਜਾਂ ਗਲਤ ਇਸਤੇਮਾਲ ਕਰੋਗੇ, ਤੁਹਾਡੇ ਤੇ ਡਿਪੈਂਡ ਕਰਦਾ। ਹੁਣ ਰਾਵਣ ਕੋਲ ਵੀ ਬਹੁਤ ਸਾਰੀਆਂ ਰਿੱਧੀਆਂ ਸਿੱਧੀਆਂ ਸੀ, ਪਰ ਜਦੋਂ ਉਹਨੇ ਗਲਤ ਇਸਤੇਮਾਲ ਕੀਤਾ ਤੇ ਹੀ ਹੈਡ ਟੂ ਡਾਈ। ਵੈਸੇ ਤਾਂ ਕਹਿੰਦੇ ਉਹਨੇ ਮੌਤ ਨੂੰ ਆਪਣੇ ਪਾਵੇ ਨਾਲ ਬੰਨਿਆ ਸੀ। ਐਸ ਦੇ ਸੇ ਗੁਰੂ ਅਮਰਦਾਸ ਜੀ ਦੇ ਬੜੇ ਸ਼ਬਦ ਨੇ ਰਿੱਧੀਆਂ ਸਿੱਧੀਆਂ ਦੇ, ਜਿਨ੍ਹਾਂ ਨੇ ਕਿਹਾ ਕਿ ਮੇਰੇ ਪਿੱਛੇ ਰਿੱਧੀਆਂ ਸਿੱਧੀਆਂ ਲੱਗੀਆਂ ਮੰਨਣੀ ਚਾਹੀਦੀਆਂ, ਮੈਨੂੰ ਉਸ ਅਕਾਲ ਪੁਰਖ ਦਾ ਨਾਮ ਚਾਹੀਦਾ। ਜਿਸ ਵੇਲੇ ਗੁਰੂ ਨਾਨਕ ਸਾਹਿਬ ਆਪਣੀ ਯਾਤਰਾ ਤੇ ਗਏ ਤੇ ਸਿੱਧਾਂ ਨੂੰ ਮਿਲੇ, ਪਰਬਤ ਤੇ ਗਏ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਇੱਕ ਕੁਐਸਚਨ ਕੀਤਾ। ਇਹ ਤੁਹਾਨੂੰ ਸਾਖੀ ਜ਼ਰੂਰ ਯਾਦ ਰਹਿਣੀ ਚਾਹੀਦੀ ਹੈ ਕਿ ਸਿੱਖ ਧਰਮ ਦੇ ਵਿੱਚ ਰਿੱਧੀਆਂ ਸਿੱਧੀਆਂ ਦਾ ਕੀ ਜਗ੍ਹਾ, ਕੀ ਸਥਾਨ ਆ। ਤੇ ਗੁਰੂ ਨਾਨਕ ਸਾਹਿਬ ਦਾ ਨਾਂ ਤੇ ਫੈਲ ਚੁੱਕਾ ਸੀ, ਮਤਲਬ ਉਹ ਸੇਂਟਸ ਵਿੱਚ ਜਾਂ ਜਿਹੜੇ ਵੱਡੇ ਵੱਡੇ ਲੋਕ ਪਰਮਾਤਮਾ ਤੱਕ ਪਹੁੰਚੇ ਹੋਏ ਸਨ। ਤੇ ਜਿਹੜੇ ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ ਤੇ ਸਾਰੇ ਇਕੱਠੇ ਹੋ ਗਏ ਉੱਥੇ, ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਮਹਿੰਦਰ ਜੀ ਪੁੱਛਿਆ ਕਿ ਤੁਸੀਂ, ਤੁਹਾਡਾ ਇੰਨਾ ਨਾਮ ਪ੍ਰਚਲਿਤ ਹੈ, ਤੁਸੀਂ ਵੀ ਆਪਣੀਆਂ ਕੁਝ ਰਿੱਧੀਆਂ ਸਿੱਧੀਆਂ ਦਿਖਾਓ, ਕੋਈ ਜਾਦੂ ਟੂਣੇ ਦਿਖਾਓ ਸਾਨੂੰ, ਕੋਈ ਆਪਣੇ ਮਿਰੇਕਲ ਦਿਖਾਓ। ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਜੀ, ਪਹਿਲੇ ਜਿਹੜੇ ਤੁਹਾਡੇ ਕੋਲ ਜੋ ਕੁਛ ਹੈ ਮੈਨੂੰ ਦਿਖਾ ਦਿਓ, ਫਿਰ ਜੋ ਕੁਛ ਮੇਰੇ ਕੋਲ ਹੈ ਮੈਂ ਦਿਖਾ ਰਿਹਾ। ਹੁਣ ਉਹ ਜਿਹੜੇ ਉੱਥੇ ਸਿੱਧ ਬੈਠੇ ਸੀ, ਉਹਨਾਂ ਨੇ ਤਪੱਸਿਆ ਕੀਤੀ ਸੀ ਤੇ ਉਹਨਾਂ ਕੋਲ ਪਾਵਰਸ ਹੈ ਸਨ। ਉਹਨੂੰ ਪਾਵਰ ਐਕਚੁਅਲੀ ਹੁੰਦੀ ਕੀ ਹੈ? ਪਾਵਰ ਨਾਲ ਤੁਸੀਂ ਜ਼ਿੰਦਾ ਨਹੀਂ ਕਰ ਸਕਦੇ ਬੰਦੇ ਨੂੰ, ਪਾਵਰ ਦੇ ਨਾਲ ਤੁਸੀਂ ਧਨ ਪੈਦਾ ਨਹੀਂ ਕਰ ਸਕਦੇ। ਫਿਰ ਕੀ ਕਰ ਸਕਦੇ ਹੋ? ਉਹਨਾਂ ਨੇ ਦਿਖਾਇਆ ਉਹ ਬੜੇ ਉੱਚੇ ਲੰਬੇ ਹੋ ਸਕਦੇ ਨੇ, ਉਹ ਛੋਟੇ ਹੋ ਸਕਦੇ ਨੇ, ਉਹ ਗਾਇਬ ਹੋ ਸਕਦੇ ਨੇ, ਉਹ ਮੋਟੇ ਹੋ ਸਕਦੇ ਨੇ। ਸੋ ਜਿੰਨਾ ਵੀ ਉਹਨਾਂ ਕੋਲ ਪਾਵਰ ਸਨ, ਉਹ ਉਹਨਾਂ ਨੇ ਸਾਰੀਆਂ ਗੁਰੂ ਨਾਨਕ ਨੂੰ ਦਿਖਾਈਆਂ। ਤੇ ਗੁਰੂ ਨਾਨਕ ਮੁਸਕਰਾਏ, ਉਹ ਕਹਿੰਦੇ ਨੇ ਅੱਛਾ ਚਲੋ ਠੀਕ ਹੈ, ਵੈਲ ਡਨ। ਉਹਨਾਂ ਨੇ ਫਿਰ ਕਿਹਾ ਤੁਸੀਂ ਵੀ ਆਪਣੀ ਪਾਵਰ ਦਿਖਾਓ। ਉਹਨਾਂ ਨੇ ਕਿਹਾ ਮੇਰੇ ਕੋਲ ਤਾਂ ਸਿਰਫ ਇੱਕ ਸ਼ਬਦ ਦੀ ਪਾਵਰ ਹੈ, ਹੋਰ ਕੋਈ ਪਾਵਰ ਨਹੀਂ। ਜਿਹੜਾ ਸ਼ਬਦ ਮੈਨੂੰ ਅਕਾਲ ਪੁਰਖ ਨਾਲ ਜੋੜਦਾ, ਮੇਰੀ ਸਭ ਤੋਂ ਵੱਡੀ ਪਾਵਰ ਉਹੀ ਹੈ। ਔਰ ਉੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਜਿਹੜੇ ਸ਼ਬਦ ਉਚਾਰੇ ਨੇ, ਉਹ ਸਿੱਧ ਗੋਸ਼ਟ ਵਿੱਚ ਹੈ ਨੇ। ਸੋ ਅਸੀਂ ਗੁਰੂ ਨਾਨਕ ਦੇ ਪੈਰੋਕਾਰ ਹਾਂ। ਸੋ ਸਾਨੂੰ ਵੀ ਜਦੋਂ ਕੋਈ, ਜੇ ਤੁਹਾਡੇ ਕੋਲ ਕੋਈ ਕਿਸੇ ਕਿਸਮ ਦੀ ਵੀ ਕੋਈ ਐਸੀ ਤਾਕਤ ਹੈ, ਤੇ ਤੁਹਾਨੂੰ ਉਹ ਦਿਖਾਉਣ ਦੀ ਲੋੜ ਨਹੀਂ ਹੈ। ਜਿੰਨੀ ਤੁਹਾਡੇ ਅੰਦਰ ਨਿਮਰਤਾ ਹੋਏਗੀ, ਓਨਾ ਹੀ ਪਰਮਾਤਮਾ ਤੁਹਾਡੇ ਨੇੜੇ ਆਏਗਾ। ਔਰ ਜਿੰਨਾ ਹੀ ਤੁਹਾਡੇ ਵਿੱਚ ਅੰਦਰ ਹਉਮੈ ਆਏਗੀ, ਐਟੀਟਿਊਡ ਆਏਗਾ, ਓਨਾ ਹੀ ਪਰਮਾਤਮਾ ਤੋਂ
ਦੂਰ ਜਾਏਗਾ। ਅੱਜ ਦਾ ਜਿਹੜਾ ਤੁਸੀਂ ਹੁਣ ਵਾਕ ਪੜ੍ਹਿਆ, ਇਹ ਇੱਕ ਤੁਸੀਂ ਕਹਿੰਦੇ ਹੋ ਅਸ਼ਟਪਦੀ ਹੈ, ਤੇ ਅਸ਼ਟਪਦੀ ਤੇ ਮੈਂ ਕੁਝ ਕੁਐਸਚਨ ਪੁੱਛ ਸਕਦਾ? ਦਰਪਣਾ, ਆਰ ਯੂ ਰੈਡੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੀਆਂ ਅਸ਼ਟਪਦੀਆਂ? ਨਹੀਂ ਪਤਾ ਤੇ ਪਾਸ ਕਰ ਦੇ। ਸਰ ਪਾਸ। ਮਹਿੰਦਰ ਪਾਸ। ਦਵਿੰਦਰ 311। ਬਿਲਕੁਲ ਠੀਕ ਹੈ। 311 ਅਸ਼ਟਪਦੀਆਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਔਰ ਜਿਹੜਾ ਵਰਡ ਹੈ ਅਸ਼ਟਪਦੀ, ਅਸ਼ਟ ਅਗੇਨ ਸੰਸਕ੍ਰਿਤ ਦਾ ਵਰਡ ਦਾ ਮਤਲਬ 8 ਪਦਿਆਂ ਦਾ ਸ਼ਬਦ ਹੈ। ਪਰ ਕੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸ਼ਟਪਦੀ ਦੇ ਹੈਡਿੰਗ ਥੱਲੇ 8 ਤੋਂ ਜ਼ਿਆਦਾ ਪਦਿਆਂ ਦੇ ਵੀ ਸ਼ਬਦ ਹੈ ਨੇ? ਹਾਂਜੀ ਹਾਂਜੀ ਵਜ਼ੀਰ ਜੀ, ਹਾਂਜੀ ਬਹੁਤ ਹੈ। ਉਹ ਰਾਗ ਦਾ ਨਾਮ ਦੱਸੋ ਜਿਹਦੇ ਵਿੱਚ ਅਸ਼ਟਪਦੀ ਦੇ ਥੱਲੇ ਬਹੁਤ ਲੰਬੇ ਸ਼ਬਦ ਆਏ ਨੇ, ਸਭ ਤੋਂ ਜ਼ਿਆਦਾ ਜਿਸ ਰਾਗ ਵਿੱਚ ਆਏ ਨੇ? ਗੋੜੀ। ਵਜ਼ੀਰ ਜੀ ਦੱਸੋ ਜਾਂ ਪਰਮਜੀਤ ਦੱਸੇ, ਦੋਨੋਂ ਜੀ ਦੱਸੇ। ਰਾਗ ਆਸਾ ਦੇ ਵਿੱਚ ਹੈ, ਰਾਗ ਸੋਰਠ ਦੇ ਵਿੱਚ ਵੀ ਹੈ। ਪਰਮਜੀਤ? ਰਾਗ ਰਾਮਕਲੀ। ਰਾਗ ਰਾਮਕਲੀ। ਸੌਰੀ, ਰਾਗ ਰਾਮਕਲੀ। ਠੀਕ। ਛੋਟਾ ਸਾ ਰਾਗ ਰਾਮਕਲੀ ਵਿੱਚ 20, 25, 28 ਪਦਿਆਂ ਦੇ ਵੀ ਸ਼ਬਦ ਹੈ ਨੇ ਜਿਨ੍ਹਾਂ ਨੂੰ ਉਸ ਹੈਡਿੰਗ ਥੱਲੇ ਵਰਤਿਆ ਗਿਆ ਹੈ, ਪਰ ਉਹ ਤੁਸੀਂ ਕਹਿ ਤੇ ਨਹੀਂ ਸਕਦੇ ਉਹ ਅਸ਼ਟਪਦੀਆਂ ਨੇ, ਬਟ ਦੇ ਹੈਵ ਬੀਨ ਕਾਊਂਟਡ ਐਸ ਅਸ਼ਟਪਦੀ ਜਿੱਥੇ ਵੀ ਨਿਊਮੈਰੀਕਲ ਨੰਬਰ ਕਾਊਂਟ ਹੋਏ ਨੇ। ਅੱਛਾ, ਮੈਂ ਹੁਣ 2-4 ਤੁਹਾਡੇ ਕੋਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਚੀਜ਼ਾਂ ਪੁੱਛ ਕੇ ਦੈਨ ਵੀ ਵਿਲ ਗੋ ਟੂ ਦੀ ਨੈਕਸਟ ਵਨ। ਹੁਣੇ ਮੈਂ ਗੱਲ ਕੀਤੀ ਸੀ ਤੁਹਾਡੇ ਅੱਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਪਦਵੀ ਦਿੱਤੀ ਗੁਰੂ ਗ੍ਰੰਥ ਸਾਹਿਬ। ਬਬਲੀ, ਕੀ ਤੂੰ ਦੱਸ ਸਕਦੀ ਹੈ ਕਿ ਜਿਹੜਾ ਵਰਡ ਹੈ ਗੁਰੂ ਗ੍ਰੰਥ ਸਾਹਿਬ, ਗੁਰੂ ਦਾ ਮਤਲਬ ਵੀ ਦੱਸ, ਗ੍ਰੰਥ ਦਾ ਮਤਲਬ ਵੀ ਦੱਸ, ਤੇ ਸਾਹਿਬ ਦਾ ਮਤਲਬ ਵੀ ਦੱਸ। Guru means teacher. Yeah. ਚਲੀ ਜਾ, ਮੈਂ ਦੱਸ ਦਿਆਂਗਾ ਜਦੋਂ ਗੱਲ ਹੋਏਗੀ। Haji, Guru, where you learn it from, Guru. And Granth is like scripture. You want to read it. And Sahab? Sahib is like Okay, it is an epitome of reverence, ਇੱਜ਼ਤ। ਤੁਸੀਂ ਮਾਣ ਵਾਸਤੇ ਕਿਸੇ ਨੂੰ ਸਾਹਿਬ ਕਹਿੰਦੇ ਹੋ। Yeah. ਸੋ ਗੁਰੂ ਜਿਹੜਾ ਇਹ ਸਾਡੇ ਵਾਸਤੇ ਜਿਹੜਾ ਗੁਰੂ ਵਰਡ ਹੈ, ਗੁਰੂ ਨਾਨਕ ਤੁਸੀਂ ਕਹਿੰਦੇ ਹੋ, ਗੁਰੂ ਅੰਗਦ ਕਹਿੰਦੇ ਹੋ, ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਹੋ। ਇੱਥੇ ਇਟ ਇਜ਼ ਅ ਡਿਵਾਈਨ ਟੀਚਰ, ਇਟ ਇਜ਼ ਪ੍ਰੋਫਿਟ ਕਹਿੰਦੇ ਹੋ ਜਿਹਨੂੰ। ਇਹ ਉਹ ਸ਼ਬਦ ਹੈ ਜਿਹੜਾ ਸਕੂਲਾਂ ਵਿੱਚ ਟੀਚਰ ਯੂਜ਼ ਕੀਤਾ ਜਾਂਦਾ, ਇਹ ਉਹ ਵਰਡ ਨਹੀਂ ਹੈ, ਕਿਉਂਕਿ ਬਹੁਤ ਸਾਰੇ ਵਰਡ ਡਿਫਰੈਂਟ ਸਿਚੁਏਸ਼ਨ ਵਿੱਚ ਯੂਜ਼ ਕੀਤੇ ਗਏ ਨੇ। ਸੋ ਇੱਥੇ ਜਿਹੜਾ ਵਰਡ ਹੈ ਗੁਰੂ ਨਾਨਕ, ਇਹ ਉਸ ਗੁਰੂ ਨਾਨਕ ਉਹ ਨਹੀਂ ਜਿਹੜੇ ਸਕੂਲ ਟੀਚਰ ਨੇ। ਗੁਰੂ ਨਾਨਕ ਨੇ ਜਿਹੜੇ ਡਿਵਾਈਨ ਟੀਚਰ ਨੇ, ਜਿਹੜੇ ਪਰਮਾਤਮਾ ਦੇ ਨਾਲ ਜੁੜੇ ਨੇ, ਉਹ ਟੀਚਰ ਨੇ। ਮਹਿੰਦਰ ਜੀ, ਆਥਰਸ਼ਿਪ ਦੇ ਬਾਰੇ ਦੱਸੋ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿੰਨੇ ਗੁਰੂ ਸਾਹਿਬ ਦੀ ਬਾਣੀ ਆ? 6 ਗੁਰੂ ਸਾਹਿਬ ਹੈ ਜੀ। 6। ਹਾਂਜੀ। ਤੁਹਾਨੂੰ ਕੁਝ ਯਾਦ ਹੈ ਕਿ ਹਰ ਗੁਰੂ ਦੀ ਕਿੰਨੀ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ? ਗੁਰੂ ਨਾਨਕ ਦੇਵ ਜੀ ਦੀ ਹੈ ਸਭ ਤੋਂ ਪਹਿਲਾਂ, ਤਾਂ ਗੁਰੂ ਨਾਨਕ ਦੇਵ ਜੀ ਦੀ। ਤੁਹਾਡੀ ਆਵਾਜ਼ ਫਟ ਰਹੀ ਹੈ। ਗੁਰੂ ਨਾਨਕ ਸਾਹਿਬ ਦੀ ਕਿੰਨੀ ਆ? ਗੁਰੂ ਨਾਨਕ ਸਾਹਿਬ ਦੀ ਹੈਗੀ ਹੈ ਜੀ 900। ਪਾਸ ਕਰਦੇ ਹੋ, ਨਹੀਂ ਪਤਾ ਨੇ? 974 ਹੈ ਜੀ। ਵੈਰੀ ਗੁੱਡ, 974 ਗੁਰੂ ਨਾਨਕ ਦੀ ਹੈ। ਦੱਸੇਗੀ ਅਗਲੀ ਗੁਰੂ ਅੰਗਦ? ਉਹਨਾਂ ਦੇ 63 ਸ਼ਲੋਕ ਹੈਗੇ ਨੇ ਕਿੰਨੇ? ਗੁਰੂ ਅੰਗਦ ਦੇ 63। ਸਿਮਰਤ ਤੋਂ ਦੱਸ ਸਕਦੀ ਹੈ ਕਿ ਗੁਰੂ ਅਮਰਦਾਸ ਜੀ ਦੀ ਕਿੰਨੀ ਬਾਣੀ ਹੈ? ਨਹੀਂ ਆਂਦਾ ਤੇ ਪਾਸ ਕਰ ਦੇ, ਕੋਈ ਡਰ ਨਹੀਂ। ਕੈਲਾਸ਼, ਗੁਰੂ ਅਮਰਦਾਸ ਅਨਮਿਊਟ ਕਰੋ ਕੈਲਾਸ਼। ਇਹਨਾਂ ਨੂੰ ਕਹੋ ਜੀ ਅਨਮਿਊਟ ਕਰਨ। ਨਵਤੇਜ? ਹਾਂਜੀ, ਗੁਰੂ ਅਮਰਦਾਸ ਜੀ ਦੀ 907। 907 ਬਿਲਕੁਲ ਠੀਕ ਹੈ। ਵਜ਼ੀਰ ਜੀ? ਗੁਰੂ ਰਾਮਦਾਸ? 679। ਓਕੇ। ਗੁਰਦੀਪ? ਗੁਰੂ ਅਰਜਨ? 2218, 2218। ਨਵਤੇਜ? ਗੁਰੂ ਤੇਗ ਬਹਾਦਰ? 115। ਕਿੰਨੇ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ? ਪਰਮਜੀਤ?
15 ਸਭ ਤੋਂ ਜ਼ਿਆਦਾ ਕੰਪੋਜੀਸ਼ਨ ਕਿਹੜੇ ਭਗਤ ਦੀ ਹੈ? कबीर ਆਪਣਾ ਆਪਣਾ ਪਲੀਜ਼ ਬੋਲੋ। ਹਾਂ, ਠੀਕ ਹੈ ਸਰ, ਮੈਂ ਸੁਣ ਲਿਆ। ਕਬੀਰ, ਨਾਮਦੇਵ ਤੇ ਰਵਿਦਾਸ, ਇਹ ਤਿੰਨ ਨੇ ਜਿਹਨਾਂ ਦੇ ਮੇਨ ਸ਼ਬਦ ਨੇ। ਕੁਝ ਤੈਨੂੰ ਖਿਆਲ ਆਵੇ ਇਹਨਾਂ ਦੇ ਕਿੰਨੇ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ? ਨਹੀਂ ਪਤਾ ਤੇ ਪਾਸ ਕਰ। ਪਾਸ ਬਬਲੀ, ਨਹੀਂ ਪਤਾ ਤੇ ਪਾਸ ਕਰ। ਪਾਸ। ਕਬੀਰ ਦੇ ਸਭ ਤੋਂ ਜ਼ਿਆਦਾ ਨੇ, ਪਰ ਆਈ ਡੋਨਟ ਨੋ ਦਾ ਨੰਬਰ। ਦਵਿੰਦਰ, ਕਬੀਰ ਦੇ 540 ਆ। 41 ਹਾਂਜੀ। ਹਾਂਜੀ। ਵਜ਼ੀਰ ਜੀ, ਤੁਹਾਨੂੰ ਖਿਆਲ ਹੈ ਕੁਝ ਨਾਮਦੇਵ ਤੇ ਰਵਿਦਾਸ ਦੇ? I think that's 64 or 63. 60 ਨਵਤੇਜ? ਨਹੀਂ ਯਾਦ ਨਹੀਂ। 61 हाँ सॉरी। ਮਹਿੰਦਰ, ਕੈਲਾਸ਼? ਰਣਜੀਤ ਦੱਸ ਰਹੀ। ਹਾਂ डॉक्टर जी नामदेव दे 60 है ਹਾਂ, ते दूसरा कौन सी? रविदास। ਜਿਹੜਾ ਤੂੰ ਰਾਜ ਅਸਲ ਰਵਿਦਾਸ। रविदास दे 41। ਓਕੇ। ਚਾਰ ਨੇ ਜਿਹੜੇ ਟੌਪ ਤੇ ਨੇ, ਉਹ ਹੈ ਕਬੀਰ, ਜਿਸ ਤਰ੍ਹਾਂ ਉਹਨੇ ਕਿਹਾ 541, ਫਿਰ ਆਇਆ ਨਾਮਦੇਵ 60, ਫਿਰ ਆਇਆ ਰਵਿਦਾਸ 41, ਪਰ ਇਹਦੇ ਵਿੱਚ ਇੱਕ ਫਰੀਦ ਵੀ ਹੈ। ਫਰੀਦ ਦੀ ਬਾਣੀ ਹੈ ਨਾ। ਗੁਰਦੀਪ, ਕੈਲਾਸ਼, ਐਨੀਵਨ? ਨਵਤੇਜ? ਫਰੀਦ ਦੇ ਸ਼ਲੋਕ ਨੇ ਜ਼ਿਆਦਾ, ਪਰ ਨੰਬਰ ਨਹੀਂ ਮੈਨੂੰ ਯਾਦ। ਪਰਮਜੀਤ? 134। 134 is right। 134 ਵਿੱਚੋਂ 130 ਉਹਨਾਂ ਦੇ ਸ਼ਲੋਕ ਨੇ ਤੇ 4 ਹੀ ਉਹਨਾਂ ਦੇ ਸਿਰਫ ਸ਼ਬਦ ਨੇ। ਔਰ ਤੁਸੀਂ ਬੜੇ ਹੈਰਾਨ ਹੋਵੋਗੇ ਕਿ ਇਹਨਾਂ 15 ਵਿੱਚੋਂ 6 ਭਗਤ ਨੇ ਜਿਨ੍ਹਾਂ ਦਾ ਸਿਰਫ ਇੱਕ ਸ਼ਬਦ ਹੈ, ਔਰ ਉਹਦੇ ਵਿੱਚ ਇੱਕ ਭਗਤ ਦਾ ਤੇ ਸਿਰਫ ਇੱਕ ਲਾਈਨ ਹੈ। ਉਹਦਾ ਨਾਮ ਜੀ ਨੂੰ ਪਤਾ? ਹਾਂਜੀ, ਸੂਰਦਾਸ। ਜਿਹਦੀ ਇੱਕੋ ਹੀ ਲਾਈਨ ਹੈ ਉਹ ਸੂਰਦਾਸ ਹੈ। ਔਰ 6 ਭਗਤ ਨੇ ਜਿਨ੍ਹਾਂ ਦਾ ਸਿਰਫ ਇੱਕ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਕਿਹਾ ਜਾਂਦਾ ਕਿ ਮਰਦਾਨੇ ਦੀ ਵੀ ਕੁਝ ਸ਼ਲੋਕ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਕੋਈ ਦੱਸ ਸਕਦਾ ਕਿੰਨੇ ਤੇ ਕਿਹੜੇ ਰਾਗ ਵਿੱਚ ਨੇ? ਰਾਗ ਮਾਰੂ ਵਿੱਚ 3 ਸ਼ਬਦ ਆਉਂਦੇ ਉਹਨਾਂ ਦੇ। ਮਾਰੂ ਤਾਂ ਬਹੁਤ ਦੂਰ ਹੈ। ਹਾਂ ਪਰਮਜੀਤ? राग बिहागर ਰਾਗੜਾ। ਹਾਂ ਤੇ ਕਿੰਨੇ ਸ਼ਲੋਕ ਨੇ? 3 ਸ਼ਲੋਕ ਨੇ ਰਾਗ ਬਿਹਾਗੜਾ ਚ। ਔਰ ਇਹਨਾਂ ਤੇ ਹਾਲੇ ਤੱਕ ਸਿੱਖ ਪੰਥ ਵਿੱਚ ਕੋਈ ਏਕਤਾ ਨਹੀਂ ਹੋਈ ਕਿ ਇਹ ਮਰਦਾਨੇ ਦੇ ਨੇ ਕਿ ਗੁਰੂ ਨਾਨਕ ਸਾਹਿਬ ਦੇ ਨੇ। ਪਰ ਇਹ ਬਹੁਤ ਵਾਰੀ ਸਾਡੀ ਬਹਿਸ ਕਲਾਸ ਹੋ ਚੁੱਕੀ ਹੈ ਤੇ ਵਜ਼ੀਰ ਜੀ ਇਹਦਾ ਇੱਕ ਬਹੁਤ ਸੋਲਿਡ ਪ੍ਰੂਫ ਦਿੰਦੇ ਨੇ ਕਿ ਇਹ ਜਿਹੜੀ ਲੈਂਗੁਏਜ ਹੈ ਇਹਨਾਂ 3 ਸ਼ਲੋਕਾਂ ਦੀ, ਇਹ ਬਾਕੀ ਜੋ ਗੁਰਬਾਣੀ ਹੈ ਉਹ ਤੋਂ ਕਾਫੀ ਡਿਫਰੈਂਟ ਹੈ। तो देयर इज ए पॉसिबिलिटी कि ये शायद मर्दाने दे ही होण, पर जब तक कोई सॉलिड डिक्लेरेशन नहीं होता अकाल तख्त दा या SCPC दा, सो जो बाकी स्कॉलर कहते हैं तुसीं भी मान लो, तो जो तुसीं जो प्रूफ करना चाहते हो तो ठीक है। नवतेज, मर्दाने तो अलावा भी 3 नाम होर ने जिन्हां दी बाणी है गुरु ग्रंथ साहिब विच। ਹਾਂਜੀ, ਬਾਕੀ ਜਿਹੜੇ ਪੱਟਾਂ ਦੀ ਬਾਣੀ ਹੈਗੀ ਹੈ ਤੇ ਸੱਤਾ ਤੇ ਬਲਵੰਤ ਦੀ ਵਾਰ। ਸੱਤ ਤੇ ਬਲਵੰਤ ਦੀ ਵਾਰ ਤੇ ਭੱਟ ਤੇ ਇੱਕ ਤਾਂ ਤੁਸੀਂ ਨਾ ਛੱਡ ਗਏ ਹੋ ਕੋਈ। ਸੱਦ ਹੈਗੀ ਆ ਵਜ਼ੀਰ ਜੀ? ਰਾਮਕਲੀ ਸੱਦ। ਸੁੰਦਰ ਦੀ ਸੱਦ। ਸੁੰਦਰ ਹੈ ਇੱਕ ਜਿਹਦਾ ਕਿ ਉਹਨਾਂ ਨੇ ਦੱਸਿਆ ਰਾਮਕਲੀ ਦੇ ਵਿੱਚ ਉਹਦਾ ਸੱਦ ਹੈ, ਔਰ ਰਾਮਕਲੀ ਵਿੱਚ ਹੀ ਆਨੰਦ ਹੈ। ਔਰ ਬਿਲਕੁਲ ਆਨੰਦ ਸਾਹਿਬ ਦੇ ਬਾਅਦ ਇਹ ਗੁਰੂ ਸਾਹਿਬ ਨੇ ਇਨਸਰਟ ਕੀਤਾ ਸਾਧੂ। ਰਾਮਕਲੀ ਜਿਹੜੀ ਸੱਤ ਤੇ ਬਲਵੰਤ ਦੀ ਵਾਰ ਹੈ, ਸੱਤ ਤੇ ਬਲਵੰਤ ਦੇ ਵਿੱਚ ਗੁਰਦੀਪ ਕੋਈ ਰਿਲੇਸ਼ਨਸ਼ਿਪ ਹੈ? ਇਹਦੇ ਫਾਦਰ ਐਂਡ ਸਨ। ਤੁਸੀਂ ਕਹਿੰਦੇ ਦੇ ਬ੍ਰਦਰਸ, ਪਰ ਆਮ ਆਉਂਦਾ ਵੀ ਦੇ ਫਾਦਰ ਐਂਡ ਸਨ। ਦਰਪਣਾ, ਤੁਹਾਨੂੰ ਇਹਨਾਂ ਦੇ ਬਾਰੇ ਪਤਾ ਕਿਹੜੇ ਗੁਰੂ ਸਾਹਿਬ ਤੋਂ ਉਹਨਾਂ ਨੇ ਕੀਰਤਨ ਸ਼ੁਰੂ ਕੀਤਾ? ਸਰ ਕਹਿੰਦੇ ਨੇ ਕਿ ਸੈਕੰਡ ਗੁਰੂ ਤੋਂ ਸ਼ੁਰੂ ਕੀਤਾ ਔਰ ਗੁਰੂ ਅਰਜਨ ਤੱਕ ਕੀਤਾ ਉਹਨਾਂ ਨੇ। 3 ਗੁਰੂ। ਬਿਲਕੁਲ ਠੀਕ ਹੈ ਕਿ ਉਹ ਗੁਰੂ ਅੰਗਦ ਦੇਵ ਜੀ ਦੇ ਵੇਲੇ ਉਹਨਾਂ ਨੇ ਸ਼ੁਰੂ ਕੀਤਾ ਕੀਰਤਨ ਕਰਨਾ, ਔਰ ਗੁਰੂ ਅਰਜਨ ਦੇਵ ਜੀ ਤੱਕ ਗਏ ਨੇ। ਇਹਦੇ ਵਿੱਚ ਵੀ ਫਿਰ ਜਿਸ ਤਰ੍ਹਾਂ ਹੁਣੇ ਮਰਦਾਨੇ ਦੀ ਗੱਲ ਕਰ ਰਿਹਾ ਸੀ ਮੈਂ,
ਇਹਦੇ ਵਿੱਚ ਵੀ ਸਕਾਲਰਸ ਦਾ ਮਤਭੇਦ ਹੈ ਕਿ ਜਿਹੜੀ ਉਹਨਾਂ ਦੀ ਇੱਕ ਕਹਾਣੀ ਆਉਂਦੀ ਹੈ ਜਾਂ ਇੱਕ ਸਾਖੀ ਆਉਂਦੀ ਹੈ ਕਿ ਉਹ ਗੁਰੂ ਸਾਹਿਬ ਨੂੰ ਤਿਲਾਂਜਲੀ ਦੇ ਕੇ ਚਲੇ ਗਏ ਸੀ, ਔਰ ਉਹ ਮੋਸਟ ਪ੍ਰੋਬੇਬਲੀ ਗੁਰੂ ਅਰਜਨ ਤੇ ਇਸ ਕਰਕੇ ਲਾਗੂ ਹੁੰਦੀ ਹੈ ਕਿ ਗੁਰੂ ਅਰਜਨ ਦੇਵ ਜੀ ਜਦੋਂ ਗੁਰੂ ਬਣੇ ਨੇ ਤੇ ਅੰਮ੍ਰਿਤਸਰ ਸਾਹਿਬ ਪਹੁੰਚੇ ਨੇ ਤੇ ਪ੍ਰਿਥੀ ਚੰਦ ਉਹਨਾਂ ਨੂੰ ਹੈਰਸ ਕਰ ਰਿਹਾ ਸੀ। ਪਹਿਲਾਂ ਉਹਨੇ ਅੰਮ੍ਰਿਤਸਰ ਸਾਹਿਬ ਦੇ ਰਸਤੇ ਰੋਕ ਲਏ ਸਨ, ਉੱਥੋਂ ਦੇ ਜਿਹੜੇ ਬਾਹਰੋਂ ਲੋਕੀ ਆਉਂਦੇ ਸਨ ਉਹਨਾਂ ਕੋਲੋਂ ਆਫਰਿੰਗ ਇਕੱਠੀਆਂ ਕਰ ਲੈਂਦਾ ਸੀ। ਉੱਥੇ ਸਾਖੀ ਕਈਆਂ ਨੇ ਲਿਖੀ ਹੈ ਕਿ ਉਹਨੇ ਸੱਤ ਤੇ ਬਲਵੰਡ ਨੂੰ ਵੀ ਉਹਨੇ ਹੀ ਚੁੱਕਿਆ ਸੀ ਕਿ ਤੂੰ ਕੀਰਤਨ ਕਰਦਾ ਤੇ ਉਹਨਾਂ ਕੋਲ ਲੋਕੀ ਆਫਰਿੰਗ ਲੈ ਕੇ ਆਉਂਦੇ ਨੇ, ਤੂੰ ਕੀਰਤਨ ਬੰਦ ਕਰ ਦੇ। ਸੋ ਫਿਰ ਜੋ ਵੀ ਸਾਖੀ ਆ, ਪਰ ਕਈ ਕਹਿੰਦੇ ਨੇ ਇਹ ਜਿਹੜਾ ਸਾਕਾ ਗੁਰੂ ਅੰਗਦ ਦੇ ਵੇਲੇ ਹੋਇਆ, ਕਈ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਦੇ ਵੇਲੇ ਹੋਇਆ। ਫਿਰ ਸੋਲੂਸ਼ਨ ਕੀ ਨਿਕਲੇ ਉਹਦੇ ਬਾਰੇ ਨਵਤੇਜ ਮੈਂ ਸਿਰਫ ਇਹ ਕਹਿਣਾ ਹੁੰਦਾ ਕਿ ਸਾਨੂੰ ਅਗਰ ਅਸੀਂ ਛੱਡ ਦਈਏ ਕਿਹੜੇ ਗੁਰੂ ਦੇ ਵੇਲੇ ਹੋਇਆ, ਸਿਰਫ ਇਹ ਲਈਏ ਸਾਖੀ ਕੀ ਹੈ ਕਿ ਉਹਨਾਂ ਨੇ ਕਿਸੇ ਗੁਰੂ ਨੂੰ ਤਿਲਾਂਜਲੀ ਦਿੱਤੀ ਹੈ ਔਰ ਕੀਰਤਨ ਬੰਦ ਕੀਤਾ, ਪਰ ਉਹਨਾਂ ਨੂੰ ਰੀਅਲਾਈਜੇਸ਼ਨ ਬਾਅਦ ਵਿੱਚ ਹੋ ਗਈ ਕਿ ਸੰਗਤ ਸਾਡੇ ਕਰਕੇ ਨਹੀਂ ਆ ਰਹੀ, ਸੰਗਤ ਸ਼ਬਦ ਤੇ ਗੁਰੂ ਕਰਕੇ ਆ ਰਹੀ ਹੈ। ਰਾਦਰ ਗੁਰੂ ਨੇ ਸਾਨੂੰ ਇੱਕ ਅਪਰਚੁਨਿਟੀ ਦਿੱਤੀ ਹੈ ਕਿ ਅਸੀਂ ਉਹ ਸ਼ਬਦ ਪੜ੍ਹੀਏ। ਐਂਡ ਵੈਨ ਦੇ ਰੀਅਲਾਈਜ਼ ਦਿਸ, ਫਿਰ ਉਹਨਾਂ ਨੇ ਫॉरगिवनेस ਮੰਗੀ ਔਰ ਫਿਰ ਉਹਨਾਂ ਨੇ ਇਹ ਵਾਰ ਉਚਾਰੀ ਤੇ ਗੁਰੂ ਅਰਜਨ ਦੇਵ ਜੀ ਨੇ ਇਹ ਵਾਰ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਕਰਤੀ। ਹੁਣੇ ਕਿਸੇ ਨੇ ਕਿਹਾ ਸੀ ਕਿ ਭੱਟਾਂ ਦੀ ਬਾਣੀ ਵੀ ਹੈ, ਕਿਹਨੇ ਕਿਹਾ? ਨਵਤੇਜ ਤੂੰ ਕਿਹਾ? ਨਵਤੇਜ ਭਾਜੀ ਨੇ। ਕਿੰਨੇ ਭੱਟ ਨੇ? ਆਮ ਤੌਰ ਤੇ ਸੋਚਦਾ ਕਿ 11 ਭੱਟ ਨੇ। ਅੱਛਾ, ਤੁਸੀਂ ਉਸ ਦਿਨ ਇਹ ਵੀ ਕਿਹਾ ਸੀ ਵੀ 11 ਵੀ ਹੋ ਸਕਦੇ ਨੇ, ਕਈ 17 ਵੀ ਕਹਿੰਦੇ ਨੇ, ਕਈ ਕੁਝ ਕਹਿੰਦੇ ਨੇ, ਪਰ ਸਾਹਿਬ ਸਿੰਘ ਨੇ ਸਾਹਿਬ ਸਿੰਘ ਨਹੀਂ, ਅੱਜ ਕਮ ਟੂ ਸਾਹਿਬ ਸਿੰਘ ਜੀ, ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਜਾਓ, ਜਿੱਥੇ ਭੱਟਾਂ ਦੀ ਬਾਣੀ ਖਤਮ ਹੁੰਦੀ ਹੈ ਉੱਥੇ ਥੱਲੇ ਨੰਬਰਸ ਨੇ। ਸਾਹਿਬ ਸਿੰਘ ਜੀ ਨੇ, ਡਾਕਟਰ ਸਾਹਿਬ ਸਿੰਘ ਹੋਰਾਂ ਨੇ ਉਹਨਾਂ ਨੰਬਰਾਂ ਨੂੰ ਲੈ ਕੇ ਐਨਾਲਾਈਜ਼ ਕੀਤਾ ਕਿ ਭੱਟ ਕਿੰਨੇ ਹੋ ਸਕਦੇ ਨੇ, ਤੇ ਫਿਰ ਉਹਨਾਂ ਦੇ ਹਿਸਾਬ ਸਿਰ ਉਹ ਨੰਬਰਾਂ ਨੂੰ ਜੇ ਤੁਸੀਂ ਰਿਲੇਟ ਕਰੋ ਤੇ ਦੇਰ ਵਿਲ ਬੀ ਓਨਲੀ 11 ਭੱਟਸ, ਕਿਉਂਕਿ ਨੰਬਰਾਂ ਦਾ ਰਿਲੇਸ਼ਨਸ਼ਿਪ ਤੇ ਹੈ ਨਾ ਆਥਰਸ ਨਾਲ, ਇਹ ਸ਼ਬਦ ਕਿੰਨੇ ਦੇ ਆ, ਸ਼ਬਦ ਕਿੰਨੇ ਦੇ ਆ। ਕਿਸੇ ਦੋ ਭੱਟ ਐਸੇ ਨੇ ਕੈਲਾਸ਼ ਜੀ ਜਿਨ੍ਹਾਂ ਦੇ ਨਾਂ ਤੁਸੀਂ ਰੋਜ਼ ਲੈਂਦੇ ਹੋ, ਉਹ ਕਿਹੜੇ ਨੇ? ਰਣਜੀਤ ਨੇ ਹੱਥ ਖੜਾ ਕੀਤਾ, ਵਜ਼ੀਰ ਨੇ ਕੀਤਾ, ਮੈਂ ਇਹਨਾਂ ਨੂੰ ਬਹੁਤ ਪੁੱਛਦਾ ਵੀ ਇਹ ਬਹੁਤ ਸਾਰੇ ਜਵਾਬ ਦੇ ਚੁੱਕੇ ਨੇ ਕਿ ਦੋ ਭੱਟ ਨੇ ਜਿਨ੍ਹਾਂ ਦੇ ਨਾਂ ਰੋਜ਼ ਲਏ ਜਾਂਦੇ ਨੇ, ਹਰਮੰਦਰ ਸਾਹਿਬ ਵੀ ਤੇ ਤੁਸੀਂ ਵੀ ਲੈਂਦੇ ਹੋ। ਹੋਰ ਕੌਣ ਕਹਿ ਸਕਦਾ, ਦੱਸ ਸਕਦਾ? ਟਲ ਤੇ ਕੀ ਕੌਣ ਬੋਲ? ਪਾਠ ਕੀਰਤ, ਟਲ ਤੇ ਕੀਰਤ। ਅਸ ਪਾਠ ਕੀਰਤ ਕੀ ਸੋ ਕਹੋ ਟਲ ਗੁਰ ਸੇਵੀਏ। ਹਾਂਜੀ, ਟਲ ਹੋ ਗਿਆ ਇੱਕ। ਇਹ ਕਿਹੜੇ ਗੁਰੂ ਸਾਹਿਬ ਦੇ ਸਈਆਂ ਚਾਹੁੰਦਾ? ਗੁਰੂ ਅੰਗਦ ਦੇਵ ਜੀ। ਅੰਗ ਤੇ ਦੂਸਰਾ ਤੁਸੀਂ ਕਿਹੜਾ ਕਿਹਾ? ਪਾਠ ਕੀਰਤ, ਇੱਕ ਇਹ ਅਰਦਾਸ, ਪਾਠ ਕੀਰਤ ਕੀ। ਇਹ ਕਿਹੜੇ ਗੁਰੂ ਸਾਹਿਬ ਦੇ ਸਈਆਂ ਚਾਹੁੰਦਾ? ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ ਨੇ। ਸੋ ਇਹ ਦੋ ਭੱਟ ਨੇ ਜਿਨ੍ਹਾਂ ਦੇ ਨਾਮ ਤੁਸੀਂ ਰੋਜ਼ ਲੈਂਦੇ ਹੋ। ਇੱਕ ਜਿਹੜਾ ਟਲ ਹੈ ਉਹ ਕਿਹੜੇ ਵੇਲੇ ਲੈਂਦੇ ਹੋ? ਜਦੋਂ ਪ੍ਰਕਾਸ਼ ਹੁੰਦਾ ਹੈ, ਪ੍ਰਕਾਸ਼ ਹੁੰਦਾ ਹੈ ਸਵੇਰੇ, ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਭੀੜ ਖੋਲਦੇ ਨੇ ਹਰਮੰਦਰ ਸਾਹਿਬ, ਉਦੋਂ ਕਹਿੰਦੇ ਨੇ ਸੋ ਕਹੋ ਟਲ ਗੁਰ ਸੇਵੀਏ ਐਨ ਸਹਿਜ ਸੁਭਾਏ ਦਰਸ਼ਨ ਪਰਸੀਏ ਗੁਰੂ ਕੇ। ਦਰਸ਼ਨ ਦੇ ਵੇਲੇ ਫਿਰ ਗੁਰੂ ਗ੍ਰੰਥ ਸਾਹਿਬ ਦੀ ਭੀੜ ਖੋਲਦੇ ਨੇ। ਤੇ ਜਿਹੜੀ ਇੱਕ ਅਰਦਾਸ ਪਾਠ ਕੀਰਤ ਕੀ, ਜਿਹੜਾ ਲਾਸਟ ਪੜ੍ਹਦਾ ਹੈ ਭੱਟਾਂ ਦੇ ਸੋਈਏ, ਉਹ ਇਹ ਲਾਸਟ ਜਿਸ ਵੇਲੇ ਪੜ੍ਹਦਾ ਉਦੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਭੀੜ ਖੋਲੀ ਜਾਂਦੀ ਹੈ। ਸੋ ਇਹ ਚੌਥੀ ਪਾਤਸ਼ਾਹੀ ਦਾ। ਇੱਕ ਹੋਰ ਭੱਟ ਦਾ ਨਾਮ ਦੱਸੋ ਜਿਹਨੇ ਪਹਿਲੀ ਵਾਰੀ ਵਾਹਿਗੁਰੂ ਦਾ ਨਾਮ ਯੂਜ਼ ਕੀਤਾ? ਵਜ਼ੀਰ ਜੀ ਨੇ ਖੜਾ ਕੀਤਾ, ਉਹਨਾਂ ਨੂੰ ਪਤਾ ਹੈ। ਤੂੰ ਦਵਿੰਦਰ ਨਹੀਂ ਬੋਲਣਾ, ਤੂੰ ਦੱਸ ਚੁੱਕੀ ਬਹੁਤ। ਹਾਂ ਨਵਤੇਜ? ਗਿਆਨ। ਉਹ ਭੱਟ ਗਿਆਨ ਦਾ ਜਿਹਨੇ ਵਾਹਿਗੁਰੂ ਦਾ ਨਾਮ ਯੂਜ਼ ਕੀਤਾ ਆਪਣੇ ਸਵਈਆਂ ਵਿੱਚ। ਔਰ ਜੋ ਹਿਸਟਰੀ ਕਹਿੰਦੀ ਹੈ, ਫਿਰ ਉਹਦੇ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਇਹਨੂੰ ਪੋਪੂਲਰਾਈਜ਼ ਕੀਤਾ। ਜਦੋਂ ਉਹਨਾਂ ਨੇ ਖਾਲਸਾ ਸਾਜਿਆ ਤੇ ਉਦੋਂ ਉਹਨਾਂ ਨੇ ਇਹ ਨਾਂ ਯੂਜ਼ ਕੀਤਾ। ਤੇ ਹੁਣ ਤੁਸੀਂ ਦੇਖੋਗੇ
ਕਿ ਮੇਨ ਨਾਂ ਹੀ ਜਿਹੜਾ ਤੁਸੀਂ ਜੇ ਸਿੱਖ ਧਰਮ ਦੇ ਵਿੱਚ ਕਹਿੰਦੇ ਹੋ ਕਿ ਹਰ ਧਰਮ ਦੇ ਵਿੱਚ ਕੋਈ ਉਸ ਅਕਾਲ ਪੁਰਖ ਦਾ ਵਾਹਿਗੁਰੂ ਦਾ ਕੋਈ ਨਾਂ ਹੈ, ਭਾਵੇਂ ਤੁਸੀਂ ਰੋਜ਼ ਆਸਾ ਦੀ ਵਾਰ ਸੁਣਦੇ ਹੋ ਤੇ ਉਹਦੇ ਵਿੱਚ ਇੱਕ ਆਉਂਦਾ ਵਰਡ ਨਾਉ ਤੇਰਾ ਨਿਰੰਕਾਰ ਹੈ। ਉੱਥੇ ਗੁਰੂ ਨਾਨਕ ਸਾਹਿਬ ਨੇ ਇਹ ਵਰਡ ਯੂਜ਼ ਕੀਤਾ ਤੇ ਜੇ ਉਹਦੀ ਤੁਸੀਂ ਲਿਟਰਲ ਟ੍ਰਾਂਸਲੇਸ਼ਨ ਕਰੋ ਤੇ ਉਹਦਾ ਮਤਲਬ ਤਾਂ ਇਹੀ ਹੈ ਨਾ ਕਿ ਤੇਰਾ ਨਾਮ ਨਿਰੰਕਾਰ ਹੈ। ਪਰ ਨਿਰੰਕਾਰ ਤੇ ਅਸੀਂ ਕਦੀ ਯੂਜ਼ ਨਹੀਂ ਕੀਤਾ, ਕਦੀ ਸ਼ਾਇਦ ਜਦੋਂ ਵਾਹਿਗੁਰੂ ਬਹੁਤ ਪਪੂਲਰ ਨਹੀਂ ਸੀ ਨਿਰੰਕਾਰ ਅਸੀਂ ਯੂਜ਼ ਕਰਦੇ ਸੀ। ਤੇ ਇੱਕ ਹੋਰ ਵਰਡ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ, ਬੋਲੋ ਸਤ ਕਰਤਾਰ, ਸਤਨਾਮ ਕਰਤਾਰ, ਬੋਲੋ ਸਤਨਾਮ ਕਰਤਾਰ। ਸੋ ਇਹ ਦੋ ਵਰਡ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਕਦੀ ਕਦੀ ਤੁਹਾਨੂੰ ਕਨਫਿਊਜ਼ ਕਰਦੇ ਨੇ ਕਿ ਵਾਹਿਗੁਰੂ ਦਾ ਨਾਮ ਅਸੀਂ ਇਹਨਾਂ ਤੋਂ ਲੈ ਕੇ ਕਰਨਾ ਕਿ ਹਾਊ ਵੀ ਹੈਵ ਟੂ ਡੂ ਇਟ ਐਨੀਵੇ। ਪਰ ਕਰਤਾਰ ਤਾਂ ਕਰਤਾ ਪੁਰਖ ਪਹਿਲੇ ਕਹਿ ਦਿੱਤਾ ਵੀ ਕ੍ਰੀਏਟਰ ਹੈ ਨਾ। ਨਹੀਂ ਉਹ ਤਾਂ ਠੀਕ ਹੈ, ਵਾਹਿਗੁਰੂ ਕਰਤਾ ਉਹ ਤੇ ਕ੍ਰੀਏਟਰ ਤੇ ਹੈ। ਅੱਜ ਦਾ ਜਿਹੜਾ ਵਾਕ ਹੈ ਉਹ ਗੁਰੂ ਅਮਰਦਾਸ ਦਾ, ਔਰ ਇਹ ਅਸੀਂ ਜਿਹੜਾ ਕੁਐਸਚਨ ਆਨਸਰ ਸੈਸ਼ਨ ਹੈ ਇਹ ਅਸੀਂ ਬੀਬੀ ਪਰਮਜੀਤ ਤੋਂ ਸ਼ੁਰੂ ਕਰਦੇ ਹਾਂ। ਸੋ ਐਂਡ ਦੈਨ ਵੀ ਵਿਲ ਗੋ ਅਰਾਊਂਡ, 5 ਕੁਐਸਚਨ ਸਾਰਿਆਂ ਨੂੰ ਪੁੱਛਾਂਗਾ ਔਰ ਹੋਪਫੁਲੀ ਤੁਸੀਂ ਸਾਰੇ ਠੀਕ ਆਨਸਰ ਦਿਓਗੇ। ਪਰਮਜੀਤ, ਗੁਰੂ ਅਮਰਦਾਸ ਜੀ ਦੀ ਏਜ ਦੱਸ। Age at anointment was 73. ਟੋਟਲ ਏਜ ਗੁਰੂ ਅਮਰਦਾਸ ਦੀ ਕਿੰਨੀ ਸੀ? 95. 95। ਬਬਲੀ, ਉਹ ਗੁਰੂ ਸਾਹਿਬ ਦੇ ਨਾਂ, ਇੱਕ ਕਿਸੇ ਗੁਰੂ ਸਾਹਿਬ ਦਾ ਨਾਮ ਦੱਸ ਜਿਨ੍ਹਾਂ ਦੀ ਏਜ 50 ਤੋਂ ਜ਼ਿਆਦਾ ਸੀ ਗੁਰੂ ਅਮਰਦਾਸ ਤੋਂ ਇਲਾਵਾ। Guru Ramdas ji. ਫੇਲ। Oh, ਦਵਿੰਦਰ, someone. ਇੱਕ ਗੁਰੂ ਦਾ ਨਾਮ ਦੱਸੋ ਜਿਹਦੀ ਏਜ 50 ਤੋਂ ਉੱਤੇ ਸੀ ਸਵਾਏ ਗੁਰੂ ਅਮਰਦਾਸ। ਗੁਰੂ ਨਾਨਕ ਦੇਵ ਜੀ। ਕਿੰਨੀ ਏਜ? ਗੁਰੂ ਨਾਨਕ ਦੇਵ ਜੀ ਏਜ ਬੋਲੋ ਕਿੰਨੀ? 70। ਓਕੇ। ਮਹਿੰਦਰ, ਇੱਕ ਹੋਰ ਗੁਰੂ ਨੇ ਜਿਨ੍ਹਾਂ ਦੀ 3 ਹੀ ਨੇ, ਕੋਈ ਹੋਰ ਨਹੀਂ ਬੋਲੇਗਾ, 3 ਹੀ ਗੁਰੂ ਸਾਹਿਬ ਨੇ ਜਿਹੜੇ ਓਵਰ 50 ਨੇ। ਸੋ ਇੱਕ ਪਰਮਜੀਤ ਨੇ ਦੱਸਿਆ 95 ਗੁਰੂ ਅਮਰਦਾਸ। ਤੇਰੇ ਕੋਲ ਆਵਾਂਗਾ ਬਬਲੀ ਫਿਰ ਪਾਸ ਹੋਣ ਵਾਸਤੇ, ਡੋਂਟ ਵਰੀ। ਔਰ ਇੱਕ ਦਵਿੰਦਰ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਜੀ 70। ਇੱਕ ਮਹਿੰਦਰ ਗੁਰੂ ਹੋਰ ਨੇ ਜਿਹੜੇ ਓਵਰ 50 ਸਨ, ਕਿਹੜੇ ਨੇ? एक बात है जी, ਕਿੰਨੀ ਏਜ? 54 जी। ਬਿਲਕੁਲ ਠੀਕ ਹੈ। ਤੁਹਾਡੀ ਆਵਾਜ਼ ਠੀਕ ਨਹੀਂ ਹੈਗੀ, ਕੁਝ ਕੋਲੋਂ ਗੜਬੜ ਹੈ ਤੁਹਾਡੀ ਆਵਾਜ਼, ਪਰ ਮੈਨੂੰ ਸਮਝ ਗਿਆ ਉਹ ਠੀਕ ਹੈ। ਗੁਰੂ ਤੇਗ ਬਹਾਦਰ 54। ਪਰਮਜੀਤ, ਗੁਰੂ ਅਮਰਦਾਸ ਜੀ ਕਿੰਨੀ ਏਜ ਵਿੱਚ ਗੁਰੂ ਬਣੇ ਸਨ? 73. 73 ਵਿੱਚ ਉਹ ਗੁਰੂ ਬਣੇ ਸਨ। ਵਜ਼ੀਰ ਜੀ, ਗੁਰੂ ਅੰਗਦ ਦੇਵ ਜੀ ਕਿੰਨੀ ਏਜ ਵਿੱਚ ਗੁਰੂ ਬਣੇ ਸੀ? 35। ਬਿਲਕੁਲ ਠੀਕ ਹੈ। ਨਵਤੇਜ, ਕਿੰਨੀ ਏਜ ਵਿੱਚ ਗੁਰੂ ਰਾਮਦਾਸ ਜੀ ਗੁਰੂ ਬਣੇ ਸੀ? 40। ਬਿਲਕੁਲ ਠੀਕ ਹੈ। ਕੈਲਾਸ਼, ਕਿੰਨੀ ਏਜ ਵਿੱਚ ਗੁਰੂ ਅਰਜਨ ਗੁਰੂ ਬਣੇ ਸੀ? Guru Arjan Dev Ji was very young. He was only 18. ਓਕੇ। ਸਿਮਰਤ ਕੁਝ ਦੱਸੇਂਗੀ ਕਿ ਪਾਸ ਕरेंगे? ਚਲ ਪਾਸ ਕਰ ਦੇ, ਕੋਈ ਹਰਜ ਨਹੀਂ। ਦਰਪਨਾ, ਕਿੰਨੀ ਏਜ ਵਿੱਚ ਗੁਰੂ ਹਰਗੋਬਿੰਦ ਗੁਰੂ ਬਣੇ ਸੀ? At the age of 11. 11। ਓਕੇ। ਮਹਿੰਦਰ, ਕਿੰਨੀ ਏਜ ਵਿੱਚ ਗੁਰੂ ਹਰ ਰਾਏ ਗੁਰੂ ਬਣੇ ਸੀ? 12 जी। ਗੁਰਦੀਪ, 14 14 ਸਾਲ ਵਿੱਚ। 14। ਮਹਿੰਦਰ, ਕਿੰਨੀ ਏਜ ਵਿੱਚ ਗੁਰੂ ਹਰਕ੍ਰਿਸ਼ਨ ਗੁਰੂ ਬਣੇ ਸੀ? 5 साल जी। 5 ਠੀਕ ਹੈ। ਬਬਲੀ, ਕਿੰਨੀ ਏਜ ਵਿੱਚ ਗੁਰੂ ਤੇਗ ਬਹਾਦਰ ਗੁਰੂ ਬਣੇ ਸੀ? Pass. ਮੈਨੂੰ ਨਹੀਂ ਯਾਦ ਆ ਰਿਹਾ। ਓਕੇ। ਦਵਿੰਦਰ, 43। 43 is correct. And last is Kailash, ਕਿੰਨੀ ਏਜ ਵਿੱਚ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣੇ ਸੀ? He was only 9. 9। ਓਕੇ। ਪਰਮਜੀਤ, ਗੁਰੂ ਅਮਰਦਾਸ ਜੀ ਦਾ ਗੁਰੂ ਪੀਰੀਅਡ ਕਿੰਨੀ ਦੇਰ ਦਾ ਸੀ? 22 years. 22 ਸਾਲ। 22 ਦਾ ਕੁਝ ਹੋਰ ਵੀ ਕਿਸੇ ਗੁਰੂ ਦਾ ਤਲਕ ਹੈ, ਉਹ ਕੀ ਹੈ? ਹਾਂਜੀ, ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ ਸੀ 22 ਸਾਲ ਦੀ। ਬਿਲਕੁਲ ਠੀਕ ਹੈ। 22 ਨੰਬਰ 2 ਹੈ। 22 ਦੋ ਜਗ੍ਹਾ ਇੰਪੋਰਟੈਂਟ ਹੈ।
ਇੱਕ ਤੇ ਹੈ ਕਿ ਗੁਰੂ ਅਮਰਦਾਸ ਜੀ ਦਾ ਗੁਰੂ ਪੀਰੀਅਡ ਜਿਹੜਾ 22 ਹੈ ਔਰ ਗੁਰੂ ਰਾਮਦਾਸ ਜੀ ਦਾ ਸਰਵਿਸ ਪੀਰੀਅਡ ਸੇਵਾ ਦਾ ਪੀਰੀਅਡ 22 ਹੈ। ਨਵਤੇਜ, ਗੁਰੂ ਹਰਕ੍ਰਿਸ਼ਨ ਜੀ ਸਿਰਫ 3 ਸਾਲ ਗੁਰੂ ਰਹੇ ਨੇ। 5 ਸਾਲ ਦੀ ਏਜ 'ਚ ਗੁਰੂ ਬਣੇ, 8 ਸਾਲ ਦੀ ਗੁਰੂ ਉਮਰ 'ਚ ਜੋਤੀ ਜੋਤ ਸਮਾ ਗਏ। ਉਹਨਾਂ ਤੋਂ ਬਾਅਦ ਕਿਹੜਾ ਗੁਰੂ ਹੈ ਜਿਹਦੀ ਗੁਰੂ ਪੀਰੀਅਡ ਬਹੁਤ ਥੋੜਾ ਹੈ? ਗੁਰੂ ਰਾਮਦਾਸ ਜੀ ਉਹਨਾਂ ਦਾ 7 ਸਾਲ ਸੀ ਉਹਨਾਂ ਦੀ service। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਇਹਦੇ ਬਾਅਦ ਸੋ ਪਹਿਲਾਂ ਆ ਗਿਆ 3 ਤੇ ਫਿਰ ਆ ਗਿਆ 11 ਫਿਰ ਆ ਗਿਆ 7। ਵੀਰ ਜੀ ਨੇ ਹੱਥ ਖੜਾ ਕੀਤਾ ਕਿ ਨਹੀਂ? ਪੁੱਛ ਲਓ। ਅੱਛਾ ਚਲੋ, 7 ਤੋਂ ਬਾਅਦ ਦੱਸੋ ਨੈਕਸਟ ਕੀ ਹੈ? ਲੋਰ ਕਿਹੜੇ ਗੁਰੂ ਦੀ ਗੁਰੂ ਪੀਰੀਅਡ ਥੋੜਾ? 11 ਸਾਲ ਗੁਰੂ ਤੇਗ ਬਹਾਦਰ। ਬਸ ਠੀਕ ਹੈ, ਇੰਨਾ ਬਹੁਤ ਹੈ। ਸੋ ਅਸੀਂ 3, 7 ਤੇ 11 ਦੀ ਗੱਲ ਕਰਦੇ ਹਾਂ। 3 ਗੁਰੂ ਹਰਕ੍ਰਿਸ਼ਨ, 7 ਗੁਰੂ ਰਾਮਦਾਸ ਤੇ 11 ਗੁਰੂ ਤੇਗ ਬਹਾਦਰ ਜੀ। ਇਹ ਬਹੁਤ ਥੋੜੀ ਇਹਨਾਂ ਦੀ ਕੰਪੈਰੀਟਿਵਲੀ ਬਹੁਤ ਥੋੜੀ ਗੁਰੂਸ਼ਿਪ ਪੀਰੀਅਡ ਹੈ। ਗੁਰੂ ਨਾਨਕ ਦੇਵ ਜੀ ਦਾ ਤੁਸੀਂ ਕਹਿੰਦੇ ਨਾ ਸਾਰਾ ਜੀਵਨ ਹੀ ਗੁਰੂ ਪੀਰੀਅਡ ਹੈ। ਬਬਲੀ ਤੂੰ ਇਹ ਫਿਰ ਦੱਸ ਸਕਦੀ ਹੈ? ਬਹੁਤ ਆਸਾਨ ਕੁਐਸਚਨ ਹੈ। ਗੁਰੂ ਨਾਨਕ ਸਾਹਿਬ ਦਾ ਤੇ ਸਾਰਾ ਜੀਵਨ ਹੀ ਗੁਰੂ ਪੀਰੀਅਡ ਹੈ। ਸਾਰਾ ਗੁਰੂ ਪੀਰੀਅਡ, ਹਾਂਜੀ। ਹੋਰ ਕਿਹੜਾ ਗੁਰੂ ਹੈ ਜਿਹਦਾ ਗੁਰੂ ਪੀਰੀਅਡ ਸਭ ਤੋਂ ਜ਼ਿਆਦਾ ਔਰ ਕਿੰਨਾ ਹੈ? ਪਰਮਜੀਤ ਨੂੰ ਪਤਾ ਹੈ, ਗੁਰਦੀਪ ਨੂੰ ਪਤਾ ਹੈ, ਦੋਨੋਂ ਨੇ ਹੱਥ ਖੜੇ ਕੀਤੇ ਨੇ। ਵਜ਼ੀਰ ਨੂੰ ਪਤਾ, ਨਵਤੇਜ ਨੂੰ, ਕੈਲਾਸ਼। Guru Har Gobind Ji was a guru for 38 years. ਉਹ 11 ਸਾਲ ਦੀ ਉਮਰ 'ਚ ਗੁਰੂ ਬਣੇ ਨੇ ਔਰ ਸੌਰੀ 11 ਸਾਲ ਦੀ ਉਮਰ 'ਚ ਗੁਰੂ ਬਣੇ ਨੇ। 49 ਵਿੱਚ ਜੋਤੀ ਜੋਤ ਸਮਾਏ ਨੇ। ਸੋ 38 ਉਹਨਾਂ ਦੀ ਗੁਰੂਸ਼ਿਪ ਪੀਰੀਅਡ। ਗੁਰੂ ਵਾਈਫਸ ਬਾਰੇ ਗੱਲ ਕਰਦੇ ਹਾਂ। ਕਈ ਹਿਸਟੋਰੀਅਨਸ ਨੇ, ਅੱਜ ਮੈਂ ਬੜੀ ਅਜੀਬ ਇੱਕ ਆਰਟੀਕਲ ਪੜ੍ਹ ਰਿਹਾ ਸੀ, ਕਿਉਂਕਿ ਉਹ ਮੇਨ ਸਟ੍ਰੀਮ ਦੇ ਵਿੱਚ ਉਹ ਗੱਲ ਨਹੀਂ ਆਉਂਦੀ, ਸੋ ਅਸੀਂ ਉਹਨੂੰ ਜ਼ਿਆਦਾ ਜ਼ੋਰ ਨਹੀਂ ਦੇ ਸਕਦੇ। ਪਰ ਸ਼ਾਇਦ ਤੁਹਾਡੇ ਵਿੱਚੋਂ, ਕਿਉਂਕਿ ਵਜ਼ੀਰ ਉਹਨਾਂ ਨੇ ਬਹੁਤ ਕੁਝ ਪੜ੍ਹਿਆ ਹੁੰਦਾ, ਜਾਂ ਜੇ ਕਿਸੇ ਹੋਰ ਨੇ ਪੜ੍ਹਿਆ, ਕਿ ਗੁਰੂ ਹਰ ਰਾਏ ਸਾਹਿਬ, ਗੁਰੂ ਰਾਏ ਸਾਹਿਬ ਦੀ ਕਿਹੜੀ ਵਾਈਫ ਹੈ ਪਰਮਜੀਤ? ਮਾਤਾ ਕ੍ਰਿਸ਼ਨ ਕੌਰ। ਸੋ ਤੁਸੀਂ ਕਹਿੰਦੇ ਹੋ ਮਾਤਾ ਕ੍ਰਿਸ਼ਨ ਕੌਰ ਉਹਨਾਂ ਦੀ ਵਾਈਫ ਹੈ, ਜਿਹਨੂੰ ਮਾਤਾ ਸੁਲੱਖਣੀ ਵੀ ਕਹਿੰਦੇ ਸੀ। ਪਰ ਅੱਜ ਦੇ ਇੱਕ ਆਰਟੀਕਲ ਮੈਂ ਪੜ੍ਹ ਰਿਹਾ ਸਾਂ ਕਿ ਇੱਕ ਜਿਹੜਾ ਵੀ ਕੋਈ ਗੁਰਸਿੱਖ ਉਹਨਾਂ ਦੇ ਕੋਲ ਆਇਆ, ਉਹਦੀਆਂ 7 ਬੇਟੀਆਂ ਸੀ ਔਰ ਉਹਨਾਂ ਦੇ 7 ਦੀਆਂ 7 ਬੇਟੀਆਂ ਦਾ ਵਿਆਹ ਗੁਰੂ ਹਰ ਰਾਏ ਨਾਲ ਕਰਤਾ ਸੀ। ਨਵਤੇਜ ਦੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਅਸੀਂ ਹਿਸਟੋਰੀਕਲ ਨਹੀਂ ਮੰਨ ਸਕਦੇ, ਲੇਕਿਨ ਤੁਹਾਨੂੰ ਪਤਾ ਹੈ ਕਿ ਸੰਤ ਮਹਾਤਮਾ ਹੋਰ ਬਹੁਤ ਕੁਝ ਐਸੀਆਂ ਚੀਜ਼ਾਂ ਵੀ ਲਿਖਦੇ ਨੇ ਜਿਹੜੀਆਂ ਤੁਹਾਡੀ ਸਮਝ ਤੋਂ ਵੀ ਬਾਹਰ ਹੁੰਦੀਆਂ। ਜਿਸ ਤਰ੍ਹਾਂ ਕਈਆਂ ਨੇ ਇਹ ਵੀ ਲਿਖਿਆ ਕਿਧਰੇ ਕਿ ਗੁਰੂ ਨਾਨਕ ਸਾਹਿਬ ਜਦੋਂ ਮਿਡਲ ਈਸਟ ਗਏ ਨੇ ਤੇ ਉੱਥੇ ਕਿਸੇ ਮੁਸਲਮਾਨ ਔਰਤ ਨੇ ਵੀ ਉਹਨਾਂ ਦੇ ਨਾਲ ਸ਼ਾਦੀ ਕਰਨ ਨੂੰ ਪੈਗਾਮ ਦਿੱਤਾ, ਜਾਂ ਕਈਆਂ ਨੇ ਤੇ ਲਿਖਿਆ ਕਿ ਉਹਨਾਂ ਸ਼ਾਦੀ ਕੀਤੀ ਆ, ਜਿਹੜੀ ਕਿ ਐਕਚੁਅਲੀ ਕੈਟਾਗੋਰੀਕਲੀ ਤੁਸੀਂ ਡਿਨਾਈ ਕਰ ਸਕਦੇ ਹੋ। ਕਈ ਕਹਿੰਦੇ ਨੇ ਕਿ ਕਈ ਲਿਖਦੇ ਨੇ ਕਿ ਜੀਸਸ ਕ੍ਰਾਈਸਟ ਦਾ ਜਨਮ ਕਸ਼ਮੀਰ ਵਿੱਚ ਹੈ। ਹੁਣ ਲਿਖਣ ਵਾਲਾ ਤਾਂ ਕੁਝ ਵੀ ਲਿਖ ਸਕਦਾ ਨਾ, then you have to immediately cancel and discharge it, ਵੀ ਇਹ ਗਲਤ ਹੈ। ਇਸੇ ਤਰ੍ਹਾਂ ਹੀ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਗੁਰੂ ਹਰ ਰਾਏ ਸਾਹਿਬ ਦੀ ਸਿਰਫ ਇੱਕ ਵਾਈਫ ਹੈ, ਉਹਦਾ ਨਾਮ ਮਾਤਾ ਕ੍ਰਿਸ਼ਨ ਕੌਰ ਹੈ, ਜਾਂ ਉਹਨੂੰ ਸੁਲੱਖਣੀ ਵੀ ਕਹਿੰਦੇ ਸਨ। ਤੇ ਬਾਕੀ ਜਿਹੜੀ ਵੀ ਕਿਸੇ ਨੇ ਸਾਖੀ ਲਿਖੀ ਹੈ, ਉਹਨਾਂ ਤੁਹਾਨੂੰ ਕੈਟੇਗੋਰੀਕਲੀ ਉਹਨੂੰ ਰਿਜੈਕਟ ਕਰਨ ਦੀ ਲੋੜ ਹੈ। ਕਹਿੰਦੇ ਸੀ ਕਿ ਗੁਰੂ ਅਰਜਨ ਦੇਵ ਜੀ ਦੇ ਵੀ ਪਹਿਲੀ ਵਾਈਫ ਉਹਨਾਂ ਦੀ ਡੈਥ ਹੋ ਗਈ ਸੀਗੀ। ਹਾਂਜੀ, ਉਹ ਹਿਸਟਰੀ ਵਿੱਚ ਆਉਂਦਾ ਹੈ, ਲੇਕਿਨ ਅਗੇਨ ਮੇਨ ਸਟ੍ਰੀਮ ਹਿਸਟਰੀ ਵਿੱਚ ਸਿਰਫ ਮਾਤਾ ਗੰਗਾ ਦਾ ਹੀ ਨਾਂ ਆਉਂਦਾ, ਕਿਉਂਕਿ ਪਹਿਲੀ ਜਿਹੜੀ ਉਹਨਾਂ ਦੀ ਵਾਈਫ ਹੈ, ਉਹ ਕਹਿੰਦੇ ਨੇ ਬਹੁਤ ਛੋਟੇ ਸਨ ਜਦੋਂ ਉਹਨਾਂ ਦੇ ਗ੍ਰੈਂਡਫਾਦਰ ਨੇ ਵਿਆਹ ਕਰਤਾ ਸੀ, ਔਰ ਉਹ ਛੋਟੀ ਏਜ ਵਿੱਚ ਹੀ, ਕਈ ਉਹਨਾਂ ਦਾ ਨਾਮ ਰਾਮਦੇਈ ਲਿਖਦੇ ਨੇ, ਕਈ ਰਾਮਦੇਵੀ ਲਿਖਦੇ ਨੇ,
ਉਹਨਾਂ ਦੀ ਡੈਥ ਹੋ ਗਈ ਸੀ, ਇਸ ਕਰਕੇ ਮਾਤਾ ਗੰਗਾ ਦਾ ਹੀ ਮੇਨ ਨਾਂ ਲਿਆ ਜਾਂਦਾ। ਓਕੇ, ਬਬਲੀ ਤੂੰ ਜਵਾਬ ਦੇਂਗੀ ਸਾਰੀਆਂ ਵਾਈਫਸ ਦਾ ਕਿ ਮੈਂ ਕਿਸੇ ਹੋਰ ਨੂੰ ਪੁੱਛਾਂ? ਕਿਦਾ ਕਿਸੇ ਹੋਰ ਨੂੰ ਪੁੱਛ ਲਓ, ਸੌਰੀ ਆਮ ਨਾਟ ਵਿਦ ਇਟ। ਦੱਸ ਲੋ। ਨਹੀਂ, ਡੂ ਯੂ ਵॉलंटियर ਕਿ ਤੂੰ ਸੁਣੇਂਗੇ? ਆਈ ਪਾਸ, ਸੌਰੀ। ਵੈਲ ਡਨ। ਇਹ ਕਿੰਨਾ ਕਮਾਲ ਹੋਣੇ, ਕਹਿੰਦੀ ਆਈ ਪਾਸ ਬਿਨਾਂ ਦੇਖੇ ਹੀ, ਮੇਰਾ ਕੁਐਸਚਨ ਸੁਣਿਆ ਪਾਸ ਹੋ ਗਿਆ। ਗੁਰਦੀਪ, ਡਾਕਟਰ ਸਾਹਿਬ। ਮਾਤਾ ਗੁਰੂ ਨਾਨਕ ਸਾਹਿਬ ਜੀ ਦੀ ਵਾਈਫ। ਮਾਤਾ ਸੁਲੱਖਣੀ ਜੀ। ਗੁਰੂ ਅੰਗਦ ਦੇਵ ਜੀ ਦੀ ਵਾਈਫ। ਮਾਤਾ ਖੀਵੀ ਜੀ। ਗੁਰੂ ਅਮਰਦਾਸ ਦੀ ਵਾਈਫ। ਮਾਤਾ ਮਨਸਾ ਦੇਵੀ ਜੀ। ਗੁਰੂ ਰਾਮਦਾਸ ਜੀ ਦੀ ਵਾਈਫ। ਮਾਤਾ ਭਾਨੀ ਜੀ। ਗੁਰੂ ਅਰਜਨ ਦੇਵ ਜੀ ਦੀ ਵਾਈਫ। ਮਾਤਾ ਗੰਗਾ ਜੀ। ਗੁਰੂ ਹਰਗੋਬਿੰਦ। ਮਾਤਾ ਨਾਨਕੀ ਜੀ। ਮਾਤਾ ਦਮੋਦਰੀ ਤੇ ਮਾਤਾ ਮਹਾਦੇਵ ਦਾ ਵੀ ਨਾਮ ਵੀ ਹੁੰਦਾ ਹੈ, ਕਿਉਂਕਿ ਮਾਤਾ ਦਮੋਦਰੀ ਦੇ ਜਿਹੜੇ ਬੇਟੇ ਨੇ ਬਾਬਾ ਗੁਰਦਿੱਤਾ ਨੇ, ਉਹ ਬਾਬਾ ਗੁਰਦਿੱਤਾ ਜੀ ਦਾ ਇੰਪੋਰਟੈਂਟ ਫਿਗਰ। ਉਹ ਠੀਕ ਹੈ, ਨਾਨਕੀ ਜੀ ਕਿਉਂਕਿ ਗੁਰੂ ਤੇਗ ਬਹਾਦਰ ਨੇ, ਇਸ ਕਰਕੇ ਉਹਨਾਂ ਦਾ ਨਾਮ ਜ਼ਿਆਦਾ ਇੰਪੋਰਟੈਂਟ ਹੁੰਦਾ। ਵਜ਼ੀਰ ਜੀ, ਗੁਰੂ ਹਰਰਾਏ ਸਾਹਿਬ ਕ੍ਰਿਸ਼ਨ। ਗੁਰੂ ਤੇਗ ਬਹਾਦਰ। ਮਾਤਾ ਗੁਜਰੀ। ਗੁਰੂ ਗੋਬਿੰਦ ਸਿੰਘ ਜੀ। 3 ਵਾਈਫਸ, ਮਾਤਾ ਜੀਤੋ, ਸੁੰਦਰੀ ਤੇ ਸਹਿਦੇਵਾ। ਉਹ ਵੀ ਜਿਹੜਾ ਆਰਟੀਕਲ ਮੈਂ ਪੜ੍ਹ ਰਿਹਾ ਤੁਹਾਡੇ ਲਈ ਪੜ੍ਹਦਾ ਹੁੰਨਾ, ਕਿ ਉੱਥੇ ਵੀ ਉਹੀ ਲਿਖਿਆ ਜੋ ਅਸੀਂ ਕਦੀ ਕਦੀ ਕਲਾਸ 'ਚ ਡਿਸਕਸ ਕਰਦੇ ਹਾਂ, ਕਿ ਮਾਤਾ ਜੀਤੋ ਦਾ ਸਹੁਰਾ ਨਾਮ ਸੁੰਦਰੀ ਸੀ, ਪਰ ਜਦੋਂ ਤੁਸੀਂ ਬੱਚਿਆਂ ਦੀ ਪੈਦਾਇਸ਼ ਦੇ ਬਾਰੇ ਖੋਜ ਕਰਦੇ ਹੋ ਨਾ, ਤੇ ਫਿਰ ਤੁਹਾਨੂੰ ਲੱਗਦਾ ਨਹੀਂ, ਇਹ 3 ਨਾਂ ਹੀ ਨੇ, 3 ਹੀ ਨਾਂ ਨੇ। ਸੋ ਤੁਸੀਂ, ਔਰ ਕੋਈ ਹਰਜ ਨਹੀਂ, ਕੋਈ ਸ਼ਰਮ ਕਾਹਦੀ ਹੈ ਦਿੱਤੀ ਜੇ ਉਹਨਾਂ ਦੇ 3 ਵਾਈਫ ਸਨ। ਇਟ ਇਜ਼ ਕੋਈ, ਉਹ ਕਹਿੰਦੇ ਕਿ ਇਹ ਸਾਡਾ ਆਪਣਾ ਨਜ਼ਰੀਆ ਗਲਤ ਹੈ, ਕਿ ਸਾਨੂੰ ਲੱਗਦਾ ਵੀ ਇਹ ਅਸੀਂ ਇੰਝ ਨਾ ਕਹੀਏ। ਚਲੋ, ਜਿਨ੍ਹਾਂ ਨੂੰ ਇਹ ਸੂਟ ਕਰਦਾ ਹੋਏ ਇਹ ਕਹਿ ਲੈਣ ਕਿ ਮਾਤਾ ਜੀਤੋ ਜੀ ਬਹੁਤ ਬਿਊਟੀਫੁਲ ਸਨ, ਤਾਂ ਉਹਨਾਂ ਦਾ ਸਹੁਰਾ ਨਾਂ ਉਹਨਾਂ ਸੁੰਦਰੀ ਰੱਖ ਦਿੱਤਾ ਸੀ। ਤੇ ਮਾਤਾ ਸਾਹਿਬ ਦੇਵਾਂ ਨੂੰ ਜਦੋਂ ਵੀ ਉਹਨਾਂ ਦੇ ਫਾਦਰ ਲੈ ਕੇ ਆਏ ਸਨ, ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ ਕਿ ਮੇਰੀ ਆਲਰੇਡੀ ਸ਼ਾਦੀ ਹੋ ਚੁੱਕੀ ਹੈ, ਮੈਂ ਸ਼ਾਦੀ ਨਹੀਂ ਕਰ ਸਕਦਾ, ਪਰ ਤੁਸੀਂ ਇਹਨਾਂ ਨੂੰ ਇੱਥੇ ਅਨੰਦਪੁਰ ਸਾਹਿਬ ਛੱਡ ਦਿਓ, ਇੱਥੇ ਰਹਿ ਸਕਦੇ ਨੇ ਉਹ। ਤੇ ਉਹਦੇ ਫਾਦਰ ਨੇ ਇਹ ਸ਼ੰਕਾ ਕੀਤੀ ਸੀ ਕਿ ਜੇ ਤੁਸੀਂ ਵਿਆਹ ਨਹੀਂ ਕਰੋਗੇ ਤੇ ਮੇਰੀ ਬੇਟੀ ਦੀ ਅੱਗੋਂ ਔਲਾਦ ਨਹੀਂ ਹੋਏਗੀ। ਤੇ ਗੁਰੂ ਗੋਬਿੰਦ ਸਿੰਘ ਨੇ ਕਿਹਾ, ਹੁਣੇ ਵੀ ਸਾਖੀ ਹੈ, ਠੀਕ ਹੈ ਜਾਂ ਸੱਚ ਹੈ, ਕਿ ਮੈਂ ਇਹਨਾਂ ਨੂੰ ਉਹਨਾਂ ਬੱਚਿਆਂ ਦੀ ਮਾਂ ਬਣਾ ਦਿਆਂਗਾ ਕਿ ਇਹਨਾਂ ਦਾ ਜਿਹੜਾ ਨਾਂ ਹੈ ਉਹ ਹਿਸਟਰੀ ਵਿੱਚ ਅਮਰ ਹੋ ਜਾਏਗਾ। ਔਰ ਉਹ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਗੁਰੂ ਗੋਬਿੰਦ ਸਿੰਘ ਇਜ਼ ਦੀ ਫਾਦਰ ਆਫ ਖਾਲਸਾ, ਤੇ ਮਾਤਾ ਸਾਹਿਬ ਦੇਵਾਂ ਨੂੰ ਤੁਸੀਂ ਕਹਿੰਦੇ ਹੋ ਮਾਤਾ ਆਫ ਖਾਲਸਾ, ਮਦਰ ਆਫ ਖਾਲਸਾ। ਸੋ ਉਹਨਾਂ ਨੇ ਖਾਲਸੇ ਦੀ ਮਾਂ ਬਣਾਤਾ। ਫਿਰ ਤੁਹਾਨੂੰ ਪਤਾਸਿਆਂ ਵਾਲੀ ਸਾਖੀ ਵੀ ਆਉਂਦੀ ਹੈ ਕਿ ਉਹਨਾਂ ਨੇ ਪਤਾਸੇ ਜਿਹੜੇ ਸਨ ਉਹ ਅੰਮ੍ਰਿਤ ਦੇ ਵਿੱਚ ਪਾਏ ਸਨ, ਤੇ ਕਈ ਕਹਿੰਦੇ ਨੇ ਉਸ ਵੇਲੇ ਗੁਰੂ ਸਾਹਿਬ ਨੇ ਉਹਨਾਂ ਨੂੰ ਖਾਲਸੇ ਦੀ ਮਾਂ ਕਿਹਾ। ਪਰ ਐਨੀਵੇ ਇਟ ਇਜ਼। ਅਗਲਾ ਕੁਐਸਚਨ ਬਹੁਤ ਆਸਾਨ ਹੈ, ਬਬਲੀ ਤੂੰ ਦੱਸ ਸਕਦੀ ਹੈ, ਹੁਣ ਕੁਛ ਤੇ ਦੱਸੇਗੀ ਨਾ, ਸਾਰੀ ਦੁਨੀਆ ਦੇਖ ਰਹੀ ਤੁਹਾਨੂੰ। ਹੋ ਗਈ ਹੈ ਕੰਪੋਜੀਸ਼ਨਸ, ਇਹ ਤੁਹਾਨੂੰ ਪਤਾ, ਗੁਰੂ ਨਾਨਕ ਸਾਹਿਬ ਦੀਆਂ ਕੰਪੋਜੀਸ਼ਨ। ਉਹਨਾਂ ਦੀਆਂ 6, 7, 9 ਉਹੀ ਪੁੱਛ ਰਹੇ ਹੋ ਨਾ? ਗੁਰੂ ਨਾਨਕ ਸਾਹਿਬ ਦੀ ਕੰਪੋਜੀਸ਼ਨ ਆਈ ਤੋਂ ਮੇਰੇ ਖਿਆਲ ਸੌਰੀ, ਰਾਤੀ ਠੀਕ ਸੁੱਤੀ ਨਹੀਂ ਲੱਗਦੀ। ਹਾਂ, ਗੁਰੂ ਨਾਨਕ ਸਾਹਿਬ ਦੀਆਂ ਟੋਟਲ ਕੰਪੋਜੀਸ਼ਨ। ਦਿਮਾਗ ਨਹੀਂ ਆ ਮੇਰਾ। ਕੋਈ ਗੱਲ ਨਹੀਂ, ਚਲ ਮਿੰਦਰ ਨੇ ਵੀ ਹੱਥ ਖੜਾ ਕੀਤਾ। ਹਾਂਜੀ, 974 ਹੈ ਜੀ ਗੁਰੂ ਨਾਨਕ। 974 ਗੁਰੂ ਅੰਗਦ। ਗੁਰੂ ਅੰਗਦ ਦੇ ਸ਼ਲੋਕ ਹੈ ਜੀ 63। ਗੁਰੂ ਅਮਰਦਾਸ। ਅਮਰਦਾਸ ਜੀ ਦਾ 907 ਹੈ ਜੀ। ਓਕੇ, ਗੁਰੂ ਰਾਮਦਾਸ। ਉਹਦੇ 679 ਹੈ ਜੀ। ਬਿਲਕੁਲ ਠੀਕ ਹੈ। ਐਂਡ ਗੁਰੂ ਅਰਜਨ। ਅਰਜਨ ਜੀ ਦਾ 2218। 974 63 907 679 2218। ਇਹ ਤੁਸੀਂ ਹਮੇਸ਼ਾ ਨਾ ਲਿਖਿਆ ਕਰੋ ਅਕੋਰਡਿੰਗ ਟੂ 1 ਕਾਊਂਟ। ਇਹ ਕੈਲਕੂਲੇਸ਼ਨ ਹੈ, ਕਈਆਂ ਨੇ ਡਿਫਰੈਂਟ ਵੀ ਕੈਲਕੂਲੇਟ ਇਹਨਾਂ ਨੂੰ ਕੀਤਾ ਹੋਇਆ। ਐਂਡ ਗੁਰੂ ਤੇਗ ਬਹਾਦਰ ਕੈਲਾਸ਼ 115। ਬਿਲਕੁਲ ਠੀਕ ਹੈ, ਗੁਰੂ ਤੇਗ ਬਹਾਦਰ ਜੀ ਦੀ 115 ਨੇ। ਓਕੇ, ਦੋ ਕਰਤਾਰਪੁਰਾਂ ਦੇ ਨਾਂ ਆਉਂਦੇ ਨੇ ਗੁਰਦੀਪ। 2 ਕਰਤਾਰਪੁਰ ਨੇ ਸਿੱਖ ਹਿਸਟਰੀ ਵਿੱਚ। ਦੋਨਾਂ ਕਰਤਾਰਪੁਰ ਦੀ ਇੰਪੋਰਟੈਂਸ ਦੱਸੋ।
ਪਹਿਲਾਂ ਉਹਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਤਾਲੁਕ ਆ, ਉੱਥੇ ਜਿੱਥੇ ਉਹਨੇ 11 ਸਾਲ ਆਪਣੀ ਜ਼ਿੰਦਗੀ ਬਿਤਾਈ ਸੀਗੀ at the end of their life। ਦੂਜਾ ਕਰਤਾਰਪੁਰ ਜਿਹੜਾ ਗੁਰੂ ਅਰਜਨ ਦੇ ਗੁਰੂ 11 ਸਾਲ ਤੇ ਨਹੀਂ ਸੀ, ਪਰ ਉਹਨਾਂ ਨੇ ਲਾਸਟ ਟਾਈਮ ਉੱਥੇ ਆਪਣਾ ਜੀਵਨ ਬਿਤਾਇਆ ਤੇ ਜੋਤੀ ਜੋਤ ਵੀ ਜਿੱਥੇ ਉਹ ਸਮਾਏ ਨੇ ਹਾਂਜੀ ਮੇਨ ਤੇ ਉਹਦੀ ਇੰਪੋਰਟੈਂਸ ਇਹ ਹੈ। ਦੂਸਰਾ ਕਰਤਾਰਪੁਰ ਗੁਰੂ ਅਰਜਨ ਜੀ ਨਾਲ ਤਾਲੁਕ ਹੈ ਉਹਦਾ। ਮੈਨੂੰ ਪੁੱਛ ਰਹੇ ਹੋ ਕਿ ਆਪ ਦੱਸ ਰਹੇ ਹੋ? I'm telling you, ਡਾਕਟਰ ਸਾਹਿਬ। ਓਕੇ, ਕੌਣ ਦੱਸੇਗਾ? ਨਵਤੇਜ। ਉਹ ਸ਼ਹਿਰ ਜਿਹੜਾ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀਗਾ। ਹੋਰ ਇੰਪੋਰਟੈਂਟ ਦੱਸੋ। ਦਰਪਨਾ ਤੇਰਾ ਬੰਦ ਹੈ, ਅਨਮਿਊਟ ਕਰ। ਹਾਂ ਨਹੀਂ ਸਰ, I don't remember, but I think some guru got married there. I'm not sure. ਇਹ ਤੇ ਠੀਕ ਹੈ, ਬਟ ਯੂ ਹੈਵ ਟੂ ਟੈਲ ਕਿਹੜੇ ਗੁਰੂ। ਵਜ਼ੀਰ ਜੀ। Guru Gobind Singh? ਨਹੀਂ 6ਵੇਂ ਗੁਰੂ ਦੇ ਗੁਰੂ ਹਰਗੋਬਿੰਦ ਉੱਥੇ ਸ਼ਾਦੀਆਂ ਹੋਈਆਂ ਨੇ। ਕਿਹੜੇ ਗੁਰੂ ਕਿਹਾ ਤੁਸੀਂ? ਨਹੀਂ ਇਹ ਉੱਥੇ ਸ਼ਾਦੀ ਹੋਈ ਹੈ ਜੀ ਗੁਰੂ ਹਰਗੋਬਿੰਦ ਦੇ ਬੱਚਿਆਂ ਦੀ। ਹਾਂ ਨਾਂ ਦੱਸੋ ਨਾ। ਗੁਰੂ ਤੇਗ ਬਹਾਦਰ ਦੀ। ਹਾਂਜੀ। ਮਹਾਦੇਵ। ਨਾ ਪਰਮਜੀਤ ਹੈਲਪਰ। ਬਾਬਾ ਗੁਰਦਿੱਤਾ ਜੀ। ਤੇਗ ਬਹਾਦਰ ਜੀ ਤੇ ਸੂਰਜਮਲ ਦੀ। ਸੂਰਜਮਲ ਤੇ ਗੁਰੂ ਤੇਗ ਬਹਾਦਰ ਜੀ ਦੀ ਉੱਥੇ ਸ਼ਾਦੀ ਹੋਈ ਹੈ। ਜਿਹੜਾ ਪਹਿਲਾ ਇਹਨਾਂ ਨੇ ਵਰਡ ਕਿਹਾ ਵਜ਼ੀਰ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਬੱਚਿਆਂ ਦੀ ਉੱਥੇ ਸ਼ਾਦੀ ਹੋਈ ਹੈ ਔਰ ਇਹ ਸ਼ਹਿਰ ਵਸਾਇਆ ਗੁਰੂ ਅਰਜਨ ਦੇਵ ਜੀ ਨੇ। ਜਿਹੜੀ ਸਭ ਤੋਂ ਇੰਪੋਰਟੈਂਟ ਬੈਟਲ ਹੈ ਗੁਰੂ ਹਰਗੋਬਿੰਦ ਦੀ, ਉਹ ਕਰਤਾਰਪੁਰ ਹੀ ਹੋਈ ਹੈ ਔਰ ਜਿਹਦੇ ਵਿੱਚ ਬਹੁਤ ਜਾਨੀ ਨੁਕਸਾਨ ਹੋਇਆ ਸੀ। ਦੋਨੋਂ ਪਾਸਿਓਂ ਸਿੱਖ ਸੋਲਜਰ ਐਂਡ ਮੁਗਲ ਸੋਲਜਰ, ਉਹਨਾਂ ਦੀ ਡੈਥ ਹੋਈ ਸੀ ਔਰ ਐਜ਼ ਏ ਰਿਜ਼ਲਟ ਗੁਰੂ ਤੇਗ ਬਹਾਦਰ ਜੀ ਨੂੰ ਵਿਰਾਗ ਹੋ ਗਿਆ ਸੀ ਤੇ ਉਹ ਉਹਨਾਂ ਨੇ ਆਪਣੇ ਫਾਦਰ ਨੂੰ ਰਿਕੁਐਸਟ ਕੀਤੀ ਸੀ ਕਿ ਮੈਂ ਨਾਨਕੇ ਜਾ ਕੇ ਰਹਿਣਾ ਚਾਹੁੰਦਾ। ਸੋ ਹੀ ਲੈਫਟ ਕੀਰਤਪੁਰ ਤੇ ਫਿਰ ਉਹ ਬਕਾਲੇ ਚਲੇ ਗਏ ਸਨ ਤੇ ਬਕਾਲੇ ਜਾ ਕੇ ਰਹੇ ਤੇ ਉੱਥੋਂ ਯੂ ਆਲ ਨੋ ਦੈਟ। ਇਹ ਮੁਗਲਾਂ ਨਾਲ ਲੜਾਈ ਹੋਈ ਸੀ ਕਿ ਜਿਹੜੇ ਲੋਕਲ ਸੂਬੇਦਾਰ ਸੀ ਉਹਨਾਂ ਨਾਲ ਸੀ, ਕਿਉਂਕਿ ਮੁਗਲ ਸੈਂਟਰਲ ਦਿੱਲੀ ਦੀ ਫੌਜ ਵਿੱਚ ਕਿਸੇ 'ਚ ਇਨਵੋਲਵ ਨਹੀਂ ਸੀ। ਇਸ ਤਰ੍ਹਾਂ ਸੀ ਵਜ਼ੀਰ ਜੀ ਕਿ ਗੁਰੂ ਅਰਜਨ ਦੇਵ ਜੀ ਦੀ ਡੈਥ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਆਪ ਨੂੰ ਮਿਲਟਰੀ ਦੇ ਨਾਲ ਆਪਣੇ ਆਪ ਨੂੰ ਰਿਲੇਟ ਕੀਤਾ, ਫੌਜ ਰੱਖੀ ਹੈ, ਘੋੜੇ ਰੱਖੇ ਨੇ, ਵੈਪਨ ਰੱਖੇ ਨੇ ਤੇ ਇਹ ਸਾਰਾ ਇਲਾਕਾ ਮੁਗਲਾਂ ਕੋਲ ਹੀ ਸੀ ਨਾ, ਲਾਹੌਰ ਵਗੈਰਾ ਸਾਰੇ ਤੇ ਅੰਮ੍ਰਿਤਸਰ ਸੂਬੇਦਾਰਾਂ ਦੇ ਕੋਲ ਸੀ ਜੀ, ਕਿਉਂਕਿ ਹਰਗੋਬਿੰਦ ਦੀ ਅਗੇਨ ਜਿਹੜਾ ਦਿੱਲੀ ਦਾ ਬਾਦਸ਼ਾਹ ਦੇ ਉਹਦੇ ਨਾਲ ਦੋਸਤੀ ਪੈ ਗਈ। ਇਹ ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਦੋਸਤੀ ਸੀ ਉਹ ਜਹਾਂਗੀਰ ਨਾਲ ਹੋਈ ਹੈ। ਮੁਗਲ ਤਾਂ ਰਾਜਾ ਤਾਂ ਰਾਜਾ ਤਾਂ ਜਹਾਂਗੀਰ ਸੀ। ਉਹ ਠੀਕ ਹੈ, ਜਹਾਂਗੀਰ ਦੇ ਆਰਡਰ ਨਾਲ ਕੋਈ ਫੌਜ ਨਹੀਂ ਆਇਆ ਹਰਗੋਬਿੰਦ ਤੇ ਅਟੈਕ ਕਰਨ ਵਾਸਤੇ। ਪਰ ਗੁਰੂ ਤੁਸੀਂ ਇਹ ਨਾ ਭੁੱਲੋ ਕਿ ਜਹਾਂਗੀਰ ਨੇ ਹੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਤੇ ਡਿਊ ਟੂ ਸਮ ਰੀਜ਼ਨ ਕੋਈ ਟੈਕਟਫੁਲੀ ਜਾਂ ਕੀ ਸੀ ਜਾਂ ਕੋਈ ਕਿ ਬਾਅਦ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਨਜ਼ਦੀਕ ਹੋਏ ਔਰ ਜਿਹੜਾ ਵੀ ਗੁਰੂ ਘਰ ਦਾ ਖਿਲਾਫ ਸੀ ਜਾਂ ਚੰਦੂ ਸ਼ਾਹ ਵਗੈਰਾ ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਦੇ ਦਿੱਤਾ ਗਿਆ। ਲੇਕਿਨ ਪੰਜਾਬ ਦੇ ਵਿੱਚ ਵੀ ਤੇ ਸਾਰੇ ਮੁਗਲ ਹੀ ਸਨ ਨਾ, ਰਾਜ ਤਾਂ ਮੁਗਲਾਂ ਦਾ ਸੀ, ਗਵਰਨਰ ਹੀ ਸਨ ਉਦੋਂ। ਹਾਂਜੀ ਹਾਂ, ਗਵਰਨਰ ਜਿਹੜੇ ਸੀ ਉਹ ਮੁਗਲ ਸੀ। ਹਾਂ ਬਸ ਉਹ ਹੀ ਸਨ, ਕਿਉਂਕਿ ਦੇਖੋ ਮੇਨ ਜਿਹੜੀ ਦੁਸ਼ਮਣੀ ਸੀ ਉਹ ਕਿਉਂ ਚਲੇ ਗਏ ਕੀਰਤਪੁਰ, ਵਾਟ ਵਾਸ ਦੀ ਰੀਜ਼ਨ। ਠੀਕ ਹੈ, ਹੁਣ ਕਿਉਂਕਿ ਜਹਾਂਗੀਰ ਦਿੱਲੀ ਹੈ, ਜਹਾਂਗੀਰ ਦੀ ਡੈਥ ਹੋ ਜਾਂਦੀ ਹੈ, ਸ਼ਾਹਜਹਾਨ ਆ ਜਾਂਦਾ। ਮੋਸਟਲੀ ਬੈਟਲ ਤੇ ਸ਼ਾਹਜਹਾਨ ਦੇ ਵੇਲੇ ਹੋਈਆਂ, ਜਹਾਂਗੀਰ ਦੇ ਵੇਲੇ ਬੈਟਲ ਨਹੀਂ ਹੋਈਆਂ ਇਹਨਾਂ ਦੀਆਂ, ਸ਼ਾਹਜਹਾਨ ਦੇ ਵੇਲੇ ਹੋਈਆਂ। ਔਰ ਜੋ ਹੁਣ ਇਤਿਹਾਸਕਾਰ ਕਹਿੰਦੇ ਨੇ ਕਿ ਐਟ ਦੀ ਐਂਡ ਗੁਰੂ ਹਰਗੋਬਿੰਦ ਸਾਹਿਬ ਨੇ ਸੋਚਿਆ ਵੀ ਮੈਂ ਇਹਨਾਂ ਬੈਟਲ ਵਿੱਚੋਂ ਕੁਛ ਨਹੀਂ ਲੈਣਾ, ਆਈ ਵਾਂਟ ਟੂ ਗੋ ਟੂ ਅ ਪਲੇਸ ਜਿੱਥੇ ਮੈਂ ਵਾਹਿਗੁਰੂ ਦਾ ਨਾਮ ਲੈ ਸਕਾਂ। ਦੈਟ ਇਜ਼ ਵਾਈ ਹੀ ਰਿਟਾਇਰਡ ਟੂ ਦ ਹਿਲਸ ਐਂਡ ਹੀ ਵੈਂਟ ਟੂ ਕੀਰਤਪੁਰ। ਚਲੋ ਐਨੀਵੇ ਠੀਕ ਹੈ। ਸੋ ਇਹਨਾਂ ਨੇ ਦੱਸਿਆ ਕਿ 2 ਕਰਤਾਰਪੁਰ ਨੇ। ਗੋਇੰਦਵਾਲ ਸਾਹਿਬ ਦਾ ਨਾਮ ਵੀ ਗੁਰੂ ਸਾਹਿਬ ਦੇ ਜੀਵਨ ਵਿੱਚ 2-3 ਵਾਰੀ ਆਉਂਦਾ। ਕੋਈ ਦੱਸ ਸਕਦਾ ਕਿਹੜਾ ਰਿਲੇਟ ਕਰੋਗੇ ਗੋਇੰਦਵਾਲ ਨੂੰ? ਪਰਮਜੀਤ, ਗੁਰਦੀਪ, ਵਜ਼ੀਰ,
बबली, हाँ मिंदर मिंदर, हाँ ਜੀ ਗੁਰੂ ਰਾਮਦਾਸ ਦੇ ਨਾਲ ਰਾਮਦਾਸ ਜੀ ਉੱਥੇ ਪਹਿਲਾਂ ਤਾਂ ਉਹਨਾਂ ਦੀ ਸ਼ਾਦੀ ਹੋਈ ਉੱਥੇ ਗੁਰੂ ਗੁਰੂ ਅਰਜਨ ਦੇਵ ਰਾਮਦਾਸ ਜੀ ਦੀ, ਠੀਕ ਹੈ, ਵੈਰੀ ਗੁੱਡ। ਉੱਥੇ ਬੀਬੀ ਭਾਨੀ ਨਾਲ ਸ਼ਾਦੀ ਹੋਈ। ਇੱਕ ਬਹੁਤ ਹੋਰ ਅਰਜਨ ਦੇਵ ਜੀ ਉੱਥੇ ਦਿਲ ਵਿੱਚ ਧਾਗਾ ਗੁਰਗੱਦੀ ਮਿਲੇ। ਬਬਲੀ ਤੂੰ ਦੱਸਣ ਲੱਗੀ ਜਾਂ ਕੁਛ? ਇਹੀ ਦੱਸਣ ਲੱਗੀ ਸੀ ਨਾ ਉਹਨਾਂ ਦੀ ਸ਼ਾਦੀ ਉੱਥੇ ਹੋਈ ਹੈ ਗੁਰੂ ਗੋਬਿੰਦਵਾਲ। ਚਲੋ ਉਹ ਵਜ਼ੀਰ ਤੇ ਪਰਮਜੀਤ ਮਿਲ ਕੇ ਦੱਸਦੇ ਨੇ। ਤੂੰ ਦੱਸਣਾ ਨਾ ਤੇਜ ਕੁਛ ਗੋਇੰਦਵਾਲ ਬਾਰੇ? ਕਿ ਗੁਰੂ ਅਮਰਦਾਸ ਜੀ ਉਹਨਾਂ ਦੀ ਜੋਤੀ ਜੋਤ ਸਮਾਈ ਉੱਥੇ, ਤੇ ਗੁਰੂ ਬਹੁਤ ਕੁਝ ਹੋਇਆ ਉੱਥੇ। ਅਰਜਨ ਦੇਵ ਜੀ ਬੋਰਨ ਹੋਏ ਉਹਨਾਂ ਦਾ ਜਨਮ ਉੱਥੇ, ਜਨਮ ਸਥਾਨ। ਗੁਰੂ ਅਰਜਨ ਦੇਵ ਜੀ ਦਾ ਕੁਝ ਹੋਰ ਵੀ ਹੋਇਆ ਉੱਥੇ। ਜਨਮ ਸਥਾਨ ਹੈ। ਉਹਨਾਂ ਦੀ ਗੁਰੂਸ਼ਿਪ ਮਿਲੀ ਸੀ। ਪਰਮਜੀਤ ਨੇ ਅੱਧਾ ਹੱਥ ਖੜਾ ਕੀਤਾ ਥੱਲੇ ਉੱਪਰ। ਹਾਂ, ਉਹਨਾਂ ਦੀ ਗੁਰੂਸ਼ਿਪ ਮਿਲੀ ਸੀ ਕਿ ਉੱਥੇ Guru Arjan was born there and he was anointed Guru at Goindwal. ਬਾਕੀ ਤੁਸੀਂ ਠੀਕ ਦੱਸਿਆ ਵੀ ਇੱਕ ਸ਼ਹਿਰ ਵਸਾਇਆ ਸੀ ਗੁਰੂ ਅਮਰਦਾਸ ਜੀ ਨੇ, ਔਰ ਗੁਰੂ ਰਾਮਦਾਸ ਜੀ ਦੀ ਸ਼ਾਦੀ ਵੀ ਉੱਥੇ ਹੋਈ। ਬੀਬੀ ਭਾਨੀ ਉੱਥੇ ਸੀ। ਕੀਰਤਪੁਰ ਵੀ ਕਈ ਗੁਰੂ ਸਾਹਿਬ ਦੇ ਨਾਲ ਸੰਬੰਧਿਤ ਹੈ। ਨਵਤੇਜ ਐਂਡ ਕੈਲਾਸ਼। ਕੀਰਤਪੁਰ ਗੁਰੂ ਹਰਗੋਬਿੰਦ ਜੀ ਦੇ ਨਾਲ ਰਿਲੇਟਡ ਹੈ। ਕਿ ਕਿਸ ਨਾਲ ਰਿਲੇਟਡ ਹੈ? ਪਾਸ ਕਰ ਦਿਓ। ਮੈਨੂੰ ਪਤਾ ਕਿ ਉੱਥੇ ਮੈਨੂੰ ਲੱਗਦਾ ਜੋਤੀ ਜੋਤ ਉੱਥੇ ਸਮਾਏ ਸੀਗੇ, ਤੇ ਫਿਰ ਉੱਥੇ ਹੁਣ ਅੱਜ ਕੱਲ ਉੱਥੇ ਫੁੱਲ ਤਾਰਨ ਵੀ ਲੋਕੀ ਉੱਥੇ ਜਾਂਦੇ ਨੇ। ਇਹ ਠੀਕ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਉੱਥੇ ਜੋਤੀ ਜੋਤ ਸਮਾਏ ਨੇ, ਪਰ ਇਹ ਵੀ ਕਹੋ ਨਾ ਕਿ ਇਹ ਸ਼ਹਿਰ ਵੀ ਉਹਨਾਂ ਨੇ ਹੀ ਵਸਾਇਆ ਸੀ। ਕੀਰਤਪੁਰ ਹੀ ਜਾ ਕੇ ਰਹੇ ਨੇ, ਕੀਰਤਪੁਰ ਉਹਨਾਂ ਨੇ ਵਸਾਇਆ ਸੀ। ਤੇ ਕੀਰਤਪੁਰ ਹੁਣ ਨਵਤੇਜ ਵੀ ਕੁਝ ਕਹਿਣਾ ਚਾਹੁੰਦਾ ਸੀ। ਹੋਰ ਕੀ ਹੋਇਆ? ਗੁਰੂ ਹਰ ਰਾਏ ਉਹਨਾਂ ਦਾ ਜਨਮ ਸਥਾਨ ਵੀ ਉੱਥੇ, ਤੇ ਉਹਨਾਂ ਦਾ ਜੋਤੀ ਉੱਥੇ ਸਮਾਏ ਸੀਗੇ, ਤੇ ਗੁਰੂ ਹਰਕ੍ਰਿਸ਼ਨ ਉਹਨਾਂ ਦਾ ਜਨਮ ਵੀ ਉੱਥੇ ਹੈ ਕੀਰਤਪੁਰ। ਤੇ ਜੋਤੀ ਜੋਤ ਕਿੱਥੇ ਸਮਾਏ ਗੁਰੂ ਹਰਕ੍ਰਿਸ਼ਨ? ਉਹ ਦਿੱਲੀ। ਠੀਕ ਹੈ। ਸੋ ਕੀਰਤਪੁਰ ਗੁਰੂ ਸਾਹਿਬ ਨੇ ਵਸਾਇਆ ਸੀ। ਭਾਵੇਂ ਉਹਨਾਂ ਨੇ ਪਹਿਲਾਂ ਆਪਣੇ ਬੇਟੇ ਨੂੰ ਭੇਜ ਦਿੱਤਾ ਸੀ, ਪਰ ਨਾਂ ਜਿਹੜਾ ਮੇਨ ਆਉਂਦਾ ਉਹ ਗੁਰੂ ਹਰਗੋਬਿੰਦ ਸਾਹਿਬ ਦਾ ਹੀ ਆਉਂਦਾ। ਕਿ ਉਹ ਜਦੋਂ ਤੁਸੀਂ ਉਹਨੇ ਨਾਂ ਲਿਆ ਕਰਤਾਰਪੁਰ, ਅੰਮ੍ਰਿਤਸਰ ਦੀ ਬੈਟਲ ਤੋਂ ਬਾਅਦ ਅੰਮ੍ਰਿਤਸਰ 'ਚ ਉਹਨਾਂ ਦੀ ਬੇਟੀ ਦੀ ਸ਼ਾਦੀ ਸੀ ਵੀਰੋ ਦੀ, ਤੇ ਉਦੋਂ ਮੁਗਲਾਂ ਨੇ ਘੇਰ ਲਿਆ ਸੀ ਜੋ ਵੀ ਉੱਥੋਂ ਦੇ ਲੋਕ ਸਨ ਮੁਗਲ। ਤੇ ਫਿਰ ਇਹਨਾਂ ਨੇ ਅੰਮ੍ਰਿਤਸਰ ਤੋਂ ਸ਼ਿਫਟ ਕੀਤਾ ਤੇ ਪਿੰਡ ਜਾ ਕੇ ਵੀਰੋ ਦੀ ਸ਼ਾਦੀ ਕੀਤੀ। ਉਹਦੇ ਬਾਅਦ ਫਿਰ ਉਹ ਕਰਤਾਰਪੁਰ ਚਲੇ ਗਏ, ਤੇ ਕਰਤਾਰਪੁਰ ਥੋੜੀ ਦੇਰ ਰਹੇ, ਤੇ ਉੱਥੇ ਫਿਰ ਵੀ ਮੁਗਲਾਂ ਨੇ ਉੱਥੇ ਵੀ ਘੇਰ ਲਿਆ, ਔਰ ਉੱਥੇ ਬਹੁਤ ਵੱਡੀ ਜੰਗ ਹੋਈ ਆ। ਔਰ ਉਸ ਤੋਂ ਬਾਅਦ ਫਿਰ ਉਹ ਕੀਰਤਪੁਰ ਆ ਗਏ ਨੇ, ਤੇ ਕੀਰਤਪੁਰ ਹੀ ਫਿਰ ਉਹ ਜੋਤੀ ਜੋਤ ਸਮਾਏ ਨੇ। ਇਹ ਇਤਿਹਾਸ ਦੀਆਂ ਬੜੀਆਂ ਇੰਪੋਰਟੈਂਟ ਚੀਜ਼ਾਂ ਨੇ। ਫਿਰ ਤੁਸੀਂ ਜਦੋਂ ਇਹਨੂੰ ਹੌਲੀ ਹੌਲੀ ਪੜ੍ਹੋਗੇ ਕਿ ਗੁਰੂ ਤੇਗ ਬਹਾਦਰ ਜੀ ਨੇ ਕੀਰਤਪੁਰ ਜਾ ਕੇ ਕਿਉਂ ਨਹੀਂ ਰਹੇ ਬਕਾਲੇ ਤੋਂ ਬਾਅਦ, ਫਿਰ ਉਹਨਾਂ ਨੇ ਅਨੰਦਪੁਰ ਸਾਹਿਬ ਕਿਉਂ ਵਸਾਇਆ? ਕਿਉਂਕਿ ਕੀਰਤਪੁਰ ਤੇ ਉਹ ਉਹਨਾਂ ਦੇ ਮਤਲਬ ਫਾਦਰ ਦਾ ਘਰ ਸੀ, ਉੱਥੇ ਉਹ ਰਹੇ ਵੀ ਸਨ ਪਹਿਲਾਂ, ਔਰ ਉੱਥੇ ਨਾ ਜਾ ਕੇ ਉਹਨਾਂ ਨੂੰ ਇੱਕ ਵੱਖਰਾ ਆਨੰਦਪੁਰ ਵਸਾਉਣਾ ਪਿਆ। ਉਹ ਨੇੜੇ ਹੀ ਆ ਕੀਰਤਪੁਰ ਤੇ, ਬਹੁਤੀ ਦੂਰ ਤੇ ਹੈ ਨਹੀਂ। ਐਨੀਵੇ ਬੜੀਆਂ ਕਈ ਗੁੰਝਲਦਾਰ ਚੀਜ਼ਾਂ ਨੇ ਜਿਨ੍ਹਾਂ ਨੂੰ ਜਿੰਨਾ ਤੁਸੀਂ ਪੜ੍ਹਦੇ ਹੋ ਉਨਾ ਹੀ ਤੁਸੀਂ ਜ਼ਿਆਦਾ ਕਨਫਿਊਜ਼ ਹੁੰਦੇ ਹੋ। ਕਿਉਂਕਿ ਪ੍ਰੋਬਲਮ ਸਿਰਫ ਇਹ ਹੈ ਕਿ ਦੇਖੋ, ਜਦੋਂ ਤੁਸੀਂ ਰਿਸਰਚ ਕਰਦੇ ਹੋ ਜਾਂ ਤੁਸੀਂ ਕੋਈ ਚੀਜ਼ ਜਾਣਨ ਲੱਗਦੇ ਹੋ, ਤੁਸੀਂ 2-4 ਕਿਤਾਬਾਂ ਚੁੱਕਦੇ ਹੋ, ਉਹਨੂੰ ਪੜ੍ਹਨਾ ਚਾਹੁੰਦੇ ਹੋ, ਔਰ ਹਰ ਕਿਤਾਬ ਦੇ ਵਿੱਚ ਇੱਕ ਡਿਫਰੈਂਟ ਇੰਟਰਪ੍ਰੀਟੇਸ਼ਨ ਹੁੰਦੀ ਹੈ। ਉਹ ਹਰ ਕਿਤਾਬ ਦੇ ਵਿੱਚ ਡਿਫਰੈਂਟ ਚੀਜ਼ ਲਿਖੀ ਹੁੰਦੀ ਹੈ, ਤੇ ਫਿਰ ਤੁਸੀਂ ਥੋੜ੍ਹੇ ਜਿਹੇ ਕਨਫਿਊਜ਼ ਹੋ ਜਾਂਦੇ ਹੋ ਵੀ ਇਹ ਵਾਈ ਇਟ ਇਜ਼ ਸੋ। ਸਿੱਖ ਧਰਮ ਤੇ ਸਿਰਫ 400-500 ਸਾਲ ਪੁਰਾਣਾ, ਫਿਰ ਵੀ ਸਾਨੂੰ ਪੂਰੀਆਂ ਚੀਜ਼ਾਂ ਨਹੀਂ ਪਤਾ। ਹਰ ਆਥਰ ਇੱਕ ਡਿਫਰੈਂਟ ਕਹਾਣੀ ਕਹਿ ਰਿਹਾ। ਸੋ ਐਨੀਵੇ that is the fact of life and we have to accept it. ਫਿਰ ਵੀ 99% ਚੀਜ਼ਾਂ ਸਾਡੀਆਂ ਉਹ ਕ੍ਰਿਸਟਲ ਕਲੀਅਰ ਨੇ, ਟਰਾਂਸਪੇਰੈਂਟ ਨੇ, ਔਰ ਉਹਦੇ ਬਾਰੇ ਸਾਨੂੰ ਸਭ ਕੁਝ ਪਤਾ ਹੈ। ਅਸੀਂ ਉਹਨਾਂ ਦੇ ਬਾਰੇ ਅਸੀਂ ਜਾਣਦੇ ਹਾਂ। ਸਾਰੇ ਗੁਰੂ ਸਾਹਿਬ ਦੇ ਵਿੱਚ ਇੱਕ ਗੁਰੂ ਸਾਹਿਬ ਨੇ ਜਿਨ੍ਹਾਂ ਦਾ ਜਨਮ ਦਿਨ ਅੰਮ੍ਰਿਤਸਰ ਸਾਹਿਬ ਹੋਇਆ, ਗੁਰਦੀਪ।
श्री गुरु तेग बहादुर जी। ਗੁਰੂ ਤੇਗ ਬਹਾਦਰ। ਗੁਰੂ ਤੇਗ ਬਹਾਦਰ ਇੱਕ ਸਿਰਫ ਗੁਰੂ ਨੇ ਜਿਨ੍ਹਾਂ ਦਾ ਜਨਮ ਸਥਾਨ ਅੰਮ੍ਰਿਤਸਰ ਸਾਹਿਬ ਹੈ। ਦੋ ਗੁਰੂ ਨੇ ਜਿਨ੍ਹਾਂ ਦਾ ਜੋਤੀ ਜੋਤ ਸਮਾਣਾ ਦਿੱਲੀ ਹੈ। ਗੁਰੂ ਹਰਕ੍ਰਿਸ਼ਨ। Guru ਦਰਪਨਾ Guru Harkishan and Guru Tegh Bahadur. ਗੁਰੂ ਹਰਕ੍ਰਿਸ਼ਨ ਤੇ ਗੁਰੂ ਤੇਗ ਬਹਾਦਰ ਬਿਲਕੁਲ ਠੀਕ ਹੈ। ਇਹ ਦੋਨੋਂ ਜੋਤੀ ਜੋਤ ਸਮਾਏ ਨੇ in Delhi। ਜਦੋਂ ਅੱਜ ਮੈਂ ਜੋ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਤੁਹਾਡੇ ਸਾਰੇ ਸਕੀਮ ਆਫ ਵਰਕ ਜਿਹੜੀ ਹੈ ਇਹ ਨਵਤੇਜ ਹੀ ਇਹਨੂੰ ਡਰਾਅ ਕਰਦਾ। ਤੇ ਜਿਹੜੇ ਹਰਮੰਦਰ ਸਾਹਿਬ ਸ਼ਬਦ ਆਏ ਨੇ ਫਰਾਈਡੇ ਐਂਡ ਥਰਸਡੇ, ਉਹਦੇ ਬਾਰੇ ਮੈਂ ਉਹ ਸ਼ਬਦ ਪੜਾਂਗਾ। ਮੈਂ ਤੁਹਾਡੇ ਨਾਲ ਉਹਨਾਂ ਦੀ ਵਿਆਖਿਆ ਕਰਾਂਗਾ ਔਰ ਤੁਹਾਡੇ ਕੋਲੋਂ ਉਹਦੀ ਇਨਪੁਟ ਲਵਾਂਗਾ। ਤੇ ਜੇ ਤੁਹਾਡੇ ਕੋਲ ਸ਼ਬਦ ਹੈ ਨੇ ਪਲੀਜ਼ ਉਹਨਾਂ ਨੂੰ ਆਪਣੇ ਸਾਹਮਣੇ ਰੱਖੋ। ਤੁਹਾਡੇ ਕੋਲ ਹੈ ਕਿਹਦੇ ਕੋਲ ਸ਼ਬਦ ਹੈ ਥਰਸਡੇ ਤੇ ਫਰਾਈਡੇ ਦਾ? ਗੁਰਦੀਪ ਕੋਲ ਹੈ। ਭੇਜੀ ਸੀ ਸਾਰਿਆਂ ਨੂੰ, ਮੈਂ ਈਮੇਲ ਤੇ ਭੇਜੇ ਸੀ ਕੱਲ ਰਾਤੀ। ਅੱਛਾ, ਦਵਿੰਦਰ ਕੋਲ ਹੈ, ਗੁਰਦੀਪ ਕੋਲ ਹੈ, ਪਰਮਜੀਤ ਕੋਲ ਹੈ, ਬਾਕੀਆਂ ਕੋਲ ਹੈ। ਇਹ ਉਹ ਸ਼ਬਦ ਨੇ ਕੈਲਾਸ਼ ਜਿਹੜੇ ਹਰਮੰਦਰ ਸਾਹਿਬ ਸਵੇਰੇ ਪੜ੍ਹਦੇ ਨੇ। Yeah, just saw his email as well. ਸਿਰਫ ਮੈਂ ਬਾਕੀ ਸਾਰਿਆਂ ਨੂੰ ਇਹ ਦੱਸਣਾ ਚਾਹਨਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜਾ ਵੀ ਸ਼ਬਦ ਸਵੇਰੇ ਹਰਮੰਦਰ ਸਾਹਿਬ ਪੜ੍ਹਿਆ ਜਾਂਦਾ ਹੈ, ਜਦੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਅਕਾਲ ਤਖਤ ਸਾਹਿਬ ਤੋਂ ਚੱਲਦੀ ਹੈ ਤੇ ਉਦੋਂ ਉਹ ਇੱਕ ਵੈਲਕਮ ਦਾ ਸ਼ਬਦ ਦਰਸ਼ਨ ਦਿਓ, ਉਹਦੇ ਤੇ ਉਹ ਸ਼ਬਦ ਪੜ੍ਹਦੇ ਨੇ। ਤੇ ਅਸੀਂ ਉਹਨਾਂ ਸ਼ਬਦਾਂ ਦੀ ਇੱਕ ਲਿਸਟ ਬਣਾ ਰਹੇ ਹਾਂ। ਜਿਹੜਾ ਥਰਸਡੇ ਤੇ ਫਰਾਈਡੇ ਸ਼ਬਦ ਆਇਆ ਮੇਰੇ ਕੋਲ ਸਾਹਮਣੇ ਹੈ। ਤੇ ਅਸੀਂ ਉਸ ਸ਼ਬਦ ਦੇ ਬਾਰੇ ਮੈਂ ਤੁਹਾਨੂੰ ਕੁਝ ਦੱਸਾਂਗਾ ਆਪ, ਤੇ ਤੁਹਾਡੇ ਕੋਲੋਂ ਉਹਦੀ ਥੋੜੀ ਜਿਹੀ ਇਨਪੁਟ ਲਵਾਂਗਾ। ਫਰਾਈਡੇ ਜਿਹੜਾ ਸ਼ਬਦ ਹੈ ਰਾਗ ਗੁਜਰੀ ਦਾ, ਔਰ ਇਹ ਮੇਰਾ ਖਿਆਲ ਹੈ ਸੈਕੰਡ ਜਾਂ ਥਰਡ ਟਾਈਮ ਹੀ ਆਇਆ, ਬਹੁਤ ਘੱਟ ਆਇਆ। ਇਹ ਗੁਰੂ ਗ੍ਰੰਥ ਸਾਹਿਬ ਦੇ ਪੇਜ 500 ਤੇ ਹੈ। ਗੁਜਰੀ ਤੇ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਹੈ, ਕਰ ਕਿਰਪਾ ਆਪਣਾ ਦਰਸ ਦੀਜੇ, ਜਸ ਗਾਓ ਨਿਸ ਔਰ ਭੋਰ। ਹੁਣ ਜਿਸ ਵੇਲੇ ਗੁਰਦੀਪ ਟ੍ਰਾਂਸਲੇਸ਼ਨ ਕਰ ਰਿਹਾ ਸੀ, ਸੋ ਜਦੋਂ ਵੀ ਵਾਰੀ ਤੁਹਾਡੀ ਸਾਰੀ ਆਉਂਦੀ ਹੈ, ਸਾਰਿਆਂ ਦੀ ਵਾਰੋ ਵਾਰੀ, ਇਹ ਨਵਤੇਜ ਦੀ ਜ਼ਰੂਰ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਵਰਬ ਕਿਹੜਾ ਯੂਜ਼ ਕਰਦੇ ਹਾਂ, ਪ੍ਰੈਜ਼ੈਂਟ ਕਿ ਪਾਸਟ, ਔਰ ਆਪਣੇ ਵਾਸਤੇ ਯੂਜ਼ ਕਰਦੇ ਹਾਂ ਕਿ ਪਬਲਿਕ ਇਨ ਜਨਰਲ ਵਾਸਤੇ ਯੂਜ਼ ਕਰਦੇ ਹਾਂ। ਉਹ ਕਹਿੰਦੇ ਨੇ ਕਰ ਕਿਰਪਾ ਆਪਣਾ ਦਰਸ ਦੀਜੇ, ਕਿ ਪ੍ਰਮਾਤਮਾ ਨੂੰ ਤੁਸੀਂ ਹੁਣ ਇਲਤਜਾ ਕਰ ਰਹੇ ਹੋ ਕਿ ਤੂੰ ਕਿਰਪਾ ਕਰ, ਤੂੰ ਮਿਹਰ ਕਰ, ਬਖਸ਼ਿਸ਼ ਕਰ ਤੇ ਸਾਨੂੰ ਆਪਣਾ ਦਰਸ ਦੇ। ਇਹ ਹੁਣ ਬੜਾ ਟੈਕਨੀਕਲ ਵਰਡ ਹੈ ਦਰਸ ਦੇਣਾ। ਇਹਦੇ ਤੇ ਵੀ ਤੁਸੀਂ ਸਾਰਾ ਦਿਨ ਨਹੀਂ ਸਾਰਾ ਸਾਲ ਬਹਿਸ ਕਰ ਸਕਦੇ ਹੋ ਕਿ ਤੁਸੀਂ ਪਰਮਾਤਮਾ ਨੂੰ ਦਰਸ਼ਨ ਦੇਣ ਵਾਸਤੇ ਕਹਿ ਰਹੇ ਹੋ। ਤੇ ਇੱਥੇ ਨੈਚੁਰਲੀ ਤੁਸੀਂ ਉਹਨੂੰ ਪਰਸਨਲ ਇਨਵੀਟੇਸ਼ਨ ਦੇ ਰਹੇ ਹੋ। ਹਿੰਦੂ ਧਰਮ ਦੇ ਵਿੱਚ ਤੇ ਪਰਸਨਲ ਗੋਡ ਹੈ, ਕ੍ਰਿਸਚੀਅਨਿਟੀ ਵਿੱਚ ਵੀ ਹੈ, ਲੇਕਿਨ ਸਿੱਖ ਧਰਮ ਦੇ ਕਈ ਸਕਾਲਰ ਪਰਸਨਲ ਗੋਡ ਵਿੱਚ ਨੂੰ ਨਹੀਂ ਮੰਨਦੇ। ਸੋ ਉੱਥੇ ਆ ਕੇ ਫਿਰ ਤੁਹਾਨੂੰ ਜਿਹੜੀ ਤੁਹਾਡੀ ਟ੍ਰਾਂਸਲੇਸ਼ਨ ਹੈ ਉਹ ਡਿਫਰੈਂਟ ਹੋ ਜਾਂਦੀ ਹੈ ਕਿ ਜਿਵੇਂ ਤੁਸੀਂ ਕਹਿੰਦੇ ਹੋ ਪਰਮਾਤਮਾ ਨੂੰ ਤੂੰ ਆਪਣਾ ਦਰਸ ਦੇ, ਆਪਣਾ ਸਾਨੂੰ ਕਿਸੇ ਨੂੰ ਕੀ ਕਹੋ ਦਰਸ। ਜੇ ਤੁਸੀਂ ਕਿਸੇ ਫਰੈਂਡ ਨੂੰ ਕਹਿਣਾ ਜਾਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਕਹਿਣਾ ਆ ਕੇ ਤੁਸੀਂ ਸਾਨੂੰ ਮਿਲੋ, ਤੇ ਕਿ ਵਾਟ ਆਰ ਯੂ ਸੇਇੰਗ, ਇਹੀ ਕਹਿ ਰਹੇ ਹੋ ਨਾ, ਆ ਕੇ ਮਿਲੋ, ਆਪਣਾ ਦਰਸ਼ਨ, ਆਪਣਾ ਮੁਖੜਾ ਦਿਖਾਓ, ਦਿਓ। ਫਿਰ ਜਸ ਕਹਾਵੋ ਨਿਸ ਔਰ ਭੋਰ, ਔਰ ਫਿਰ ਤੁਸੀਂ ਕਹਿ ਰਹੇ ਹੋ ਕਿ ਮੈਂ ਪਰਮਾਤਮਾ ਉਹ ਜਿਹਨੂੰ ਤੁਸੀਂ ਬੁਲਾ ਰਹੇ ਹੋ, ਜਿਹਨੂੰ ਕਹਿ ਰਹੇ ਹੋ ਕਿ ਤੂੰ ਆ ਕੇ ਸਾਨੂੰ ਦਰਸ਼ਨ ਦੇ। ਹੁਣ ਇੱਥੇ ਆ ਕੇ ਤੁਸੀਂ ਵਰਬ ਜਿਹੜਾ ਮਰਜ਼ੀ ਯੂਜ਼ ਕਰੋ, ਮੈਂ ਤੇਰੇ ਗੁਣ ਰਾਤ ਦਿਨ ਗਾਉਂਦਾ, ਤਾਂ ਤੁਸੀਂ ਕਿਆ ਕਰ ਰਹੇ ਹੋ, ਮੈਂ ਤੇ ਤੇਰਾ ਭਗਤ ਹਾਂ, ਮੈਂ ਤਾਂ ਤੇਰੇ ਗੁਣ ਦਿਨ ਰਾਤ ਗਾਣਾ, ਪਲੀਜ਼ ਕਮ ਐਂਡ ਗਿਵ ਮੀ ਯੋਰ ਵਿਜ਼ਨ। ਸੋ ਇਹ ਜਿਹੜਾ ਵਿਜ਼ਨ ਦੀ ਗੱਲ ਤੁਸੀਂ ਕਰਦੇ ਹੋ, ਦੇ ਦਰਸ਼ਨ, ਇਹ
ਤੁਹਾਨੂੰ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਜਦੋਂ ਤੁਸੀਂ ਇਹਦੀ ਟ੍ਰਾਂਸਲੇਸ਼ਨ ਕਰਦੇ ਹੋ। ਕੇਸ ਸੰਗ ਦਾਸ ਪਗ ਝਾਰੋ ਇਹ ਮਨੋਰਥ ਮੋਰ। ਕਈ ਚੀਜ਼ਾਂ ਕਈਆਂ ਨੂੰ ਇਹ ਵੀ ਅੱਛਾ ਨਹੀਂ ਲੱਗਦਾ ਹੈ ਜਿਹੜਾ ਇੱਥੇ ਇਹਦੀ ਟ੍ਰਾਂਸਲੇਸ਼ਨ ਹੈ ਜਿਹੜੀ, ਉਹ ਕਹਿੰਦਾ ਮੈਂ ਆਪਣੇ ਕੇਸਾਂ ਨਾਲ, ਆਪਣੇ ਵਾਲਾਂ ਨਾਲ, ਕੇਸ ਸੰਗ ਦਾਸ ਪਗ ਝਾੜੋ, ਮੈਂ ਉਹਨਾਂ ਦੇ ਪੈਰ ਝਾੜਾਂਗਾ। ਹੁਣ ਝਾੜਦਾ ਜਾਂ ਝਾੜਾਂਗਾ, ਇਹ ਮਨੋਰਥ ਮੋਰ। ਮੇਰੀ ਜ਼ਿੰਦਗੀ ਦਾ ਤਾਂ ਮਕਸਦ ਇਹੀ ਹੈ। ਇੱਥੇ ਉਹ ਹਿਊਮਿਲਿਟੀ ਦੀ ਗੱਲ ਕਰ ਰਹੇ ਨੇ, ਹਿਊਮਿਲਿਟੀ। ਠਾਕਰ ਤੁਝ ਬਿਨ ਬੀਆ ਨਾ ਹੋਰ। ਹੁਣ ਇਹ ਜਿਹੜੀ ਤੁਸੀਂ ਪੰਜਾਬੀ ਹੈ, ਬੀਆ ਮਤਲਬ ਤੇਰੇ ਬਿਨਾ। ਠਾਕਰ ਵਾਹਿਗੁਰੂ ਤੁਝ ਬਿਨ ਬਿਨਾ ਨਾ ਹੋਰ, ਤੇਰੇ ਇਲਾਵਾ ਕੋਈ ਸੰਸਾਰ ਵਿੱਚ ਨਹੀਂ ਹੈ। ਯੂ ਆਰ ਦੀ ਗ੍ਰੇਟੈਸਟ ਆਫ ਦੀ ਗ੍ਰੇਟ। ਯੂ ਆਰ, ਹੁਣੇ ਕੌਣ ਕਹਿ ਰਿਹਾ ਸੀ, ਜੋ ਗੁਰਬਾਣੀ ਚਾਹੁੰਦਾ, ਯੂ ਆਰ ਦੀ ਕ੍ਰੀਏਟਰ, ਯੂ ਆਰ ਦੀ ਡਿਸਟਰੋਇਰ, ਯੂ ਆਰ ਦੀ ਡਿਜ਼ਾਈਨਰ, ਯੂ ਆਰ ਦੀ ਸਸਟੇਨਰ। ਜੋ ਕੁਛ ਵੀ ਇਸ ਸ੍ਰਿਸ਼ਟੀ ਨੂੰ ਰਚਣ ਵਾਸਤੇ ਤੇ ਚਲਾਉਣ ਵਾਸਤੇ ਚਾਹੀਦਾ, ਉਹ ਸਭ ਕੁਝ ਤੂੰ ਹੀ ਕਰਦਾ ਹੈ, ਔਰ ਸਭ ਕੁਝ ਤੇਰੀ ਪਾਵਰ ਵਿੱਚ ਹੀ ਹੈ। ਫਿਰ ਮੈਂ ਪੁੱਛਿਆ ਸੀ ਤਾਂ ਮੇਰਾ ਖਿਆਲ ਗੁਰਦੀਪ ਨੂੰ ਚਿੱਤ ਦਾ ਮਤਲਬ, ਚਿੱਤ ਚਿਤਵੋ ਹਰ ਸਰਨ ਆਰਾਧੋ, ਹਰ ਰਸਨ ਆਰਾਧੋ, ਨਿਰਖੋ ਤੁਮਰੀ ਔਰ। ਨਿਰਖੋ ਤਾਂ ਜਾਓ। ਹੁਣ ਕਹਿੰਦਾ ਚਿੱਤ ਚਿਤਵੋ, ਚਿੱਤ ਦੇ ਨਾਲ ਮੈਂ ਤੁਹਾਨੂੰ ਚਿੱਤਦਾ। ਚਿੱਤ ਦਾ ਮਤਲਬ ਤੁਸੀਂ ਹਾਰਟ ਕਹਿ ਲਓ, ਰੂਹ ਕਹਿ ਲਓ, ਸੋਲ ਕਹਿ ਲਓ। ਚਿੱਤਾ ਮੈਨੇ ਧਿਆਨਾ, ਚਿਤਨਾ ਮੈਨੇ ਯਾਦ ਕਰਨਾ, ਜੋੜਨਾ। ਹਰ ਰਸਨ ਆਰਾਧੋ, ਰਸਨ ਮੈਨੇ ਤੁਹਾਡੀ ਜੀਭ, ਕਿ ਔਰ ਮੈਂ ਉਹ ਤੇਰੀ ਬੰਦਗੀ। ਦੇਖੋ ਕਰਦੇ ਤੇ ਤੁਸੀਂ ਬੰਦਗੀ ਸੋਲ ਦੇ ਨਾਲ ਹੋ, ਪਰ ਅਗਲਾ ਜਿਹੜਾ ਸੁਣਦਾ ਉਹਦੇ ਤਾਂ ਹੀ ਸੁਣੇਗਾ ਜੇ ਆਵਾਜ਼ ਤੇ ਤੁਸੀਂ ਜੀਭ ਨਾਲ ਹੀ ਕੱਢੋਗੇ ਨਾ। ਕਹਿੰਦੇ ਨਾ ਜੀਭ ਬੰਦਾ ਕੱਟ ਦੇ ਤੇ ਫਿਰ ਤੁਸੀਂ ਬੋਲ ਨਹੀਂ ਸਕਦੇ। ਸੋ ਜੀਭ plays a very important part ਜਦੋਂ ਤੁਸੀਂ ਬੋਲਦੇ ਹੋ। ਸੋ ਰਸਨਾ ਜਿਹੜੀ ਹੈ ਉਹਦੇ ਨਾਲ ਹੀ ਤੁਸੀਂ ਆਰਾਧ ਸਕਦੇ ਹੋ। ਫਿਰ ਕਹਿੰਦੇ ਨਿਰਖੋ ਤੁਮਰੀ ਔਰ, ਇਹ ਕਹਿੰਦੇ ਨੇ ਆਈਸ, ਕਿ ਮੈਂ ਮੇਰੇ ਜੀਵਨ ਦੀ ਇਹੀ ਆਰਾਧਨਾ, ਮੇਰੇ ਜੀਵਨ ਦੀ ਇਹੀ ਇੱਕ ਇਲਤਜਾ ਹੈ, ਇਹ ਪਰਮਾਤਮਾ, ਕਿ ਮੈਂ ਤੈਨੂੰ ਹਮੇਸ਼ਾ ਚਿੱਤਦਾ ਰਹਾਂ, ਔਰ ਮੈਂ ਤੈਨੂੰ ਆਪਣੀ ਕੋਸ਼ਿਸ਼, ਆਪਣੇ ਰੂਹ ਦੇ ਨਾਲ ਆਰਾਧਦਾ ਰਹਾਂ, ਤੇ ਮੇਰੇ ਨੈਣ ਸਿਰਫ ਤੈਨੂੰ ਹੀ ਦੇਖਣ। ਬਹੁਤ ਡੂੰਘੀ ਗੱਲ ਕੀਤੀ ਉਹਨਾਂ ਨੇ ਇੱਥੇ। ਦਿਆਲ ਪੁਰਖ ਸਰਬ ਕੋ ਠਾਕਰ, ਬਿਨੋ ਕਰੋ ਕਰ ਜੋਰ। ਮੈਂ ਆਪਣੇ ਦੋਨੋਂ ਹੱਥ ਜੋੜ ਕੇ ਅਰਦਾਸ ਕਰਦਾ ਮਹਿੰਦਰ ਜੀ, ਕਿ ਦਿਆਲ ਪੁਰਖ, ਦਿਆਲ ਕਹਿ ਰਹੇ ਵਾਹਿਗੁਰੂ ਨੂੰ, ਸਭ ਕੁ ਦਾਤਾ ਦੇਣ ਵਾਲਾ, ਬਖਸ਼ਿੰਦ ਜਿਹਨੂੰ ਰੋਜ਼ ਕਹਿੰਦੇ ਹੋ, ਸਰਬ ਕੇ ਠਾਕਰ, ਵਨ ਗੋਡ ਆਫ ਦਾ ਹੋਲ ਯੂਨੀਵਰਸ, ਸਰਬ ਕੋ ਠਾਕਰ, ਤੂੰ ਸਾਰਿਆਂ ਦਾ ਮਾਲਕ ਹੈ ਔਰ ਦਿਆਲੂ ਹੈ। ਮੇਰੇ ਕੋਲ ਜੋ ਕੁਛ ਹੈ ਅੱਜ, ਇਹ ਤਨ ਹੈ, ਧਨ ਹੈ, ਜੋ ਕੁਛ ਮੈਂ ਪਾਇਆ ਹੈ, ਜੋ ਕੁਛ ਮੈਂ ਓਨ ਕਰਦਾ, ਕੋਠੀਆਂ ਨੇ, ਮੇਰੇ ਕੋਲ ਮਹਲ ਨੇ, ਘੋੜੇ ਨੇ, ਹਾਥੀ ਨੇ, ਜੋ ਕੁਛ ਵੀ ਹੈ, ਇਹ ਸੱਚੇ ਪਾਤਸ਼ਾਹ, ਇਹ ਸਭ ਕੁਛ ਤੇਰੀ ਹੀ ਦਾਤ ਹੈ। ਨਾਮ ਜਪੇ, ਨਾਮ ਜਪੇ, ਨਾਨਕ ਦਾਸ ਤੁਮਰੇ, ਤੁਮਰੋ। ਹੁਣ ਇੱਥੇ ਕਹਿੰਦੇ ਨੇ ਕਿ ਮੈਂ ਤੇ ਸਿਰਫ ਤੇਰਾ ਨਾਂ ਹੀ ਜਪਣਾ ਹੈ, ਮੈਨੂੰ ਹੋਰ ਕੁਛ ਨਹੀਂ ਆਉਂਦਾ ਇਸ ਸੰਸਾਰ 'ਚ। ਫਿਰ ਕੀ ਹੈ, ਉਦਰਸ ਆਖੀ ਫੋਰ। ਔਰ ਇਹਦੇ ਵਿੱਚ ਤੁਸੀਂ ਨਵਤੇਜ ਦੋ ਚੀਜ਼ਾਂ ਕਹਿ ਸਕਦੇ ਹੋ, ਕਿ ਜਿਹੜਾ ਇੱਥੇ ਕਹਿੰਦੇ ਨੇ ਮੈਂ ਨਾਮ ਜਪਦਾ, ਇੱਕ ਕਹਿੰਦੇ ਨੇ ਜਿਹੜਾ ਵੀ ਨਾਮ ਜਪੇਗਾ, ਤੂੰ ਅੱਖ ਦੇ ਇੱਕ ਇਨਸਟੈਂਟ ਦੇ ਵਿੱਚ ਉਹਨੂੰ ਰਿਡੀਮ ਕਰ ਦੇਗਾ, ਉਹਦਾ ਉਧਾਰ ਕਰ ਦੇਗਾ, ਉਹਨੂੰ ਬਖਸ਼ ਦੇਗਾ। ਸੋ ਇਹਦੀ ਤਾਂ ਹੁਣ ਤੁਸੀਂ ਸਿੱਖਿਆ ਕੀ ਲੈਣੀ ਹੈ ਇਸ ਸ਼ਬਦ ਤੋਂ, ਕਿ ਪਰਮਾਤਮਾ ਜਿਹੜਾ ਹੈ ਉਹਦੀ ਪਾਵਰ ਦੇਖੋ ਮਹਿੰਦਰ ਜੀ, ਕਿੰਨੀ ਪਾਵਰ ਗੁਰੂ ਅਰਜਨ ਨੇ ਕਹੀ ਹੈ। ਸੋ ਇੱਕ ਇਨਸਟੈਂਟ ਦੇ ਵਿੱਚ ਉਹ ਰਾਜਾ ਤੇ ਰੰਕ ਨੂੰ ਤਬਦੀਲ ਇੱਕ ਦੂਜੇ 'ਚ ਕਰ ਸਕਦਾ। ਤੇ ਜੇ ਅਸੀਂ ਆਪਣੇ ਸੱਚੇ ਦਿਲੋਂ ਉਸ ਅਕਾਲ ਪੁਰਖ ਕੋਲੋਂ ਕੁਛ ਮੰਗਾਂਗੇ ਤੇ ਉਹ ਸਾਨੂੰ ਕਿਉਂ ਨਹੀਂ ਦੇਗਾ। ਗੱਲ ਪਰਮਜੀਤ ਦੀ ਦਰਸ਼ਨ ਦੀ ਵੀ ਹੈ। ਹੁਣ ਮੈਂ ਇੱਥੇ ਆਪਣੇ ਵਿਊਜ਼ ਦਿਆਂਗਾ ਤੁਹਾਨੂੰ, ਔਰ ਜ਼ਰੂਰੀ ਨਹੀਂ ਕਿ ਸੁਣਨ ਵਾਲੇ ਸਾਰੇ ਮੇਰੇ ਵਿਊਜ਼ ਨੂੰ ਮੰਨਦੇ ਹੋਣ। ਪਰਮਾਤਮਾ ਤੁਹਾਨੂੰ ਦਰਸ਼ਨ ਦੇ ਸਕਦਾ ਹੈ, ਪਰ ਅਸੀਂ ਹਾਲੀ ਬਹੁਤ ਪਾਪੀ ਹਾਂ। ਸਾਡੇ ਅੰਦਰ ਹਾਲੇ ਵੀ ਪਾਪ ਨਹੀਂ ਗਏ, ਔਰ ਜਦ ਤੱਕ ਅਸੀਂ ਪਾਪਾਂ ਤੋਂ ਹਟਦੇ ਨਹੀਂ ਪਰੇ, ਪਾਪਾਂ ਨੂੰ ਡਿਸਟਰੋਏ ਨਹੀਂ ਕਰਦੇ,
ਸਾਡੀ ਜਿਹੜੀ ਰੂਹ ਹੈ ਇੰਡੀਵਿਜੂਅਲ ਰੂਹ ਉਹ ਸਾਫ਼ ਨਹੀਂ ਹੋਏਗੀ। ਤੇ ਜਦ ਤੱਕ ਇੰਡੀਵਿਜੂਅਲ ਰੂਹ ਸਾਫ਼ ਨਹੀਂ ਹੋਏਗੀ ਡਿਵਾਈਨ ਰੂਹ ਤੁਹਾਡੇ ਤੱਕ ਨਹੀਂ ਆ ਸਕਦੀ। ਸੋ ਜੇ ਤੁਸੀਂ ਡਿਵਾਈਨ ਰੂਹ ਨੂੰ ਅਕਾਲ ਪੁਰਖ ਨੂੰ ਸੱਦਾ ਦੇਣਾ, ਸਭ ਪਹਿਲਾਂ ਆਪਣੇ ਆਪ ਨੂੰ, ਆਪਣੇ ਅੰਦਰ ਨੂੰ, ਆਪਣੀ ਪੂਰੀ ਅਵਸਥਾ ਨੂੰ ਯੂ ਹੈਵ ਟੂ ਕਲੀਨ ਇਟ। ਜਿਹੜਾ ਜੇ ਤੁਸੀਂ ਕਹਿੰਦੇ ਹੋ ਕਿ ਓਨਲੀ ਵੈਰੀ few people whom you can count on your fingers ਜਿਹੜੇ ਆਪਣੀ ਰੂਹ ਨੂੰ ਸਾਫ਼ ਸੁਥਰਾ ਕਰ ਸਕੇ ਸਨ, ਜਿਨ੍ਹਾਂ ਨੂੰ ਪ੍ਰਮਾਤਮਾ ਨੇ ਦਰਸ਼ਨ ਦਿੱਤੇ ਨੇ। ਭਾਈ ਨੰਦ ਲਾਲ ਦੀਆਂ ਤੁਸੀਂ ਸਾਖੀਆਂ ਪੜ੍ਹਦੇ ਹੋ, ਮੈਂ ਨਹੀਂ ਕਹਿੰਦਾ ਤੁਸੀਂ ਹਰ ਚੀਜ਼ ਵਿੱਚ ਬਲੀਵ ਕਰੋ, ਮੈਂ ਵੀ ਜੋ ਪੜ੍ਹਿਆ ਉਹ ਤੁਹਾਨੂੰ ਦੱਸ ਰਿਹਾ। ਔਰ ਮੈਂ ਨਹੀਂ ਕਹਿੰਦਾ ਸੀ ਇੱਥੇ ਕੋਈ ਵੀ ਬਹਿਸ ਕਰੀਏ ਉਹਨਾਂ ਤੇ, ਸਿਰਫ ਸੁਣ ਲਓ, ਨਹੀਂ ਮੰਨਦਾ ਤੇ ਠੀਕ ਹੈ, ਮਨ ਚ ਨਾ ਮੰਨੋ। ਉਹ ਕਹਿੰਦੇ ਨੇ ਬਾਬਾ ਨੰਦ ਲਾਲ ਜਿਹੜੇ ਸੰਤ ਸਨ ਨੰਦ ਲਾਲ ਜੀ, ਉਹਨਾਂ ਨੂੰ ਪ੍ਰਤੱਖ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਆ ਕੇ ਦਰਸ਼ਨ ਦਿੱਤੇ ਸਨ। ਹੁਣ ਤੁਸੀਂ ਮੰਨੋ ਜਾਂ ਨਾ ਮੰਨੋ, ਤੁਹਾਡੇ ਤੇ ਡਿਪੈਂਡ ਕਰਦਾ। ਪਰ ਮੇਰੇ ਵਿੱਚ ਇੱਕ ਹੈ ਵਜ਼ੀਰ ਜੀ, ਜਦ ਤੱਕ ਮੈਂ ਇਸ ਤੋਂ ਕੰਟਰੇਰੀ ਪ੍ਰੂਵ ਨਹੀਂ ਕਰਦਾ ਮੈਂ ਉਸ ਗੱਲ ਨੂੰ ਮੰਨ ਲੈਣਾ। ਉਹ ਬਹੁਤ ਵੱਡੀ ਆਤਮਾ ਸਨ ਤੇ ਜੇ ਮੰਨ ਲਓ ਤਾਂ ਉਹ 'ਚ ਕੀ ਅਰਜ਼ ਹੈ? ਠੀਕ ਹੈ, ਨਹੀਂ ਮੰਨਣਾ ਤੇ ਤੁਹਾਡੀ ਸਾਰੇ ਦੀ ਆਪਣੀ ਮਰਜ਼ੀ ਹੈ। ਪਰ ਬਾਬਾ ਨੰਦ ਲਾਲ ਦੀ ਤੁਸੀਂ ਗੱਲ ਕਰਦੇ ਹੋ, ਉਹਨਾਂ ਉਸ ਆਤਮਾ ਤੱਕ ਪਹੁੰਚਣ ਵਾਸਤੇ ਤੁਹਾਡੇ ਪਤਾ ਨਹੀਂ ਕਿੰਨਾ ਕੁਝ ਤੁਹਾਨੂੰ ਆਪਣੇ ਜੀਵਨ 'ਚ ਕਰਨਾ ਪਏਗਾ। ਪਰ ਅਗਰ ਜੇ ਤੁਸੀਂ ਨਾ ਪਹੁੰਚ ਸਕਦੇ ਹੁੰਦੇ ਤੇ ਗੁਰੂ ਅਰਜਨ ਨੇ ਸ਼ਬਦ ਨਾ ਲਿਖਦੇ। ਜੇ ਉਹਨਾਂ ਨੇ ਦਰਸ਼ਨ ਵਾਲਾ ਸ਼ਬਦ ਲਿਖੇ ਨੇ ਨਾ, ਇਹਦਾ ਮਤਲਬ ਹੈ ਤੁਸੀਂ ਦਰਸ਼ਨ ਤੱਕ ਪਹੁੰਚ ਸਕਦੇ ਹੋ, ਪਰ ਉਹਦੇ ਵਾਸਤੇ ਤੁਹਾਨੂੰ ਆਪਣੀ ਆਤਮਾ ਕਿੰਨੀ ਕੁ ਵੱਡੀ ਕਰਨੀ ਪੈਣੀ ਹੈ। ਦੂਜਾ ਸ਼ਬਦ ਰਾਗ ਬਿਲਾਵਲ, ਤੁਸੀਂ ਗੱਲ ਕੀਤੀ ਸੀ ਕਿ ਬੁਲਾਉਂਦਾ, ਇੱਕ ਮਿੰਟ ਜਾਣਾ ਗੁਰਦੇਵ ਜੀ, ਰਾਗ ਬਿਲਾਵਲ ਦਾ, ਔਰ ਇਹ ਸ਼ਬਦ ਬਹੁਤ ਵਾਰੀ ਰਿਪੀਟ ਹੋਇਆ। ਪਿਛਲੇ 2-3 ਮਹੀਨਿਆਂ ਵਿੱਚ ਵੀ ਮੇਰੇ ਖਿਆਲ 6-7 ਵਾਰੀ ਆਇਆ। ਅੱਜ ਵੀ ਨਵਦੇਵ ਜਿਹੜਾ ਸ਼ਬਦ ਮੈਂ ਤੁਹਾਨੂੰ ਅੱਜ ਤੋਂ ਭੇਜਿਆ ਨਹੀਂ ਹੈ, ਜਿਹੜਾ ਅੱਜ ਆਇਆ ਨਾ, ਉਹ ਡੇ ਬਿਫੋਰ ਯੈਸਟਰਡੇ ਵੀ ਹੋਈ ਸੀ। ਸੋ ਕਈ ਵਾਰੀ, ਔਰ ਤੁਹਾਨੂੰ ਇਹ ਸਾਰਿਆਂ ਨੂੰ ਪਤਾ ਹੋਏਗਾ ਕਿ ਜੋ ਵੀ ਬੱਚੇ ਨੂੰ ਅਸੀਂ ਸਿੱਖਿਆ ਦਿੱਤੀ ਸੀ, ਖਾਲੀ ਮੈਂ ਹੀ ਨਹੀਂ ਪੂਰੀ ਕਲਾਸ ਨੇ, ਕਿ ਸਾਨੂੰ SCPC ਨੂੰ ਜਾਂ ਅਕਾਲ ਤਖਤ ਸਾਹਿਬ ਨੂੰ ਕਹਿਣਾ ਚਾਹੀਦਾ ਕਿ ਜੇ 365 ਡੇਜ਼ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 6-7 ਹਜ਼ਾਰ ਸ਼ਬਦ ਨੇ, ਤਾਂ ਉਹਨਾਂ ਵਿੱਚੋਂ ਰੋਜ਼ ਹੀ ਇੱਕ ਨਵਾਂ ਸ਼ਬਦ ਕੱਢਿਆ ਜਾ ਸਕਦਾ ਹੈ ਜਿਹਦੇ ਵਿੱਚ ਪਰਮਾਤਮਾ ਦੇ ਦਰਸ਼ਨ ਦੀ ਗੱਲ ਹੋਏਗੀ। ਵਾਈ ਟੂ ਰਿਪੀਟ ਅ ਸ਼ਬਦ ਅਗੇਨ ਐਂਡ ਅਗੇਨ? ਸੋ ਇਹਨਾਂ ਨੇ ਉਹਨਾਂ ਨੂੰ ਈਮੇਲ ਭੇਜੀ ਸੀ, ਪਰ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਕੁਝ ਐਸਾ ਹੀ ਹਿਸਾਬ ਕਿਤਾਬ ਹੈ ਇੰਡੀਆ 'ਚ ਕਿ ਜਵਾਬ ਆਉਣਾ ਬੜਾ ਮੁਸ਼ਕਿਲ ਹੈ। ਐਨੀਵੇ, ਰਾਗ ਬਿਲਾਵਲ ਦਾ ਸ਼ਬਦ ਹੈ ਔਰ ਭਗਤ ਕਬੀਰ ਦਾ ਸ਼ਬਦ ਹੈ। ਇਹ ਤੁਸੀਂ ਬਹੁਤ ਵਾਰੀ ਸੁਣਿਆ ਹੋਣਾ, ਔਰ ਇਹ ਵੀ ਬਹੁਤ ਆਸਾਨ ਸ਼ਬਦ ਹੈ। ਤੁਧ ਬਿਨ ਸੁਰਤ ਕਰੇ ਕੋ ਮੇਰੀ, ਦਰਸ਼ਨ ਦੀਜੇ ਖੋਲ ਕੇ ਵਾਰ। ਦਰ ਮਾਂਡੇ ਦਰ ਮੰਨਦੇ ਸਾਡੇ ਦਰਬਾਰ ਕਿ ਹੇ ਪ੍ਰਮਾਤਮਾ, ਮੈਂ ਤੇਰੀ ਦਲੀਲ ਤੇ, ਤੇਰੇ ਦਰ ਤੇ, ਤੇਰੇ ਦਰਬਾਰ 'ਚ ਖੜੋ ਕੇ ਹੱਥ ਜੋੜ ਕੇ ਤੇਰੇ ਕੋਲੋਂ ਤੇਰੇ ਅੱਗੇ ਇੱਕ ਅਰਦਾਸ ਕਰਦਾ ਕਿ ਤੇਰੇ ਤੋਂ ਇਲਾਵਾ ਤੇ ਮੈਨੂੰ ਕੋਈ ਦੇਖਣ ਵਾਲਾ ਨਹੀਂ ਹੈ, ਮੇਰੀ ਲੁੱਕ ਆਫਟਰ ਕਰਨ ਵਾਲਾ ਕੋਈ ਨਹੀਂ ਹੈ। ਤੇ ਮੈਂ ਪਲੀਜ਼, ਹੁਣ ਤੁਸੀਂ ਇਹ ਸਿਨੈਰੀਓ ਕਰ ਲਓ ਕਿ ਕਬੀਰ ਅੱਖਾਂ ਬੰਦ ਕਰਕੇ ਖੜੇ ਨੇ, ਉਹਨਾਂ ਨੇ ਇਹ ਸ਼ਬਦ ਉਚਾਰਿਆ ਕਿ ਜਦੋਂ ਮੈਂ ਅੱਖਾਂ ਖੋਲਾਂ ਪਰਮਾਤਮਾ ਤੋਂ ਮੇਰੇ ਸਾਹਮਣੇ ਖੜਾ ਹੋਈ, ਜਾਂ ਮੈਂ ਠਾਕਰ ਦੁਆਰੇ ਆ ਕੇ ਖੜਾ ਹੋਇਆ, ਉਹਨਾਂ ਨੇ ਸ਼ਬਦ ਉਚਾਰਿਆ ਕਿ ਮੈਂ ਠਾਕਰ ਦੁਆਰੇ ਦੇ ਦਰਵਾਜ਼ੇ ਖੋਲਾਂ ਤਾਂ ਤੂੰ ਮੇਰੇ ਸਾਹਮਣੇ ਖੜਾ ਹੋਈ, ਜਾਂ ਇਹ ਮੈਟਾਫੋਰਿਕਲ ਹੈ, ਇਹ ਤੁਹਾਡੇ ਤੇ ਮੈਂ ਛੱਡ ਦੇਣਾ। ਪਰ ਜੇ ਪਰਮਾਤਮਾ ਦਰਸ਼ਨ ਦੇ ਸਕਦਾ ਤੇ ਉਹਨੂੰ ਕਬੀਰ ਨੂੰ ਦਰਸ਼ਨ ਦਿੱਤੇ ਉਹਨਾਂ ਨੇ। ਸਾਖੀਆਂ ਤੇ ਇਹ ਆਉਂਦੀ ਹੈ ਕਿ ਮੈਕਸਿਮਮ ਟਾਈਮ ਵਾਹਿਗੁਰੂ ਨੇ ਦਰਸ਼ਨ ਭਗਤ ਨਾਮਦੇਵ ਨੂੰ ਦਿੱਤੇ ਨੇ। ਔਰ ਇਹ ਜਿਹੜੀ ਸਾਖੀ ਹੈ, ਮੈਂ ਖੁਦ ਗੁਰਦੁਆਰਿਆਂ ਵਿੱਚ ਆਪਣੇ ਰਾਗੀ ਸਿੰਘਾਂ ਤੋਂ, ਆਪਣੇ ਕਥਾਕਾਰਾਂ ਤੋਂ ਕਈ ਸੈਂਕੜੇ ਵਾਲੀ ਸੁਣੀ ਆ। ਔਰ ਮੈਂ ਕਦੀ ਕਿਸੇ ਸਾਖੀ ਤੇ ਇਤਰਾਜ਼ ਨਹੀਂ ਕੀਤਾ, ਕਿਉਂਕਿ ਜੇ ਮੈਨੂੰ ਖੁਦ ਹੀ ਨਹੀਂ ਪਤਾ ਕਿ ਪਰਮਾਤਮਾ ਕਿਹਨੂੰ ਦਰਸ਼ਨ ਦਿੰਦਾ ਤੇ ਉਹ ਫਿਰ ਨਾਮਦੇਵ ਨੂੰ ਦਰਸ਼ਨ ਕਿਉਂ ਨਹੀਂ ਦੇਣਗੇ ਬਈ? ਜੇ ਗੁਰਬਾਣੀ ਦਾ ਸ਼ਬਦ ਆਉਂਦਾ, ਗੁਰੂ ਰਾਮਦਾਸ ਜੀ ਦਾ ਸ਼ਬਦ ਆਉਂਦਾ, ਭਗਤ ਨਾਮਦੇਵ ਦਾ ਆਪਣਾ ਸ਼ਬਦ ਆਉਂਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਔਰ ਇੱਕ ਪਾਸੇ ਤੁਸੀਂ ਕਹਿੰਦੇ ਹੋ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ that is the last word, ਕਿ ਉਹਨੇ ਦਿਉਰਾ ਘੁਮਾਤਾ ਸੀ, ਕਿ ਉਹਨੇ ਮੰਦਰ ਘੁਮਾਤਾ ਸੀ, ਤੇ ਫਿਰ ਉਹਦੇ ਕੋਲ ਤਾਕਤ ਹੈ ਸੀ ਨਾ।
ਤੇ ਫਿਰ ਉਹਨੂੰ ਵਾਹਿਗੁਰੂ ਕਿਉਂ ਨਹੀਂ ਦਰਸ਼ਨ ਦੇਗਾ? ਐਨੀਵੇ, ਤੁਮ ਧਨ ਧਨੀ, ਹੁਣ ਉਹ ਵਾਹਿਗੁਰੂ ਨੂੰ ਐਡਰੈਸ ਕਰ ਰਹੇ ਨੇ। ਤੁਮ ਧਨ ਧਨੀ, ਧਨੀ ਮਾने ਰਿਚੈਸ, ਧਨ ਮਾने ਧਨ, ਉਧਾਰ ਤਿਆਗੀ, ਤੁਸੀਂ ਅਗਰ ਜੇ ਚਕੌਵੇਂ ਪਾ ਲਓ, ਤੁਮ ਧਨ ਧਨੀ, ਉਧਾਰ ਵੀ, ਤਿਆਗੀ ਵੀ ਤੂੰ, ਸਵਰਨਨ ਸੁਨੀਅਤ ਸੁਜਸ ਤੁਮਾਰ। ਫਿਰ ਉਹੀ ਆ ਗਿਆ ਵਰਡ ਜਿਹੜਾ ਸੁਣਨਾ, ਦੇਖਣਾ ਤੇ ਕਹਿਣਾ। ਇਹ ਸੱਚੇ, ਇਹ ਉਹ ਕਹਿ ਰਹੇ ਨੇ ਅਕਾਲ ਪੁਰਖ ਨੂੰ ਕਿ ਤੂੰ ਸਭ ਤੋਂ ਦੁਨੀਆ ਦਾ ਰਿਚ ਬੰਦਾ ਹੈ। ਜਿਹੜੇ ਲੋਕੀ ਪੈਸਾ ਵੀ ਲੱਭਦੇ ਨੇ, ਜੇ ਉਹ ਵੀ ਤੇਰੇ ਦੁਆਰੇ ਆ ਜਾਣਗੇ ਤੇ ਤੂੰ ਉਹਨਾਂ ਨੂੰ ਵੀ ਮਾਲਾ ਮਾਲ ਕਰ ਸਕਦਾ ਹੈ। ਉਹ ਕਿੱਥੇ ਤੁਰੇ ਫਿਰਦੇ ਨੇ ਵੱਡੀਆਂ ਵੱਡੀਆਂ ਕਾਰਪੋਰੇਸ਼ਨਾਂ ਵਿੱਚ, ਤੇਰੇ ਦਰ ਤੇ ਆਉਣ। ਤੇਰੇ ਵਰਗਾ ਤਿਆਗੀ ਕੋਈ ਨਹੀਂ, ਤੇਰੇ ਵਰਗਾ ਉਧਾਰ ਕੰਪੈਸ਼ਨੇਟ ਕੋਈ ਨਹੀਂ। ਇਹ ਗੱਲਾਂ ਸੁਣੋ, ਆਪਣੇ ਕੰਨਾਂ ਨਾਲ ਸੁਣੋ। ਫਿਰ ਜੇ ਤੁਹਾਨੂੰ ਇਹ ਸਮਝ ਆ ਜਾਣ, ਕੰਨ ਕਾਹਦੇ ਵਾਸਤੇ ਪਰਮਾਤਮਾ ਨੇ ਦਿੱਤੇ ਨੇ? ਪਰਮਾਤਮਾ ਦੀ ਉਸਤਤ ਕਰਨ ਵਾਸਤੇ ਦਿੱਤੇ ਨੇ ਕਿ ਜਿਹੜਾ ਇੰਨਾ ਜਿਹਨੂੰ ਉਹਨਾਂ ਨੇ ਤਿਆਗੀ ਕਿਹਾ, ਜਨਰਸ ਅਨਅਟੈਚ ਬੰਦਾ, ਉਹਦੀ ਉਸਤਤ ਆਪਣੇ ਕੰਨਾਂ ਦੇ ਨਾਲ ਸੁਣੋ। ਜਾਂ ਉਹ ਕਹਿੰਦੇ ਨੇ ਕਿ ਮੈਂ ਸੁਣਦਾ। ਮੰਗੋ ਕਹੇ ਰੰਕ ਸਭ ਦੇਖੋ, ਮੰਗੋ ਕਾਹੇ ਰੰਕ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਉਹ ਕਹਿੰਦੇ ਨੇ ਮੈਂ ਕਿਸੇ ਕੋਲ ਮੰਗਣ ਜਾਵਾਂ, ਮੈਨੂੰ ਤਾਂ ਸਾਰੇ ਉਂਝ ਹੀ ਬੈਗਰ ਨਜ਼ਰ ਆਉਂਦੇ ਨੇ। ਉਹ ਤੇ ਸਭ ਤੇਰੇ ਕੋਲੋਂ ਆਲਰੇਡੀ ਮੰਗ ਰਹੇ ਨੇ। ਇੱਥੇ ਤੇ ਸੰਸਾਰ ਵਿੱਚ ਸਾਰੇ ਬੈਗਰ ਨੇ। ਮੰਗੋ ਕਾਹੇ ਰੰਗ ਸਭ ਦੇਖੋ, ਮੈਨੂੰ ਤਾਂ ਸਾਰੇ ਬੈਗਰ ਹੀ ਨਜ਼ਰ ਆਉਂਦੇ ਨੇ। ਤੁਮ ਹੀ ਤੇ ਮੇਰੋ ਨਿਸਤਾਰ, ਮੇਰਾ ਨਿਸਤਾਰਾ, ਮੇਰੀ ਸਾਲਵੇਸ਼ਨ, ਮੇਰਾ ਉਧਾਰ, ਉਹ ਤੇ ਸਿਰਫ ਇੱਕ ਅਕਾਲ ਪੁਰਖ ਤੂੰ ਹੀ ਕਰ ਸਕਦਾ ਹੈ। ਫਿਰ ਉਹਨਾਂ ਨੇ ਥੱਲੇ ਕੁਛ ਭਗਤਾਂ ਦੇ ਨਾਂ ਦਿੱਤੇ ਨੇ। ਜੈਦੇਵ, ਨਾਮਾ ਨਾਮਦੇਵ, ਵਿਪ ਸੁਦਾਮਾ। ਵਿਪ ਕਹਿੰਦੇ ਨੇ ਬ੍ਰਾਹਮਣ ਨੂੰ, ਵਿਪਰਨ ਦੀ ਰੀਤ ਨਹੀਂ ਕਹਿੰਦੇ, ਉਹ ਸੁਦਾਮੇ ਵਾਸਤੇ ਹੈ ਐਡਜੈਕਟਿਵ। ਤਿੰਨ ਕੋ ਕਿਰਪਾ ਭਈ ਅਪਾਰ, ਕਿ ਤੂੰ ਇਹਨਾਂ ਤੇ ਕਿਰਪਾ ਕੀਤੀ ਸੀ ਨਾ। ਜੈਦੇਵ ਦੇ ਵੀ ਤੁਹਾਨੂੰ ਪਤਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਹੈਗੇ ਨੇ। ਕਿੰਨੇ ਕਿੰਨੇ? ਹਾਊ ਮੈਨੀ ਸ਼ਬਦ ਆਫ ਜੈਦੇਵ ਆਰ ਇਨ ਗੁਰੂ ਗ੍ਰੰਥ ਸਾਹਿਬ? ਇੱਕ ਸ਼ਬਦ ਉਹਨਾਂ ਦਾ। ਹਾਂਜੀ, ਇੱਕ ਸ਼ਬਦ, ਦੋ। ਔਰ ਕਿਹੜੀ ਕਿਹੜੀ ਸਟੇਟ ਦਾ ਜੈਦੇਵ? ਬੰਗਾਲ, ਬੰਗਾਲ ਆ, ਬੰਗਾਲ ਦਾ। ਔਰ ਇਹਨਾਂ ਦੇ ਦੋ ਸ਼ਬਦ ਨੇ। ਨਾਮਦੇਵ ਬਾਰੇ ਤੁਹਾਨੂੰ ਹੁਣੇ ਤੁਸੀਂ ਆਪੇ ਹੀ ਕਿਹਾ ਕਿ ਨਾਮਦੇਵ ਦੇ 61 ਨੇ। ਜੈਦੇਵ ਨਾਮਾ ਵਿਪ ਸੁਦਾਮਾ। ਸੁਦਾਮਾ ਤੁਹਾਨੂੰ ਪਤਾ ਹੀ ਹੈ ਕ੍ਰਿਸ਼ਨ ਦਾ ਭਗਤ ਸੀ। ਤਿੰਨ ਕੋ ਕਿਰਪਾ ਭਈ ਅਪਾਰ, ਤੂੰ ਕਿੰਨੀ ਉਹਨਾਂ ਤੇ ਮਿਹਰ ਕੀਤੀ ਆ। ਮਿਹਰ ਕੀਤੀ ਤੇ ਉਹਨਾਂ ਦਾ ਨਾਂ ਇੰਨਾ ਪ੍ਰਚਲਿਤ ਹੋਇਆ ਨਾ। ਕਹਿ ਕਬੀਰ ਤੁਮ ਸਮਰੱਥ ਦਾਤੇ। ਤੁਹਾਡੇ ਵੀ ਸ਼ਬਦ ਆਉਂਦਾ, ਤੁਮ ਸਮਰੱਥ ਹੈ ਅਗਾਤੇ ਗੋਚਰ। ਕਹਿ ਕਬੀਰ ਤੁਮ ਸਮਰੱਥ ਦਾਤੇ, ਚਾਰ ਪਦਾਰਥ ਦੇਤ ਨਾ ਬਾਹਰ। ਇੱਕ ਮਿੰਟ ਨਹੀਂ ਲੱਗਦਾ ਤੈਨੂੰ ਸਾਨੂੰ ਚਾਰ ਪਦਾਰਥ ਦੇਣ ਵਾਸਤੇ। ਹੁਣ ਜੇ ਤੁਸੀਂ ਇਹ ਸ਼ਬਦ ਪੜ੍ਹਦੇ ਹੋ ਤੇ ਤੁਹਾਨੂੰ ਕੁਝ ਹਿਸਟੋਰੀਕਲ ਚੀਜ਼ਾਂ ਵੀ ਨਜ਼ਰ ਆਉਂਦੀਆਂ। ਜੈਦੇਵ ਕੌਣ ਸੀ? ਨਾਮਦੇਵ ਕੌਣ ਸੀ? ਸੁਦਾਮਾ ਕੌਣ ਸੀ? ਜੇ ਉਹਨਾਂ ਦੇ ਨਾਂ ਲਿਖੇ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਨਾ ਕੌਣ ਸੀ। ਮਹਿੰਦਰ ਤੇ ਤੁਹਾਨੂੰ ਪਤਾ ਹੋਣਾ ਸੁਦਾਮਾ ਕੌਣ ਸੀ। ਅਨਮਿਊਟ ਕਰੋ। ਇਹ ਮਿਊਟ ਕਿਉਂ ਕਰਨ ਦੇ? ਹਾਂਜੀ ਹਾਂ, ਸੁਦਾਮਾ ਕੌਣ ਸੀ? ਕ੍ਰਿਸ਼ਨ ਦਾ ਭਗਤ ਸੀਗਾ ਜੀ। ਕ੍ਰਿਸ਼ਨ ਦਾ ਕੀ ਸੀ? ਭਗਤ ਸੀ। ਕੈਲਾਸ਼। ਸੁਦਾਮਾ ਉਹਦਾ ਦੋਸਤ ਸੀ। ਉਹਨਾਂ ਦਾ ਕਲਾਸ ਫੈਲੋ ਸੀ, ਦੋਸਤ ਸੀ, ਦਾ ਦੋਸਤ ਸੀ। ਔਰ ਜਦੋਂ ਉਹ ਦਵਾਰਕਾ ਦੇ ਰਾਜੇ ਬਣੇ ਨੇ ਨਾ, ਤੇ ਇਹ ਬਹੁਤ ਗਰੀਬ ਸੀ। ਜਿਹੜੀ ਸਾਖੀ ਆਉਂਦੀ ਹੈ, ਕਹਾਣੀ ਆਉਂਦੀ ਹੈ, ਇੰਝ ਹੀ ਹੈ ਕੁਛ। ਕਹਾਣੀਆਂ ਤੇ ਕਈ ਹੋਣਗੀਆਂ ਸੁਦਾਮੇ ਦੀਆਂ। ਜਿਹੜੀ ਮੈਂ ਪੜ੍ਹੀ ਹੈ ਉਹ ਇਹ ਹੈ ਕਿ ਸੁਦਾਮਾ ਚੂੰਕਿ ਉਹਦੀ
ਵਾਈਫ ਨੂੰ ਪਤਾ ਸੀ ਕਿ ਇਹ ਕ੍ਰਿਸ਼ਨ ਦਾ ਦੋਸਤ ਹੈ ਤੇ ਉਹਦੀ ਵਾਈਫ ਨੇ ਵੀ ਪੜਿਆ ਸੀ ਕਿ ਹੁਣ ਕ੍ਰਿਸ਼ਨ ਦਵਾਰਕਾ ਦਾ ਰਾਜਾ ਹੈ। ਤਾਂ ਫਿਰ ਉਹਨੇ ਸੁਦਾਮਾ ਨੂੰ ਕਿਹਾ ਸੀ ਕਿ ਤੂੰ ਆਪਣੇ ਦੋਸਤ ਨੂੰ ਮਿਲ, ਸ਼ਾਇਦ ਉਹ ਤੈਨੂੰ ਵੀ ਕੁਝ ਦੇ ਦੇਵੇ, ਅਸੀਂ ਵੀ ਆਪਣੇ ਬੱਚਿਆਂ ਨੂੰ ਰੋਟੀ ਖਵਾ ਸਕੀਏ। ਉਹ ਕਹਿੰਦਾ ਮੈਂ ਆਪਣੇ ਦੋਸਤ ਕੋਲੋਂ ਮੰਗ ਨਹੀਂ ਸਕਦਾ, ਉਹ ਮੇਰਾ ਦੋਸਤ ਸੀ ਤੇ ਉਹਨੂੰ ਦੋਸਤੀ ਤੇ ਤੱਕ ਹੀ ਰਹਿਣ ਦੇ। ਖੈਰ ਤੁਹਾਨੂੰ ਪਤਾ ਹੈ ਕਿ ਕਹਿੰਦੇ ਜਿਸ ਵੇਲੇ ਔਰਤ ਜ਼ਿੱਦ ਕਰਦੀ ਤੇ ਬੰਦੇ ਨੂੰ ਝੁਕਣਾ ਹੀ ਪੈਂਦਾ। ਇੱਥੇ ਬੜੇ ਬੰਦੇ ਨੇ ਜਿਹਨਾਂ ਨੂੰ ਪਤਾ ਹੈ ਜਿਹੜੇ ਝੁਕੇ ਨੇ। ਉਹ ਜਿਹੜੇ ਸੁਦਾਮਾ ਤੁਰਨ ਲੱਗਦਾ ਨਾ ਤੇ ਉਹ ਕਹਿੰਦਾ ਵੀ ਮੈਂ ਖਾਲੀ ਹੱਥ ਤੇ ਨਹੀਂ ਜਾਣਾ, ਕੁਛ ਤੇ ਦੇ। ਕਈ ਕਹਿੰਦੇ ਨੇ ਉਹਨੇ ਖਿਚੜੀ ਬਣਾਈ, ਕਈ ਕਹਿੰਦੇ ਨੇ ਉਹਨੇ ਕੱਚੇ ਚੌਲ ਦਿੱਤੇ, ਜੋ ਵੀ ਕੁਛ ਉਹਨੇ ਦਿੱਤਾ। ਜਿਹੜੇ ਵੀ ਉਸ ਵੇਲੇ ਕ੍ਰਿਸ਼ਨ ਤੇ ਸੁਦਾਮਾ ਇਕੱਠੇ ਬੈਠ ਕੇ ਖਾਂਦੇ ਹੋਣਗੇ, ਉਹ ਸੁਦਾਮੇ ਨੇ ਆਪਣੇ ਪੱਲੇ ਬੰਨ ਲਏ। ਪੱਲੇ ਸਮਝਦੇ ਹੋ ਨਾ, ਗੰਢ 'ਚ ਬੰਨ ਲਏ। ਜਿਹੜਾ ਵੀ ਉਹਨੇ ਪੱਲਾ ਪਾਇਆ ਹੋਣਾ ਜਾਂ ਜਿਹੜਾ ਵੀ ਉਹਦੇ ਕੋਲ ਚਾਦਰ ਹੋਣੀ ਹੈ। ਪਹੁੰਚ ਗਿਆ ਉਹ ਦਵਾਰਕਾ। ਹੁਣ ਦਵਾਰਕੇ ਅੰਦਰ ਕੌਣ ਜਾਣ ਦੇਗਾ ਉਹਨੂੰ? ਉਹਨੇ ਬੜਾ ਰੌਲਾ ਰੌਲਾ ਪਾਇਆ, ਮੈਂ ਕ੍ਰਿਸ਼ਨ ਦਾ ਦੋਸਤ ਹਾਂ। ਉਹਨੂੰ ਫਟੇ ਫਟਾਏ ਕੱਪੜੇ ਉਂਝੀ ਕੋਈ ਨਹੀਂ ਲੰਘਣ ਦਿੰਦਾ। ਬਟ ਐਨੀਵੇ ਕ੍ਰਿਸ਼ਨ ਨੂੰ ਪਤਾ ਲੱਗਿਆ ਕਿ ਸੁਦਾਮਾ ਆਇਆ, ਸੋ ਉਹਨਾਂ ਨੇ ਫਟਾਫਟ ਭੇਜਿਆ ਸੁਨੇਹਾ ਦਰਬਾਨ ਨੂੰ, ਉਹਨੂੰ ਇੱਜ਼ਤ ਦੇ ਨਾਲ ਅੰਦਰ ਲੈ ਕੇ ਆਓ। ਸੋ ਸੁਦਾਮਾ ਆ ਗਿਆ ਤੇ ਕ੍ਰਿਸ਼ਨ ਜੀ ਉਹਨੂੰ ਬੜੇ ਜੱਫੀ ਪਾ ਕੇ ਬੜੇ ਪਿਆਰ ਨਾਲ ਮਿਲੇ, ਬਿਠਾਇਆ, ਇੱਜ਼ਤ ਕੀਤੀ, ਪੁੱਛਿਆ ਘਰ-ਬਾਰ ਦੇ ਬਾਰੇ ਪੁੱਛਿਆ, ਸਭ ਸੁੱਖ ਸ਼ਾਂਤ ਹੈ, ਸਭ ਕੁਝ ਉਹਨੇ ਕਿਹਾ ਬਹੁਤ ਬਹੁਤ। ਤੁਹਾਨੂੰ ਪਤਾ ਬੰਦਾ ਜੇ ਮੰਗਣ ਜਾਏ ਤਾਂ ਮੰਗੀ ਕੁਛ ਨਹੀਂ ਸਕਦਾ। ਹਾਂਜੀ ਬੜੀ ਕਿਰਪਾ, ਬੜੀ ਠੀਕ ਹੈ, ਐਵਰੀਥਿੰਗ ਇਜ਼ ਫਾਈਨ। ਤੇ ਉਹ ਕਹਿੰਦੇ ਨੇ ਮੇਰੀ ਭਰਜਾਈ ਨੇ ਕੁਝ ਭੇਜਿਆ ਹੋਣਾ ਮੇਰੇ ਲਈ। ਹੁਣ ਉਹਦੇ ਕੋਲ ਕੱਚੇ ਚਾਵਲ ਸਨ ਜਾਂ ਖਿਚੜੀ ਸੀ ਇੰਨੇ ਕੋ, ਤੇ ਉੱਥੇ ਉਹ ਦੇਖ ਰਹੇ ਸੀ ਦਰਬਾਰ ਲੱਗਾ ਹੋਇਆ, ਕਿੰਨੇ ਲੋਕੀ, ਕਿੰਨੀਆਂ ਕਿਸਮ ਦੀਆਂ ਚੀਜ਼ਾਂ ਪਈਆਂ ਸਨ। ਉਹ ਵੀ ਉਹਨੇ ਲੁਕਾ ਲਿਆ। ਜਿਸ ਤਰ੍ਹਾਂ ਤੁਹਾਨੂੰ ਮੈਂ ਗੁਰੂ ਅਰਜਨ ਦੇਵ ਜੀ ਦੀ ਸਾਖੀ ਸੁਣਾਈ ਸੀ। ਉਹ ਕਹਿੰਦਾ ਨੇ ਮੈਂ ਆਂਦੇ ਭੁੱਲ ਗਿਆ ਸਾਂ ਤੇ ਤੇਰੀ ਭਰਜਾਈ ਨੇ ਕੁਝ ਨਹੀਂ ਭੇਜਿਆ। ਤੇ ਕ੍ਰਿਸ਼ਨ ਨੇ ਫਿਰ ਹੱਥ ਫੜ ਕੇ ਉਹ ਕੱਟ ਜਿਹੜੀ ਗੰਢ ਬੰਨੀ ਉੱਥੇ, ਔਰ ਉਹਦੇ ਸਾਹਮਣੇ ਹੀ ਉਹਨਾਂ ਨੇ ਕੱਚੇ ਚਾਵਲ ਖਾਂਦੇ। ਫਿਰ ਹੋਰ ਗੱਲਾਂ ਹੁੰਦੀਆਂ ਰਹੀਆਂ, ਪਰ ਸੁਦਾਮਾ ਕੁਛ ਨਹੀਂ ਮੰਗ ਸਕਿਆ। ਟਾਈਮ ਆ ਗਿਆ, ਕ੍ਰਿਸ਼ਨ ਨੇ ਸੁਦਾਮੇ ਨੂੰ ਤੋੜ ਦਿੱਤਾ। ਹੁਣ ਜੇ ਤੁਰਿਆ ਸੁਦਾਮਾ, ਦਿਲ ਚ ਕਹਿੰਦਾ ਯਾਰ ਮੈਂ ਕਰਨ ਕੀ ਆਇਆ ਸਾਂ ਤੇ ਕਰ ਕੀ ਬੈਠਾ, ਮੰਗਿਆ ਤਾਂ ਮੈਂ ਕੁਝ ਵੀ ਨਹੀਂ। ਮੇਰੇ ਬੱਚੇ ਭੁੱਖੇ ਰਹਿਣ ਨੂੰ ਚੌਂਪੜੀ ਜਿਹੜੀ ਹੈ ਬਾਰਿਸ਼ ਹੈ ਤੇ ਚਾਹੁੰਦੀ ਹੈ, ਗਊਆਂ ਮੱਝਾਂ ਜਿਹੜੀਆਂ ਉਹਨਾਂ ਨੂੰ ਖਾਣ ਨੂੰ ਮੇਰੇ ਕੋਲ ਕਹਾ ਨਹੀਂ। ਔਰ ਮੈਂ ਆਇਆ ਸਾਂ ਆਪਣੇ ਦੋਸਤ ਦਾ, ਮੈਂ ਦੇਖਿਆ ਉਹਦੀ ਆਲੀਸ਼ਾਨ ਮਹਿਲ ਕਿ ਕੀ ਸੀ, ਜੇ ਉਹਦੇ ਕੋਲ ਮੈਂ ਕੁਝ ਮੰਗ ਲੈਂਦਾ। ਇਹ ਹੁਣ ਆਪਣੇ ਮਨ ਦੇ ਨਾਲ ਨਵਤੇਜ ਜੀ ਉਹਦੀ ਜੰਗ ਹੋ ਰਹੀ ਹੈ। ਹੁਣ ਤੁਹਾਨੂੰ ਪਤਾ ਮਨ ਵੀ ਕਿੰਨੇ ਸਵਾਲ ਜਵਾਬ ਆਪਣੇ ਆਪ ਹੀ ਕਰਦਾ। ਇੱਕ ਮਨ ਇਹ ਕਹਿ ਰਿਹਾ ਸੀ, ਦੂਜਾ ਕਹਿੰਦਾ ਸੀ ਨਹੀਂ 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 ਮੈਂ ਮੰਗ ਨਹੀਂ ਸਕਦਾ। ਜੇ ਕ੍ਰਿਸ਼ਨ ਨੂੰ ਐਡਾ ਹੀ ਵੱਡਾ ਰਾਜਾ ਹੈ ਤੇ ਉਹਨੂੰ ਆਪ ਹੀ ਪਤਾ ਹੋਣਾ ਚਾਹੀਦਾ ਸੀ ਕਿ ਮੇਰੇ ਕੋਲ ਕੁਝ ਨਹੀਂ, ਉਹਨੇ ਕਿਉਂ ਨਹੀਂ ਪੁੱਛਿਆ? ਸੋ ਇਸੇ ਤਾਨਾਬਾਨੇ ਵਿੱਚ ਉਹ ਆਪਣੇ ਪਿੰਡ ਪਹੁੰਚਦਾ। ਪਿੰਡ ਪਹੁੰਚਦਾ ਤੇ ਮਹਿੰਦਰ ਜੀ ਜਿੱਥੇ ਉਹਦਾ ਘਰ ਸੀ ਉੱਥੇ ਜਾਂਦਾ ਤੇ ਉਹਦਾ ਘਰ ਹੈ ਹੀ ਨਹੀਂ ਉੱਥੇ। ਔਰ ਬਾਹਰ ਦੇਖਦਾ ਕੁਝ ਬੱਚੇ ਖੇਡ ਰਹੇ ਨੇ ਜਿਹਨਾਂ ਨੇ ਬੜੀਆਂ ਬਹੁਤ ਵਧੀਆ ਕੱਪੜੇ ਕੁਪੜੇ ਪਾਏ ਨੇ, ਚੰਗੀ ਤਰ੍ਹਾਂ ਦੇਖਦੇ ਤੇ ਉਹਦੇ ਆਪਣੇ ਬੱਚੇ ਨੇ। ਤੇ ਉਹ ਉਹਨਾਂ ਨੂੰ ਪੁੱਛਦਾ ਉਹ ਸਾਡਾ ਘਰ ਕਿੱਥੇ ਗਿਆ? ਉਹ ਸਾਹਮਣੇ ਜਿਹੜਾ ਏਡੇ ਆਲੀਸ਼ਾਨ ਮਹਲ ਖੜਾ, ਕਹਿੰਦੇ ਨੇ ਬਾਪੂ ਇਹ ਹੁਣ ਸਾਡਾ ਘਰ ਹੈ। ਸੋ ਕ੍ਰਿਸ਼ਨ ਨੇ ਬਿਨਾਂ ਉਹਦੇ ਮੰਗਿਆ ਹੀ ਉਹਦੇ ਵਾਸਤੇ ਹਰ ਚੀਜ਼ ਦਾ ਪ੍ਰਬੰਧ ਕਰਤਾ ਸੀ। ਇਹ ਕਹਿੰਦੇ ਸਨ ਦੋਸਤੀ ਦੇ ਵਿੱਚ ਜਿਹੜਾ ਕਈ ਵਾਰੀ ਐਗਜ਼ਾਮਪਲ ਦਿੱਤੀ ਜਾਂਦੀ ਹੈ ਨਾ, ਤੇ ਉਹ ਕ੍ਰਿਸ਼ਨ ਸੁਦਾਮਾ ਜੀ ਦਿੱਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਕਿਹਦੇ ਘਰ ਜਾ ਕੇ ਠਹਿਰਦੇ ਸਨ? ਭਾਈ ਲਾਲੋ। ਉਹ ਵੀ ਉਹਦੀ ਰੋਟੀ ਖਾ ਕੇ ਖੁਸ਼ ਸਨ। ਸੋ ਹਰ ਧਰਮ ਦੇ ਵਿੱਚ ਇੱਕ ਐਸੀ ਐਗਜ਼ਾਮਪਲ ਹੁੰਦੀ ਹੈ। ਰਾਮਦੇਵ ਕੋਲ ਵੀ ਆਉਂਦੇ ਆ, ਉਹ ਪੀਲਣੀ ਦੇ ਬੇਰ ਖਾਧੇ ਸਨ ਉਹਨਾਂ ਨੇ। ਉਹ ਪੀਲਣੀ ਜਿਨ੍ਹਾਂ ਨੂੰ ਜਿਹੜੇ ਬਾਹਮਣ ਸਨ ਜਾਂ ਜਿਹੜੇ ਵੱਡੀ ਉੱਚੀ ਜਾਤ ਵਾਲੇ ਸਨ ਉਹਨੂੰ ਨੇੜੇ ਨਹੀਂ ਸਨ ਲੱਗਣ ਦਿੰਦੇ। ਉਹਨੂੰ ਜਾ ਕੇ ਉਹਨੇ ਕਹਿੰਦੇ ਮੈਨੂੰ ਭੁੱਖ ਲੱਗੀ ਆ, ਤੇ ਉਹ ਬੇਰ ਪਤਾ ਕਿਸ ਤਰ੍ਹਾਂ ਦਿੰਦੀ ਸੀ? ਪਹਿਲਾਂ ਆਪ ਖਾਂਦੀ ਸੀ ਕਿ ਮਿੱਠਾ ਬੇਰ ਹੋਵੇ ਤਾਂ ਮੈਂ ਦਿਆਂ ਰਾਮ ਨੂੰ, ਝੂਠਾ। ਰਾਮ ਜੀ ਉਹਦੇ ਝੂਠੇ ਬੇਰ ਖਾ ਗਏ ਸੀ ਕਿਉਂਕਿ ਭਗਤਨ ਸੀ, ਉਹਦੇ ਅੰਦਰ ਵਿਸ਼ਵਾਸ ਸੀ। ਐਨੀਵੇ ਮੈਂ ਐਗਜ਼ਾਮਪਲਾਂ ਤੁਹਾਨੂੰ ਇਸ ਕਰਕੇ ਦੇ ਰਿਹਾ। ਸਿੱਖ ਧਰਮ ਦੇ ਵਿੱਚ ਵੀ ਸਭ ਤੋਂ ਤੁਹਾਡਾ ਵੱਡਾ ਜਿਹੜਾ ਪਿਲਰ ਹੈ
ਉਹ ਹੈ ਤੁਹਾਡਾ ਅਕਾਲ ਪੁਰਖ ਵਿੱਚ ਵਿਸ਼ਵਾਸ। ਬਲੀਵ ਤੇ ਮੰਨੇ ਤੇ 4 ਪੌੜੀਆਂ ਨੇ ਤੁਹਾਡੇ ਜਪਜੀ ਸਾਹਿਬ ਦੇ ਵਿੱਚ। ਜੀ ਸਾਹਿਬ ਦੇ ਵਿੱਚ। ਪਰਮਾਤਮਾ ਨੂੰ ਮੰਨੋ, ਉਹਦੇ ਵਿੱਚ ਯਕੀਨ ਰੱਖੋ, ਉਹ ਸਭ ਕੁਝ ਦੇਣ ਵਾਲਾ ਹੈ। ਔਕੜ ਆਏ ਤਾਂ ਵੀ ਉਹਨੂੰ ਨਾ ਵਿਸਾਰੋ। ਜੋ ਰੋਜ਼ ਪੜ੍ਹਦੇ ਹੋ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਜੇ ਸੁਖ ਦੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਛੱਡੋ ਨਾ ਉਹਦਾ ਆਸਰਾ। He will be there. He will always be there. ਜਿਹਨੂੰ ਤੁਸੀਂ ਸੱਚੇ ਦਿਲੋਂ ਜਿਹਦੇ ਵਾਸਤੇ ਤੁਸੀਂ ਅਰਦਾਸ ਕਰਦੇ ਹੋ। ਸੋ ਇਹ 2 ਸ਼ਬਦ। ਹੁਣ ਆਏ ਲਾਸਟ ਇੱਕ ਹੋਰ ਆਇਆ ਵਰਡ, 4 great blessings। ਹੁਣ ਨੈਚੁਰਲੀ ਤੁਸੀਂ ਇਹ ਸ਼ਬਦ ਪੜ੍ਹ ਕੇ ਬੰਦ ਕਰਦੇ ਹੋ ਤੇ ਫਿਰ ਉਹ ਗੁਰਮਤ ਕਲਾਸ ਤੇ ਨਾ ਹੋਈ। ਕੱਲ ਨੂੰ ਕੋਈ ਤੁਹਾਨੂੰ ਪੁੱਛ ਸਕਦਾ ਜੀ ਇਹ ਕਿਹੜੀਆਂ ਬਲੈਸਿੰਗਸ ਕਹਿ ਰਹੇ ਨੇ, ਕਿਹਦੇ ਬਾਰੇ ਉਹ ਇਸ਼ਾਰਾ ਕਰ ਰਹੇ ਨੇ। ਇਹਦਾ ਵੀ ਡਿਫਰੈਂਟ ਰਾਈਟਰਸ ਨੇ, ਡਿਫਰੈਂਟ ਸਕਾਲਰਸ ਨੇ ਡਿਫਰੈਂਟ ਟਾਈਪ ਦੀ ਐਕਸਪਲੇਨੇਸ਼ਨ ਦਿੱਤਾ। ਔਰ ਜੇ ਤੁਸੀਂ ਗੂਗਲ ਤੇ ਜਾਓਗੇ ਨਾ, ਇੰਟਰਨੈਟ ਤੇ ਜਾਓਗੇ ਨਾ, ਤੁਹਾਨੂੰ ਬਾਈਬਲ ਵਿੱਚ ਵੀ ਆਉਂਦੀਆਂ ਜੀਸਸ ਦੇ ਗ੍ਰੇਟ ਬਲੈਸਿੰਗਸ। ਹੋਰ ਵੀ ਧਰਮਾਂ ਦੀਆਂ ਕਈ ਗ੍ਰੇਟ ਬਲੈਸਿੰਗਸ ਆਉਂਦੀਆਂ, ਬਟ ਐਨੀਵੇ ਗੁਰੂ ਨਾਨਕ ਦੀਆਂ ਜਿਹੜੀਆਂ ਗ੍ਰੇਟ ਬਲੈਸਿੰਗਸ ਹਨ ਉਹ ਹੈ ਫੇਥ, ਸਕਸੈਸ, ਮੁਕਤੀ ਤੇ ਤੁਹਾਨੂੰ ਰਹਿਣ ਵਾਸਤੇ ਜਿਹੜਾ ਬੇਸਿਕ ਤਾਨਾ ਹੈ। ਇਹ 4 ਜੋ ਵੱਡੇ ਸਕਾਲਰਸ ਨੇ, ਇਹ 4 ਪਦਾਰਥ ਜਿਹੜੇ ਉਹਨਾਂ ਨੇ ਲਿਖੇ ਨੇ, ਦੇਤ ਨਾ ਬਾਹਰ 1 ਸੈਕਿੰਡ ਵਿੱਚ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਜੇ ਪਰਮਾਤਮਾ ਬਖਸ਼ਿਸ਼ ਕਰੇ। ਸੋ ਇਹ 4 ਲਿਖ ਲਓ। ਇਟ ਇਜ਼ ਫੇਥ, ਇਟ ਇਜ਼ ਸਕਸੈਸ, ਇਟ ਇਜ਼ ਮੁਕਤੀ ਐਂਡ ਇਟ ਇਜ਼ ਵੈਲਥ। ਹੁਣ ਅਸੀਂ ਜਾਣਦੇ ਹਾਂ ਆਪਣੇ ਜਿਹੜਾ ਰਾਗ ਅਸੀਂ ਅੱਜ ਕਰਨਾ, ਕਿਹੜਾ ਰਾਗ ਕਰਨਾ ਬੇਟਾ? ਰਾਗ ਸਾਰੰਗ। ਤੁਸੀਂ ਗੱਲ ਕੀਤੀ ਸੀਗੀ ਪਹਿਲੇ ਸ਼ਬਦ ਵਿੱਚ ਜਿੱਦਾਂ ਪਰਸਨਲ ਗੋਡ ਦੀ, ਸਿੱਖੀ ਵਿੱਚ ਜਿਹਦਾ ਪਰਸਨਲ ਗੋਡ ਆਪਾਂ ਨਹੀਂ ਮੰਨਦੇ ਕਿਉਂਕਿ ਇਸ ਕੋਲ ਨਹੀਂ ਮੰਨਦੇ, ਪਰ ਜੋ ਸ਼ਬਦਾਂ ਦਾ ਤੂੰ ਮੇਰੇ ਪਿਤਾ, ਤੂੰ ਮੇਰਾ ਮਾਤਾ, ਤੂੰ ਮੇਰਾ ਬੰਧੂ, ਤੂੰ ਮੇਰਾ ਭਰਾਤਾ, ਇਹ ਸਭ ਕੁਝ ਆਪੇ ਪਰਸਨਲ ਹੋ ਗਿਆ। ਤੂੰ ਮੇਰਾ ਮਾਂ ਵੀ ਤੂੰ, ਮੇਰਾ ਪਿਓ ਵੀ ਤੂੰ ਮੇਰਾ ਭਰਾ ਵੀ ਤੂੰ, ਮੇਰਾ ਦੋਸਤ ਵੀ ਤੂੰ। Is that not personalizing the Almighty? ਠੀਕ ਹੈ, ਉਹ ਕੁਐਸਚਨ ਕੀ ਹੈ ਤੁਹਾਡਾ? ਕੁਐਸਚਨ ਹੈ ਕਿ ਐਕਸਪਲੇਨੇਸ਼ਨ ਹੈ? No, it's like a bit of both really. ਜੇ ਪਰਸਨਲ ਗੋਡ ਵਿੱਚ ਨਹੀਂ ਮੰਨਦੇ ਫਿਰ ਸ਼ਬਦ ਜਿੱਦਾਂ ਫਿਰ ਠੀਕ ਹੈ, ਮੈਂ ਸਮਝ ਗਿਆ, ਹੋ ਜਾਂਦਾ ਆ, ਹਨਾ? ਠੀਕ, ਬਿਲਕੁਲ ਠੀਕ ਹੈ ਕਿ ਜੇ ਤੁਸੀਂ ਦੇਹ ਮੰਨਦੇ ਹੋ ਤੇ ਫਿਰ ਇਹ ਸ਼ਬਦ ਨੂੰ ਵੀ ਸੁਣ ਲਓ ਕਿ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ। ਤੁਹਾਨੂੰ ਤੁਸੀਂ ਇੱਕ ਸਕ੍ਰਿਪਚਰ ਪੜ੍ਹ ਕੇ ਹਰ ਚੀਜ਼ ਦਾ ਜਵਾਬ ਨਹੀਂ ਲੱਭ ਸਕਦੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕਿਉਂਕਿ ਸਾਰੇ ਸ਼ਬਦ ਨੇ, ਟੈਕਸਟ ਨਹੀਂ ਹੈ, ਟੈਕਸਟ ਤੁਹਾਨੂੰ ਲੱਭਣੀ ਪੈਂਦੀ ਆ। ਔਰ ਇਸ ਟੈਕਸਟ ਵਿੱਚ ਤੁਸੀਂ ਕਹਿੰਦੇ ਹੋ ਕਿ ਗੁਰੂ ਨਾਨਕ ਨੇ ਕਿਹਾ ਕਿ ਅਕਾਲ ਪੁਰਖ ਹਰ ਜਗ੍ਹਾ ਹੈ, ਪਰਮਾਤਮਾ ਹਰ ਜਗ੍ਹਾ ਹੈ ਔਰ ਹਰ ਰੂਪ ਵਿੱਚ ਤੁਹਾਨੂੰ ਮਿਲ ਸਕਦਾ ਹੈ। ਸੋ ਇਹ ਜਿਹੜਾ ਸ਼ਬਦ ਹੈ ਉਹਦੀ ਇਹ ਵੀ ਵਿਆਖਿਆ ਹੋ ਸਕਦੀ ਹੈ ਕਿ ਉਹ ਮਾਂ ਦੇ ਰੂਪ ਵਿੱਚ ਵੀ ਆ ਸਕਦਾ ਹੈ, ਪਿਓ ਦੇ ਰੂਪ ਵਿੱਚ ਵੀ ਆ ਸਕਦਾ ਹੈ, ਦੋਸਤ ਦੇ ਰੂਪ ਵਿੱਚ ਵੀ ਆ ਸਕਦਾ ਹੈ, ਜਿਹਨੂੰ ਤੁਸੀਂ ਬਿਲਵਡ ਕਹਿੰਦੇ ਹੋ, ਜਾਂ ਲਵਰ ਦੇ ਰੂਪ ਵਿੱਚ ਵੀ ਆ ਸਕਦਾ। ਤੁਹਾਡੀਆਂ ਅੱਖਾਂ ਹੋਣੀਆਂ ਚਾਹੀਦੀਆਂ ਉਹਨੂੰ ਪਛਾਣਨ ਵਾਸਤੇ। ਰਾਗ Dr. Ji, can I ask you a question on this one as well, please? ਜਿੰਨੇ ਮਰਜ਼ੀ ਕਲਾਸ ਜੀ। ਮੈਂ ਕਈ ਫੈਮਲੀਜ਼ ਦੇ ਵਿੱਚ ਦੇਖਿਆ ਹੈ ਕਿ ਉਹ ਕਹਿੰਦੇ ਨੇ ਕਿ ਸਾਨੂੰ ਤੇ ਸਿਰਫ ਗੁਰੂ ਅਰਜਨ ਦੇਵ ਜੀ ਤੇ ਭਰੋਸਾ ਹੈ ਬਸ, ਔਰ ਕਈਆਂ ਦੇ ਮੈਂ ਸੁਣਿਆ ਕਿ ਸਾਨੂੰ ਸਿਰਫ ਗੁਰੂ ਤੇਗ ਬਹਾਦਰ ਜੀ ਤੇ ਭਰੋਸਾ ਹੈ। So would you say that there's a personal God there? ਨਹੀਂ, ਜਿਹੜੇ ਕਹਿੰਦੇ ਨੇ ਨਾ, ਕਈ ਜਿਹੜੇ ਕਹਿੰਦੇ ਨੇ ਕਿ ਸਾਨੂੰ ਸਿਰਫ ਇੱਕ ਗੁਰੂ ਤੇ ਭਰੋਸਾ, ਦੂਸਰਾ ਕਹਿੰਦੇ ਸਾਨੂੰ ਦੂਜੇ ਗੁਰੂ ਤੇ ਭਰੋਸਾ। ਹਾਂਜੀ, ਉਹਨਾਂ ਦੀ ਬੜੀ ਲਿਮਿਟਡ ਨੌਲੇਜ ਹੈ ਇਹ ਵਰਡ ਕਹਿਣ ਵਾਸਤੇ। ਅਸੀਂ ਤੇ ਕਦੀ ਗੁਰੂ ਸਾਹਿਬ ਨੂੰ ਅਲੱਗ ਕੀਤਾ ਹੀ ਨਹੀਂ। we think it's one jot going through। ਉਹਨੂੰ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਜੋ ਬਿਲੀਵ ਕਰਦੇ ਹਾਂ, ਫਸਟ ਨਾਨਕ, ਸੈਕੰਡ, ਥਰਡ, ਜੋ ਕੁਛ ਨਾਨਕ ਹੀ ਨੇ ਉਹ ਸਾਰੇ ਉਹਨਾਂ ਦੀ ਹੀ ਜੋਤ ਆ ਸਾਰੀਆਂ। ਹਾਂਜੀ, ਤੁਸੀਂ ਭਾਵੇਂ ਕਿਸੇ ਗੁਰੂ ਚ ਬਿਲੀਵ ਕਰੋ, ਅਲਟੀਮੇਟਲੀ ਯੂ ਆਰ ਬਿਲੀਵਿੰਗ ਇਨ ਗੁਰੂ ਨਾਨਕ। ਪਰ ਹੁੰਦਾ ਕੀ ਹੈ, ਤੁਸੀਂ ਜਦੋਂ ਅਰਦਾਸ ਕਰਦੇ ਹੋ ਨਾ, ਜਾਂ ਤੁਹਾਨੂੰ ਕਿਹੜਾ ਬੰਦਾ ਜੀਵਨ ਚ ਮਿਲਦਾ, ਤੁਸੀਂ ਉਹਦੇ ਇਨਫਲੂਐਂਸ ਥੱਲੇ ਆ ਜਾਂਦੇ ਹੋ। ਔਰ ਬਹੁਤ ਸਾਰੇ ਲੋਕੀ ਫਿਰ ਗੁਰੂਆਂ ਨੂੰ ਨਿਖੇੜ ਦਿੰਦੇ ਨੇ
ਕਿ ਗੁਰੂ ਨਾਨਕ ਵੱਖਰੇ ਨੇ, ਗੁਰੂ ਅੰਗਦ ਵੱਖਰੇ ਨੇ। ਬੜਾ ਉਹਨਾਂ ਕੋਲ ਵੀ ਬੜੀਆਂ ਆਰਗੂਮੈਂਟਸ ਹੁੰਦੀਆਂ। ਦੇਖੋ ਜੀ ਤੁਸੀਂ ਗੁਰੂ ਨਾਨਕ ਸਾਹਿਬ ਦਾ ਬਰਥਡੇ ਮਨਾਉਂਦੇ ਹੋ, ਬਾਕੀਆਂ ਦੇ ਬਰਥਡੇ ਕਿਸੇ ਨੂੰ ਪਤਾ ਹੀ ਨਹੀਂ ਹੁੰਦੇ। ਸੋ ਤੁਸੀਂ ਉਹਨਾਂ ਦੀ ਗੱਲ ਸੁਣ ਲਓ, ਕੋ ਠੀਕ ਹੈ, ਤੁਸੀਂ ਜਿੰਨਾ ਕੋ ਤੁਸੀਂ ਪੜ੍ਹੇ ਹੋ ਉਹ ਤੁਹਾਡੀ ਉਨੀ ਕੋਈ ਸਮਝ ਹੈ, ਪਰ ਸਾਰੇ ਗੁਰੂ ਸਾਹਿਬ ਦੇ ਵਿੱਚ ਜੋਤ ਇੱਕੋ ਹੀ ਹੈ। ਤੁਸੀਂ ਕਹਿ ਸਕਦੇ ਹੋ ਕਿ ਰਾਮ ਤੇ ਕ੍ਰਿਸ਼ਨ ਫਰਕ ਨੇ? ਨਹੀਂ, ਹਿੰਦੂ ਸਮਾਜ ਵੀ ਤਾਂ ਇਹੀ ਕਹੇਗਾ ਨਾ, ਰਾਮ ਤੇ ਕ੍ਰਿਸ਼ਨ ਦੋਨੋਂ ਹੀ ਵਿਸ਼ਨੂੰ ਦੇ ਅਵਤਾਰ ਨੇ, ਉਹ ਇੱਕੋ ਹੀ ਨੇ। ਤੇ ਅਸੀਂ ਕਿਸ ਤਰ੍ਹਾਂ ਕਹਿ ਦਈਏ ਕਿ ਗੁਰੂ ਨਾਨਕ ਤੇ ਗੁਰੂ ਅੰਗਦ ਫਰਕ ਨੇ? ਗੁਰੂ ਗੋਬਿੰਦ ਸਿੰਘ ਨੇ ਲਿਖਿਆ ਉਹ ਇੱਕੋ ਨੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜੀ ਕਿੰਨੇ ਸ਼ਬਦ ਨੇ ਜਿਹਦੇ ਵਿੱਚ ਆਉਂਦਾ ਕਿ ਇੱਕੋ ਹੀ ਜੋਤ ਹੈ। ਭੱਟਾਂ ਦੇ ਦਵਾਈਆਂ 'ਚ ਉਹਦੀ ਰਾਮਕਲੀ ਵਾਰ ਜਿਹੜੀ ਉਹਦੀ ਸੱਤ ਬਲਵੰਡ ਦੀ, ਇਹ ਤੋਂ ਜ਼ਿਆਦਾ ਉਹਨਾਂ ਨੂੰ ਪ੍ਰੂਫ ਹੋਰ ਕੀ ਚਾਹੀਦਾ? ਪਰ ਚੂੰਕਿ ਪਤਾ ਨਹੀਂ, ਫਿਰ ਵੀ ਤੁਸੀਂ ਜਿੰਨਾ ਮਰਜ਼ੀ ਸਮਝਾ ਲਓ, ਕਿਉਂਕਿ ਉਹਨਾਂ ਨੇ ਆਪਣਾ ਮਾਈਂਡ ਆਲਰੇਡੀ ਬਣਾਇਆ ਹੁੰਦਾ। ਹਾਂਜੀ। ਪਰ ਤੁਹਾਡੀ ਜਿਹੜੀ ਡਿਊਟੀ ਹੈ ਤੁਸੀਂ ਕਰਦੇ ਹੋ ਕਿ ਸਾਰੇ ਗੁਰੂਆਂ ਦੇ ਵਿੱਚ ਜੋਤ ਗੁਰੂ ਨਾਨਕ ਦੀ ਹੈ, ਉਹ ਸਾਰੇ ਹੀ ਗੁਰੂ ਨਾਨਕ ਨੇ। ਹਾਂਜੀ। ਰਾਗ ਸਾਰੰਗ ਵਿੱਚ 3 ਸ਼ਬਦ ਨੇ ਔਰ ਬੜੇ ਆਸਾਨ ਸ਼ਬਦ ਨੇ, ਔਰ ਇਹ ਸ਼ਬਦ ਜਿਹੜੇ ਨੇ ਇਹ ਨਵਤੇਜ ਦੱਸੇਗਾ ਕਿਹੜਾ ਸ਼ਬਦ ਕਿਹਨੇ ਕਰਨਾ। ਵਜੀਦ ਤੋਂ ਚਲੀਏ, ਕਿੱਧਰ ਚਲੀਏ? ਜਿਹੜਾ 12-18 ਤੇ ਹੈਗਾ ਪੇਜ, ਜਿਹੜਾ ਪਹਿਲਾ ਸ਼ਬਦ ਹੈ ਠਾਕੁਰ ਤੁਮ ਸਰਨਾਈ ਆਏ, ਉਹ ਮੈਂ ਦਵਿੰਦਰ ਭੈਣ ਜੀ ਨੂੰ ਕਿਹਾ ਸੀ ਕਿ ਜੋ ਕਰ ਸਕਣ। ਚਲੋ 3 ਸ਼ਬਦ ਨੇ, ਕਿਹੜੇ ਕਿਹੜੇ ਵੋਲੰਟੀਅਰਸ ਨੇ ਇੱਥੇ? ਇੱਕ ਤੇ ਪਹਿਲੇ ਤਾਂ ਆਪਾਂ ਲਿਖਿਆ, ਬਾਕੀ ਅਸੀਂ ਸੋਚਿਆ ਸੀ ਕਿ ਆਪਾਂ ਵੰਡ ਲਾਂਗੇ। ਠੀਕ ਹੈ, ਅੱਧੇ ਦੇ ਸ਼ਬਦ ਕਰ ਲਓ ਫਿਰ। ਅੱਧੇ ਮੀਨਸ ਹਾਫ ਸਟੈਂਜ਼ਾਸ। ਪਹਿਲੇ ਵਿੱਚ 2 ਸਟੈਂਜ਼ੇ ਨੇ, ਤੋ ਇੱਕ ਪਹਿਲਾ ਸਟੈਂਜ਼ਾ ਜਿਹੜਾ ਦਵਿੰਦਰ ਕਰੇਗੀ। ਚਲੋ ਦਵਿੰਦਰ ਜੀ। ਸਾਰੰਗ ਮਹੱਲਾ 5ਵਾਂ, ਇਹ ਸਾਰੰਗ ਸ਼ਬਦ ਹੈਗਾ ਆ ਤੇ ਰਾਗ ਹੈ ਤੇ ਮਹੱਲਾ ਜਿਹੜਾ ਹੈਗਾ 5ਵਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਹੈ। ਠਾਕੁਰ ਤੁਮ ਸਰਨਾਈ ਆਇਆ। ਠਾਕੁਰ ਜਿਹੜਾ ਹੈਗਾ ਆ, ਹੇ ਪਰਮਾਤਮਾ ਮੈਂ ਤੇਰੇ ਸ਼ਰਨ ਦੇ ਵਿੱਚ ਆਇਆ। ਠਾਕੁਰ ਪਿੰਡ ਦੇ ਵੱਡੇ ਵੀ ਹੁੰਦੇ ਆ, ਜਿਨ੍ਹਾਂ ਦੇ ਕੋਈ ਅਮੀਰ ਵੀ ਹੁੰਦੇ ਆ, ਔਰ ਉਹ ਪਿੰਡ ਦੀਆਂ ਗੱਲਾਂ ਸੁਣਦੇ ਆ ਤਾਂ ਪਿੰਡ ਦੀ ਉਹਨਾਂ ਦੀ ਸੁਲਾਹ ਕਰਾਉਂਦੇ ਆ। ਤੇ ਇਹ ਪਰਮਾਤਮਾ ਨੂੰ ਅਰਦਾਸ ਕਰ ਰਿਹਾ, ਗੁਰੂ ਜੀ ਕਿ ਮੈਂ ਤੇਰੀ ਸਰਨਾਈ, ਤੇਰੀ ਸ਼ਰਨ ਵਿੱਚ ਆਇਆ। ਉਤਰ ਗਿਓ ਮੇਰੇ ਮਨ ਕਾ ਸੰਸਾ, ਮੇਰੇ ਮਨ ਦਾ ਭਾਰ ਜਿਹੜਾ ਚਿੰਤਾ ਦਾ ਭਾਰ ਸੀਗਾ ਸਾਰਾ ਉਤਰ ਗਿਆ ਜਬ ਤੇ ਦਰਸ਼ਨ ਪਾਇਆ, ਜਦੋਂ ਤੋਂ ਮੈਂ ਤੇਰਾ ਦਰਸ਼ਨ ਪਾਇਆ, ਜਦੋਂ ਤੋਂ ਮੈਂ ਤੇਰੇ ਨਾਲ ਲਿਵ ਲਾਈ ਆ। ਰਹਾਓ ਅਨ ਬੋਲਤ ਮੇਰੀ ਬਿਰਥਾ ਜਾਣੀ, ਮੇਰੇ ਬੋਲਣ ਤੋਂ ਬਿਨਾਂ ਹੀ ਤੂੰ ਮੇਰੇ ਅੰਦਰਲੀ ਬਿਰਥਾ ਜੋ ਵੀ ਮੇਰੇ ਅੰਦਰ ਚੱਲ ਰਿਹਾ ਹੈ ਉਹ ਤੂੰ ਜਾਣਦਾ ਆ, ਤੇ ਆਪਣਾ ਨਾਮ ਮੈਨੂੰ ਜਪਾ ਦਿੱਤਾ। ਤੇ ਦੁੱਖ ਨਾਠੇ ਸੁਖ ਸਹਿਜ ਸਮਾਏ, ਮੇਰੇ ਸਾਰੇ ਦੁੱਖ ਤੇਰਾ ਨਾਮ ਜਪ ਕੇ ਮੇਰੇ ਸਾਰੇ ਦੁੱਖ ਜਿਹੜੇ ਆ ਉਹ ਦੂਰ ਹੋ ਗਏ। ਅਨੰਦ ਗੁਣ ਗਾਇਆ, ਆਨੰਦ ਦੇ ਵਿੱਚ ਬਹੁਤ ਆਨੰਦ ਦੇ ਨਾਲ ਮੈਂ ਤੇਰੇ ਗੁਣ ਗਾਏ ਤਾਂ ਮੇਰੇ ਸਾਰੇ ਦੁੱਖ ਦੂਰ ਹੋ ਗਏ। ਚਲ ਪਰਮਜੀਤ ਨੈਕਸਟ ਦੋ। ਆਏ ਪ੍ਰਕਾਰ ਕਦ ਲੀਨੇ ਆਪਣੇ ਗੇਰੇ ਅੰਧ ਕੂਪ ਤੇ, ਬਾਹ ਪਕੜ ਕੱਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ। ਮੇਰੀ ਬਾਂਹ ਫੜ ਕੇ ਤੇ ਤੁਸੀਂ ਮੈਨੂੰ ਉੱਪਰ ਨੂੰ ਕੀਤਾ ਹੈ ਨਾ, ਮੈਨੂੰ ਚੁੱਕਿਆ ਨਾ, ਕਿ ਜਿਹੜੀ ਅੰਦਰ ਡਾਰਕਨੈਸ ਸੀ ਉਹ ਚਲ ਗਈ ਹੈ ਨਾ। ਅੰਧ ਕੂਪ ਤੇ ਮਾਇਆ, ਅੰਧ ਕੂਪ ਜਿਹੜਾ ਸੰਸਾਰ ਸੀ, ਜਿਹੜਾ ਹਨੇਰਾ ਸੀ ਚਾਰੋਂ ਪਾਸੇ, ਉਹਨਾਂ ਵਿੱਚੋਂ ਤੂੰ ਮੈਨੂੰ ਕੱਢਿਆ। ਜਿਹੜੀ ਡਾਰਕ ਪਿਟ ਸੀ ਤੇ ਮਾਇਆ ਦੇ ਗੇੜ ਵਿੱਚੋਂ ਤੂੰ ਮੈਨੂੰ ਕੱਢਿਆ। ਹਾਂਜੀ, ਕੌਣ ਨਾਨਕ ਗੁਰਬੰਧਨ ਕਾਟੇ ਵਿਚਰ ਧਿਆਨ ਮਲਾਇਆ। ਗੁਰੂ ਨਾਨਕ ਦੀ ਗੁਰੂ ਕਹਿੰਦੇ ਕਿ ਤੁਸੀਂ ਮੇਰੇ ਸਾਰੇ ਜਿਹੜੇ ਬੌਂਡਸ ਹਨ ਨਾ ਉਹ ਤੋੜਤੇ ਆ ਤੇ ਵਿਚਰ ਧਿਆਨ ਮਲਾਇਆ। ਮੈਂ ਵਾਹਿਗੁਰੂ ਨਾਲ ਜੁੜ ਗਿਆ ਹੈ ਨਾ। ਠੀਕ ਹੈ, ਕੌਣ ਨਾਨਕ ਗੁਰਬੰਧਨ ਕਾਟੇ, ਕਿਉਂਕਿ ਜਿਹੜੇ ਸਾਡੇ ਨੇ ਜਿਹੜੇ ਦੁਨਿਆਵੀ ਐਂਟੈਂਗਲਮੈਂਟਸ ਨੇ ਉਹਦੇ ਕਰਕੇ ਅਸੀਂ ਪਰਮਾਤਮਾ ਤੱਕ ਨਹੀਂ ਪਹੁੰਚ ਸਕਦੇ, ਤੇ ਉਹ ਤੂੰ ਸਾਡੇ ਸਾਰੇ ਐਂਟੈਂਗਲਮੈਂਟਸ ਕੱਟ ਦਿੱਤੇ ਨੇ, ਤੇ ਜਿਹੜੇ ਚੀਜ਼ਾਂ ਜਿਹੜੇ ਸਾਡੇ ਕੋਲੋਂ ਵਿਛੜ ਗਏ ਸਨ ਤੂੰ ਉਹਦੇ ਨਾਲ ਸਾਨੂੰ ਮਿਲਾ ਦਿੱਤਾ। ਤੇ ਸਭ ਤੋਂ ਵੱਡੀ ਜਿਹੜਾ ਸਾਡਾ ਵਿਛੋੜਾ ਉਹ ਤੇ ਵਾਹਿਗੁਰੂ ਤੋਂ ਹੈ ਨਾ, ਕਿ ਅਸੀਂ ਵਾਹਿਗੁਰੂ ਤੋਂ ਵਿਛੜੇ ਹਾਂ, ਤਾਂ ਹੀ ਅਸੀਂ ਚੀਖ ਰਹੇ ਹਾਂ, ਕਰਵਾ ਰਹੇ ਹਾਂ। ਮਿੰਦਰ ਸਾਰੰਗ ਮਹੱਲਾ 5ਵਾਂ, ਪੋਥੀ ਪਰਮੇਸ਼ਵਰ ਕਾ ਥਾਨ,
ਸਾਧ ਸੰਗ ਇਹ ਗਾਵੇ ਗੁਣ ਹੈਗਾ ਗੋਬਿੰਦ। ਸ਼ਬਦ ਪੇਜ 1226 ਤੇ। ਹਾਂਜੀ ਹੈ ਤੁਹਾਡੇ ਕੋਲ ਵਿੰਦਰ? Mute ਤੇ ਤੁਸੀਂ ਅਨਮਿਊਟ ਮੈਨੂੰ- ਕਰੋ, ਅਨਮਿਊਟ ਕਰੋ। ਇਹ ਮਿਊਟ ਕਿਉਂ ਕਰ ਦਿੰਦੇ ਨੇ? हाँ। पोथी परमेश्वर का थान, साध संग गावे गुण गोविंद, पूर्ण ब्रह्म ज्ञान। ਇਹਨਾਂ ਨੇ ਐਗਜ਼ਾਮਪਲ ਦਿੱਤੀ ਹੈ ਜੀ ਪੋਥੀ ਜਿਹੜੀ ਹੈ ਇਹਨਾਂ ਦੀ ਸਾਊਂਡ ਕਿਉਂ ਕਰੈਕ ਕਰਦੇ ਆ? ਇਹ ਪਤਾ ਮੇਰਾ ਕੰਪਿਊਟਰ ਖਰਾਬ ਹੈ ਜੀ, ਮੈਂ ਅੱਜ ਇਹਦਾ ਡਾਕਟਰ ਨੂੰ ਸੱਦਿਆ ਹੈ ਦੁਪਹਿਰ ਨੂੰ। ਚਲੋ ਕਰੋ, ਕੋਸ਼ਿਸ਼ ਕਰੋ ਜਿੰਨੀ ਕੁ ਸੁਣਾਈ ਦਿੰਦੀ ਤੁਹਾਨੂੰ। पोथी परमेश्वर का थाम, साध संगत गुण गाओ गोविंद तुम ज्ञान। ये पोथी उन्होंने क्या ਜਿਹੜੀ ਹੋਲੀ ਬੁੱਕ ਨੂੰ ਉਹਨਾਂ ਪੋਥੀ ਕਿਹਾ। ਉਹ ਜਿਹੜੀ ਹੋਲੀ ਬੁੱਕ ਹੈ ਸਾਡੀ, ਜਿਹੜੀ ਸਾਡਾ ਗੁਰੂ ਗ੍ਰੰਥ ਸਾਹਿਬ ਦਾ, ਉਹ ਇੱਕ ਰੱਬ ਦਾ ਰੂਪ ਹੈ ਜੀ। ਉਹਨਾਂ ਨੇ ਇਹ ਕਹਿ ਰਿਹਾ पोथी परमेश्वर का थाम, ਉਹ ਜਿਹੜੀ ਸਾਡੀ ਹੋਲੀ ਬੁੱਕ ਉਹ ਰੱਬ ਦਾ ਰੂਪ ਹੈ। ਸਾਧ ਸੰਗਤ ਗੁਣ ਗਾਓ ਗੁਣ ਪੂਰਨ ਬ੍ਰਹਮ। ਜੇ ਬੈਠ ਕੇ ਸਾਧ ਸੰਗਤ ਦੇ ਵਿੱਚ ਇਹਨੂੰ ਪੜ੍ਹਿਆ ਜਾਵੇ, ਇਹਨੂੰ ਗਾਇਆ ਜਾਵੇ ਤੇ ਤਾਂ ਤੁਸੀਂ ਬ੍ਰਹਮ ਗਿਆਨੀ ਦਾ ਤੁਹਾਨੂੰ ਸਾਰੀ ਗਿਆਨ ਪ੍ਰਾਪਤ ਹੋ ਸਕਦਾ ਹੈ। चल बबली नेक्स्ट दो। साधक सिद्ध सगल मन लोचे, बिरले लागे ध्यान, जिस कृपाल होए मेरा स्वामी, पूर्णता को काम। ਜਿਸ ਦੇ ਉੱਤੇ ਕਿਰਪਾਲ ਹੋਏ ਗੁਰੂ। ਸੈਕਿੰਡ ਲਾਈਨ ਹੈ ਨਾ, ਮੈਂ ਕਿਹੜਾ ਪੜ੍ਹ ਰਹੀ ਹਾਂ ਮੈਨੂੰ ਵੀ ਨਹੀਂ ਪਤਾ। ਸਿੱਧ ਸਾਧਕ साधक सिद्ध सगल मन, ਸਾਧਿਕ ਸਿੱਧ ਸਗਲ ਮੁਨ ਲੋਚੇ ਬਿਰਲੇ ਲਾਗੇ ਇਹਨੂੰ ਧਿਆਨ। ਤੋੜ ਲੈਣਾ। साधक सिद्ध सगल मन लोचे, ਇਹ ਦੋ ਡਿਫਰੈਂਟ ਉਹਨਾਂ ਨਾਂ ਕਹੇ ਨੇ। ਸਾਧਕ ਸਿੱਧ ਤੇ ਜਿਹੜੇ- ਸਗਲ ਮੁਨੀ ਜਿਹੜੇ ਨੇ। ਹਾਂਜੀ, ਜਿਹੜੇ ਸਿੱਧ ਹੈਗੇ ਨੇ ਉਹਨਾਂ ਦੀ ਤੁਸੀਂ ਉਹਨਾਂ ਵੱਲ ਦੇਖ ਕੀ ਕਹਿੰਦੇ ਅਦਰ ਸੀਕਰਸ ਐਂਡ ਉਹ ਤੈਨੂੰ ਲੋਚਦੇ ਨੇ, ਤੁਹਾਨੂੰ ਲੱਭਦੇ ਨੇ ਉਹ ਤੈਨੂੰ, ਉਹ ਤੇਰੇ ਵਾਸਤੇ ਤਰਸਦੇ ਨੇ। ਬਿਰਲੇ ਲਾਗੇ ਧਿਆਨ, ਜੇ ਤੁਸੀਂ ਧਿਆਨ ਨਾਲ ਉਹਨਾਂ ਵੱਲ ਕਰੋਗੇ। ਕਿਸੇ ਬਿਰਲੇ ਦਾ ਹੀ ਧਿਆਨ ਲੱਗਦਾ। ਬਿਰਲੇ ਲਾਗੇ ਧਿਆਨ, ਬਿਰਲੇ ਮੈਨੇ ਬਹੁਤ ਥੋੜੇ, ਲੋਚਦੇ ਨੇ ਪਰ ਲਾਗੇ ਧਿਆਨ ਕਿਸੇ ਦਾ ਧਿਆਨ ਨਹੀਂ ਲੱਗਦਾ। ਬਹੁਤ ਥੋੜੇ ਨੇ ਇਸ ਸੰਸਾਰ ਦੇ ਵਿੱਚ ਜਿਹੜੇ ਟਰੂਲੀ ਤੈਨੂੰ ਤੇਰਾ ਧਿਆਨ ਕਰਦੇ ਨੇ। ਧਿਆਨ ਕਰਦੇ ਨੇ। ਵੈਸੇ ਤੇ ਹਜ਼ਾਰਾਂ ਜਿਹੜੇ ਨੇ ਉਹ ਸੀਕਰ ਨੇ ਤੇਰੇ ਇਰਦ ਗਿਰਦ, ਲੇਕਿਨ ਐਕਚੁਅਲੀ ਜਿਹੜਾ ਸੱਚਾ ਧਿਆਨ ਤੇਰੇ ਕਰਦੇ ਨੇ, ਜਿਨ੍ਹਾਂ ਦਾ ਧਿਆਨ ਤੇਰੇ ਤੱਕ ਪਹੁੰਚਦਾ ਹੈ, ਦੇ ਆਰ ਵੈਰੀ ਫਿਊ। ਵੈਰੀ ਫਿਊ। ਹਾਂਜੀ कैलाश नेक्स्ट। जिसे कृपाल होए मेरा स्वामी, पूर्णता को काम। ਜਿਸੇ ਕਿਰਪਾਲ ਹੋਏ ਮੇਰਾ ਸਵਾਮੀ, ਜਿਹਦੇ ਤੇ ਉਸ ਵਾਹਿਗੁਰੂ ਦੀ ਕਿਰਪਾ ਹੋਵੇ, ਉਹੀਓ ਤੇਰਾ ਨਾਮ ਜਪਦਾ ਹੈ। पूर्णता को काम। ਤਾਂ ਉਹਨਾਂ ਦੇ ਕੰਮ ਪੂਰੇ ਹੁੰਦੇ ਹਨ। हाँ जी। ਉਹਨਾਂ ਦੇ ਕੰਮ ਸਿਰੇ ਚੜ ਜਾਂਦੇ ਹਨ। जा हृदय वसे वह भंजन, जाके हृदय वसे है भंजन, तिस जाने सगल जहान। जाके हृदय वसे कामा पा लो, वह भंजन कामा पा लो। ਜਿਹਦੇ ਹਿਰਦੇ ਦੇ ਵਿੱਚ ਰੱਬ ਦਾ ਨਾਮ ਵਸਿਆ ਹੋਵੇ, ਉਹ ਸਾਰੇ ਉਹਨਾਂ ਦਾ ਸਾਰਿਆਂ ਦਾ ਡਰ ਦਾ ਨਾਸ ਪਰਮਾਤਮਾ ਉਹਨਾਂ ਦੇ ਦੁੱਖ ਨਾਸ ਕਰਦਾ ਹੈ। गुरदीप, खिन पल बिसर नहीं मेरे करते, ए नानक मांगे दान। ਨਾਨਕ ਦੇਵ ਜੀ ਇਹ ਦਾਨ ਮੰਗਦੇ ਵੀ, ਇਹ ਮੰਗਦੇ ਨੂੰ ਕਹਿੰਦੇ ਇੱਕ ਪਲ ਵੀ ਤੇਰਾ ਨਾਮ ਨਾ ਵਿਸਰੇ ਮੇਰੇ ਚਿੱਤ ਵਿੱਚੋਂ, ਮਿਸੇ ਤੇਰਾ ਨਾਮ ਮੈਂ ਜਪਦਾ ਰਵਾਂ। राग सारंग मल्ला नौवां। हर बिन, तेरे को है शब्द वजीर जी? हाँ जी। पेज 1231। हर बिन तेरो को न सहाई, कहाँ की मात पिता सुत बनता, को कहूँ को भाई। हर बिन तेरा को न सहाई, तेरे बिना, हरि तो बिना तेरा होर कोई सहाय नहीं, तेरी कोई सहायता करने वाला नहीं है, तेरा कोई रखा नहीं है। कहाँ की मात पिता सुत बिनंता, को काहू को पाई। वो फिर अगे सवाल करते ने कि भी कहाँ की के माता सुत बिनंता, थोड़े माँ बाप पुत ये किहड़े काम दे ने। कहाँ की मात पिता सुत बंधव, को काहू को पाई, एक थोड़े किहड़े काम दे ने रहो। धन धरनी और संपत सगली, जो मान्यो अपनाई। कि थोड़ा धन धरनी जमीन संपत, सारी संपत जो मान्यो अपनाई, जो तुसी
अपनी मन रहा है, ਜਿਹੜੀ ਇਹ ਜੋ ਕੁ ਤੇਰਾ ਹੈ ਤੂੰ ਉਹ ਆਪਣੀ ਮੰਨ ਰਿਹਾ ਹੈ। ਤਨ ਛੁੱਟੇ ਕੁਛ ਸੰਗ ਨਾ ਚਾਲੇ, ਕਹਾਂ ਤਾਹੇ ਲਪਟਾਈ। ਜਦੋਂ ਤੇਰਾ ਤਨ ਛੁੱਟ ਗਿਆ, ਤੇਰੀ ਮੌਤ ਆ ਗਈ, ਤਨ ਛੁੱਟੇ ਕੁਛ ਸੰਗ ਨਾ ਚੱਲੇ, ਫਿਰ ਉਹ ਤੇਰੇ ਨਾਲ ਇਹਨਾਂ ਚੋਂ ਕਿਸੇ ਚੀਜ਼ ਨੇ ਨਹੀਂ ਜਾਣਾ। ਜਦੋਂ ਤੇਰਾ ਤਨ ਤੇਰਾ ਕਿਉਂ ਤੂੰ ਇਹਨਾਂ ਨੂੰ ਲਿਪਟ ਕੇ ਬੈਠਾ ਹੋਇਆ ਹੈ ਨਵਤੇਜ? ਨੇ ਕਹਾ ਤੈਨ ਲਪਟਾਈ, ਤੇ ਉਹਦੇ ਨਾਲ ਕਿਉਂ ਜੱਫੀਆਂ ਪਾ ਕੇ ਬੈਠਾ ਹੈ, ਕਿਉਂ ਉਹਦੇ ਨਾਲ ਲਿਪਟਿਆ ਬੈਠਾ ਹੈ? ਬਿਲਕੁਲ ਠੀਕ ਨਵਤੇਜ। ਹਾਂਜੀ, ਦੀਨ ਦਿਆਲ ਸਦਾ ਦੁਖ ਪੰਜਨ, ਤਾਂ ਸਿਓ ਰੂਚ ਨਾ ਵਡਾਈ। ਸੋ ਇੱਥੇ ਕਹਿੰਦੇ ਨੇ ਕਿ ਗੁਰੂ ਤੇਗ ਬਹਾਦਰ ਜੀ ਕਿ ਗੁਰੂ ਦਿਆਲ ਹੈ ਤੇ ਉਹ ਤੇਰੇ ਭਾਵ ਦਾ ਵੀ ਉਹ ਡਿਸਟਰੋਇਰ ਆਫ ਫੀਅਰ ਹੈ। ਐਂਡ ਪਰ ਫਿਰ ਵੀ ਤੂੰ ਉਹ ਇੰਨਾ ਦਇਆਲੂ ਹੈ, ਇੰਨਾ ਕਿਰਪਾਲੂ ਹੈ, ਪਰ ਫਿਰ ਵੀ ਤੂੰ ਉਹਦੇ ਨਾਲ ਕੋਈ ਵੀ ਉਹਦੇ ਨਾਲ ਰਿਲੇਸ਼ਨਸ਼ਿਪ ਉਹਦੇ ਨਾਲ ਕੁਝ ਬਣਾ ਕੇ ਨਹੀਂ ਰੱਖਿਆ। ਕੋਈ ਵੀ ਆਪਣੀ ਜਿਹੜੀ ਰਿਲੇਸ਼ਨਸ਼ਿਪ ਤੇਰੀ ਹੋਣੀ ਚਾਹੀਦੀ ਹੈ ਤੂੰ ਉਹ ਬਣਾ ਕੇ ਨਹੀਂ ਰੱਖੀ। ਫਿਰ ਲਾਸਟ ਲਾਈਨ ਵਿੱਚ ਕਹਿੰਦੇ ਨੇ ਨਾਨਕ ਕਹੇ ਤੇ ਜਗਤ ਸਭ ਮਿਥਿਆ, ਜਿਉਂ ਸੁਪਨਾ ਰਹਿਨਾਈ। ਸੋ ਕਹਿੰਦੇ ਇਹ ਜਿਹੜਾ ਇਹ ਦੁਨੀਆ ਹੈ, ਇਹ ਸਾਰੀ ਜਿਸ ਤਰ੍ਹਾਂ ਅਸੀਂ ਕਹਿੰਦੇ ਸੀ ਮਾਇਆ ਦੇ ਚੱਕਰ ਵਿੱਚ ਫਸੇ ਹੋਏ ਹੈਗੇ ਆ, ਇਹ ਸਾਰੀ ਦੁਨੀਆ ਇੱਕ ਜਿੱਦਾਂ ਸੁਪਨਾ ਹੁੰਦੀ ਹੈ। ਉਹ ਇਹ ਤੂੰ ਇਨਸਾਨ ਤੋਂ ਇਹ ਰੀਅਲਾਈਜ਼ ਕਰਕੇ ਸਾਰੀ ਦੁਨੀਆ ਇੱਕ ਸੁਪਨੇ ਵਾਂਗੂ ਹੀ ਹੈ ਕਿ ਤੂੰ ਇਹਦੇ ਨਾਲ ਕਿਉਂ ਤੂੰ ਆਪਣੀ ਰਿਲੇਸ਼ਨਸ਼ਿਪ ਬਣਾ ਕੇ ਰੱਖ ਰਿਹਾ, ਕਿ ਜਿਹੜੀ ਰਿਲੇਸ਼ਨਸ਼ਿਪ ਤੈਨੂੰ ਬਣਾਉਣੀ ਚਾਹੀਦੀ ਹੈ ਉਹ ਰੱਬ ਨਾਲ ਹੋਣੀ ਚਾਹੀਦੀ ਹੈ, ਇਹ ਦੁਨੀਆ ਨਾਲ ਨਹੀਂ। ਹਾਂਜੀ ਗੁਰਦੇਵ। ਡਾਕਟਰ ਸਾਹਿਬ ਜਿਹੜਾ ਪਹਿਲਾ ਸ਼ਬਦ ਨਾ ਪੋਥੀ ਪਰਮੇਸ਼ਰ ਦਾ ਥਾਨ, ਆਪਾਂ ਕਹਿੰਦੇ ਜਿਹੜੀ ਪੋਥੀ ਸਾਹਿਬ ਜੋ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਦੀ ਉਚਾਰਨ ਕੀਤੀ ਸੀਗੀ, ਬਾਣੀ ਦੀ ਕੰਠ ਕੀਤੀ ਸੀਗੀ, ਉਦੋਂ ਉਹਨੇ ਪੋਥੀ ਸਾਹਿਬ ਉਹਦਾ ਨਾਂ ਰੱਖਿਆ ਸੀਗਾ। ਉੱਥੇ ਕਹਿੰਦੇ ਪਰਮੇਸ਼ਰ ਦਾ ਥਾਨ, ਇਹ ਪਰਮੇਸ਼ਰ ਦੇ ਪਹੁੰਚਣ ਦੇ ਥਾਨ ਦਾ ਪਹੁੰਚਣ ਤੱਕ ਜਿੱਦਾਂ ਬ੍ਰਿਜ ਆ ਨਾ, ਇਟਸ ਅ ਬ੍ਰਿਜ ਟੂ ਦੀ realm of the Almighty। ਇਹ ਵੀ ਅਰਥ ਕਹਿ ਸਕਦੇ ਆਪਾਂ? ਬਿਲਕੁਲ ਠੀਕ ਹੈ ਜੋ ਕਿਹਾ ਤੁਸੀਂ, ਉਹੀ ਹੈ ਮਤਲਬ ਇਹਦਾ ਕਿ ਜਿਹੜੀ ਪੋਥੀ, ਕਿਉਂਕਿ ਉਹਦਾ ਨਾਂ ਠੀਕ ਹੈ ਵੀ ਤੁਸੀਂ ਕਿਹਾ ਜੀ ਉਹਦਾ ਨਾਂ ਪਹਿਲਾਂ ਪੋਥੀ ਸਾਹਿਬ ਵੀ ਸੀ। ਬੜਾ ਅੱਛਾ ਲੱਗਾ ਕਿ ਅੱਜ ਤੁਸੀਂ ਕਿੰਨੇ ਸ਼ਬਦਾਂ ਦਾ ਸਾਰਿਆਂ ਨੇ ਮਿਲ ਕੇ ਕੀਤਾ। ਜਿਸ ਤੁਸੀਂ ਮਿਲ ਕੇ ਕਰਦੇ ਹੋ ਮੈਨੂੰ ਬਹੁਤ ਹੀ ਅੱਛਾ ਲੱਗਦਾ, ਕਿਉਂਕਿ ਇਹ ਜਿਸ ਤੁਹਾਡੀ ਚੀਜ਼ ਤੁਹਾਡੇ ਅੰਦਰੋਂ ਨਿਕਲਦੀ ਹੈ ਨਾ, ਦਿਸ ਇਜ਼, ਦੇਖੋ ਮੈਂ ਬਹੁਤ ਵਾਰੀ ਇਸ ਕਲਾਸ 'ਚ ਕਹਿ ਚੁੱਕਾ ਔਰ ਸਾਨੂੰ ਮੰਨਣ ਦੀ ਲੋੜ ਹੈ ਕਿ ਸਾਡੇ ਅੰਦਰ ਜਿਹੜੀ ਇੰਡੀਵਿਜੂਅਲ ਸੋਲ ਹੈ ਅਤੇ ਬੋਡੀ ਹੈ ਨਾ ਉੱਪਰ, ਲੇਕਿਨ ਅੰਦਰ ਤੇ ਜਿਹੜਾ ਕੰਮ ਕਰ ਰਿਹਾ ਸਭ ਕੁਝ ਉਹ ਤਾਂ ਤੁਹਾਡੀ ਇੰਡੀਵਿਜੂਅਲ ਸੋਲ ਹੈ, ਪਰਮਾਤਮਾ ਨੇ ਤੁਹਾਨੂੰ ਦਿੱਤੀ ਹੈ। ਔਰ ਸ਼ਬਦ ਪੜ੍ਹਨ ਨਾਲ, ਸ਼ਬਦ ਸੁਣਨ ਨਾਲ, ਜੋ ਕੁਝ ਇੱਕ ਪੜ੍ਹਦਾ ਦੂਸਰੇ ਤੁਸੀਂ ਸਾਰੇ ਸੁਣਦੇ ਹੋ, ਇਹਦਾ ਸਾਰਾ ਪੂਰਾ ਕੰਪਲੀਟ ਅਸਰ ਤੁਹਾਡੀ ਸੋਲ ਤੇ ਹੈ। ਇਹਦੇ ਨਾਲ ਪਿਉਰੀਫਿਕੇਸ਼ਨ ਹੈ ਤੁਹਾਡੇ ਸੋਲ ਦੀ। ਮਨ ਜਿਹੜਾ ਭਟਕਦਾ, ਤੁਸੀਂ ਦੇਖਿਆ ਹੋਵੇਗਾ ਕਿ ਜੇ ਤੁਸੀਂ ਕਲਾਸ 'ਚ ਬੈਠੇ ਹੋ ਤੇ ਮੇਰਾ ਨਹੀਂ ਖਿਆਲ ਕਿ ਕਿਸੇ ਦਾ ਵੀ ਮਨ ਇੱਥੋਂ ਭਟਕਿਆ ਹੋਏ, ਕਿਉਂਕਿ ਤੁਹਾਡਾ ਇਹ ਧਿਆਨ ਹੁੰਦਾ ਕਿ ਕਿਹੜਾ ਸ਼ਬਦ ਮੈਂ ਕਰਨਾ, ਕਿਹੜਾ ਸ਼ਬਦ ਦੂਜੇ ਨੇ ਕਰਨਾ। ਤੁਹਾਡੀ ਲਿਵ ਜਿਹੜੀ ਹੈ ਸ਼ਬਦ ਦੇ ਵਿੱਚ ਹੀ ਹੈ। ਔਰ ਇਹ ਜਿਹੜੇ ਫਿਰ ਤੁਹਾਡੇ 2 ਘੰਟੇ ਜੀਵਨ ਦੇ ਨੇ, ਇਹ ਐਕਚੁਅਲੀ ਤੁਹਾਡੀ ਇਨਵੈਸਟਮੈਂਟ ਹੈ in a spiritual life। ਔਰ ਤੁਸੀਂ ਕਲਾਸ 'ਚ ਹੋਰ ਜੀਵਨ ਦੇ ਵਿੱਚ ਬੜੇ ਕੰਮ ਕੀਤੇ ਹੋਣਗੇ, ਵੱਡੀਆਂ ਪਦਵੀਆਂ ਤੇ ਤੁਸੀਂ ਬੈਠੇ ਹੋਵੋਗੇ, ਬੜਾ ਧਨ ਕਮਾਇਆ ਹੋਵੇਗਾ, ਪਰ ਇਹ ਜਿਹੜੀ ਤੁਹਾਡੀ ਇਹ ਅਰਨਿੰਗ ਹੈ ਨਾ ਹੁਣ, ਦਿਸ ਇਜ਼ ਪ੍ਰਾਈਸਲੈਸ ਅਰਨਿੰਗ ਹੈ। ਔਰ ਇਹੀ ਅਰਨਿੰਗ ਨੇ ਤੁਹਾਨੂੰ ਪਰਮਾਤਮਾ ਦੇ ਨਾਲ ਜੋੜਿਆ ਹੋਇਆ। ਡਾਕਟਰ ਜੀ ਇੱਕ ਕੁਐਸਚਨ ਹੈ ਕਿ ਜਿਹੜਾ ਆਪਾਂ ਅੱਜ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ ਸੀਗਾ, ਕਿ ਅਸੀਂ ਕਹਿੰਦੇ ਕਿ ਜਿਹੜੀ ਓਬਵੀਅਸਲੀ ਜਿਹੜੀ ਗੁਰਬਾਣੀ ਦਰਜ ਹੈ, ਕਿ ਉਹ ਜੋ ਗੁਰੂ ਅਰਜਨ ਦੇਵ ਜੀ ਨੇ ਸੋਚਿਆ ਕਿ ਇਹ ਜੋ ਬਾਣੀ ਭਗਤਾਂ ਦੀ ਬਾਣੀ ਹੈ, ਜਿਹੜੀ ਵੀ ਲਿਖਾਰੀ ਜੋ ਹੈ ਨੇ, ਕਿ ਉਹਦਾ ਜਿਹੜਾ ਕੀ ਉਹਨੂੰ ਕਹਿੰਦੇ ਹੈ ਕਿ ਇਟ ਸ਼ੁੱਡ ਮੀਟ ਤੇ ਜਿਹੜੇ ਵੀ ਅਸੀਂ ਸਟੈਂਡਰਡਸ ਉਹਨਾਂ ਨੇ ਸੈੱਟ ਕੀਤੇ ਸੀਗੇ। ਹੁਣ ਇਹ ਜਿਹੜਾ ਤੁਸੀਂ ਆਪਾਂ ਗੱਲ ਕੀਤੀ ਅੱਜ ਦੇਵਰਾ ਦੀ, ਦੇਵਰਾ ਮੁੜ ਗਿਆ, ਉਹਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਪਰ ਇਹ ਹੁਣ ਮੈਂ ਇਹਦੇ ਵਿੱਚ ਕੋਈ ਕਨਫਲਿਕਟ ਹੈ? ਮਤਲਬ ਕਿ ਉਸ ਵੇਲੇ ਜਦੋਂ ਉਹ ਦੇਵਰਾ ਜਦੋਂ ਮੰਦਿਰ ਗਏ ਨੇ, ਉਸ ਵੇਲੇ ਕੀ ਉਹ ਪੁਜਾਰੀ ਮਤਲਬ ਕਿ ਆਈਡਲ ਵਰਸ਼ਿਪ ਕਰਦੇ ਸੀ? ਸੋ ਹੁਣ ਇੱਥੇ ਹੁਣ ਕਨਫਲਿਕਟ ਮਤਲਬ ਹੋ ਸਕਦਾ ਹੈ ਕਿ ਔਨ ਦਾ ਵਨ ਹੈਂਡ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਭਗਤ ਨਾਮਦੇਵ ਜੀ ਜਿਹੜੇ ਬਾਅਦ ਦੇ ਵਿੱਚ ਸ਼ਬਦ ਆਏ ਨੇ ਉਹ ਕਾਫੀ ਉਹ ਵਨਨੈਸ ਦੇ ਉੱਤੇ ਇੱਕ ਵਾਹਿਗੁਰੂ ਦੇ ਉੱਤੇ ਸ਼ਬਦ ਨੇ, ਪਰ ਉਸ ਵੇਲੇ ਦਾ ਜਦੋਂ ਮੈਂ ਜ਼ਿਕਰ ਕਰ ਰਿਹਾ ਕਿ ਅਸੀਂ ਇਹ ਕਿਸ ਤਰ੍ਹਾਂ ਅਸੀਂ ਕਨਫਲਿਕਟ ਨੂੰ ਰਿਜ਼ੋਲਵ ਕਰ ਸਕਦੇ ਹਾਂ? ਨਹੀਂ, ਪਰ ਤੁਸੀਂ ਮੰਦਿਰ ਜਾਣਾ ਜਾਂ ਗੁਰਦੁਆਰੇ ਜਾਣਾ ਡਸ ਨਾਟ ਮੀਨ ਕਿ ਤੁਸੀਂ ਆਈਡਲ ਵਰਸ਼ਿਪ ਕਰਦੇ ਹੋ।
ਤੇ ਉਸ ਮੇਰੇ ਮੰਦਰ ਕਹਿਣ ਦਾ ਮਤਲਬ ਕਿ ਉਸ ਵੇਲੇ ਤਾਂ ਮੰਦਰ ਹੀ ਸੀ ਨਾ। ਨਹੀਂ, ਮੰਦਰ ਦੇ ਵਿੱਚ ਆਈਡਲਸ ਹੋਣਗੀਆਂ, ਪਰ ਹਾਂਜੀ। ਮੰਦਰ ਇਟਸੈਲਫ ਤੇ ਵਾਹਿਗੁਰੂ ਦਾ ਹੀ ਘਰ ਹੈ ਨਾ। ਤੁਸੀਂ ਉੱਥੇ ਜਾ ਕੇ ਵੀ ਬਿਨਾਂ ਆਈਡਲ ਦੇ ਬੈਠ ਕੇ ਵਾਹਿਗੁਰੂ ਦਾ ਨਾਮ ਲੈ ਸਕਦੇ ਹੋ ਨਾ। ਸੋ ਭਗਤ ਨਾਮਦੇਵ ਜੀ ਨੂੰ ਦੇਖੋ, ਮੰਦਰ ਇਜ਼ ਅ ਡਿਫਰੈਂਟ ਥਿੰਗ ਤੇ ਆਈਡਲ ਵਰਸ਼ਿਪ ਇਜ਼ ਅ ਡਿਫਰੈਂਟ ਥਿੰਗ। ਉਹ ਗੁਰੂ ਨਾਨਕ ਸਾਹਿਬ ਵੀ ਤਾਂ ਉਸ ਮੰਦਰ ਗਏ ਨਾ। ਗੁਰੂ ਨਾਨਕ ਸਾਹਿਬ ਦਵਾਰਕਾ ਮੰਦਰ 'ਚ ਵੀ ਗਏ ਨੇ, ਗੁਰੂ ਨਾਨਕ ਸਾਹਿਬ ਮਸਜਿਦ ਵੀ ਗਏ ਨੇ। ਇਹਦਾ ਮਤਲਬ ਇਹ ਨਹੀਂ ਕਿ ਗੁਰੂ ਨਾਨਕ ਉੱਥੇ ਜਾ ਕੇ ਮੁਸਲਮਾਨ ਬਣ ਗਏ। ਸੋ ਇੱਕ ਜਾ ਕੇ ਉੱਥੇ ਉਸ ਦੇਖੋ, ਮੈਂ ਇੱਥੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕਿਸੇ ਕੌਨਫਲਿਕਟ ਵਿੱਚ ਪਾਓ। ਭਗਤ ਨਾਮਦੇਵ ਇੱਕ ਅਕਾਲ ਪੁਰਖ ਦਾ ਹੀ ਪੁਜਾਰੀ ਸੀ। ਆਰਤੀ ਹੋ ਰਹੀ ਸੀ ਜਿਸ ਵੇਲੇ ਉਹ ਉੱਥੇ ਗਿਆ, ਔਰ ਉਹਨਾਂ ਨੇ ਉਹਨੂੰ ਆਰਤੀ ਵਿੱਚ ਸ਼ਾਮਲ ਨਹੀਂ ਹੋਣ ਦਿੱਤਾ ਤੇ ਧੱਕਾ ਦਿੱਤਾ। ਸੋ ਉਹ ਪੌੜੀਆਂ ਤੋਂ ਡਿੱਗ ਪਿਆ। ਫਿਰ ਉਹਨੇ ਕਮਲੀ ਪਾਈ, ਆਪਣੇ ਆਪ ਨੂੰ ਲਪੇਟਿਆ, ਫਿਰ ਪੌੜੀਆਂ ਚੜ੍ਹਿਆ ਕਿ ਮੈਂ ਇੱਥੇ ਖਲੋ ਕੇ ਆਰਤੀ ਸੁਣ ਲੈਣਾ। ਸੋ ਫਿਰ ਉਹਨਾਂ ਨੇ ਧੱਕਾ ਦਿੱਤਾ ਉਹਨੂੰ, ਤੇ ਫਿਰ ਉਹ ਵਾਹਿਗੁਰੂ ਦੇ ਨਾਲ ਜੋ ਵੀ ਉਹਦਾ ਡਾਇਲੌਗ ਹੋਇਆ, ਤੇ ਜਿਸ ਕਰਕੇ ਫਿਰ ਪ੍ਰਮਾਤਮਾ ਨੇ ਉਸ ਮੰਦਰ ਦਾ ਮੂੰਹ ਉਹਦੇ ਵੱਲ ਫੇਰਤਾ। ਪਰ ਠੀਕ ਹੈ, ਜੋ ਤੁਸੀਂ ਕਿਹਾ ਬੜਾ ਰੈਲੇਵੈਂਟ ਕੁਐਸਚਨ ਹੈ ਕਿ ਸਾਨੂੰ ਪੁੱਛਣ ਦੀ ਲੋੜ ਹੈ। ਉਸ ਤਰ੍ਹਾਂ ਦੇ ਬੜੇ ਨਵਤੇਜ ਬੜੇ ਹੋਰ ਰੈਫਰੈਂਸਿਸ ਆਉਣਗੇ। ਬੀਠਲ ਦਾ ਨਾਂ ਆਏਗਾ ਜਿਹੜਾ ਕਿ ਐਕਚੁਅਲੀ ਮਤਲਬ ਵੀ ਵਿਸ਼ਨੂੰ ਦਾ ਇਮੇਜ ਹੈ। ਉੱਥੇ ਕਈ ਵਾਰੀ ਤੁਹਾਨੂੰ ਬੜਾ ਮੁਸ਼ਕਲ ਹੋ ਜਾਂਦਾ ਸੈਪਰੇਟ ਕਰਨਾ ਕਿ ਇਹ ਜੋ ਸ਼ਬਦ ਹੈ ਕਿਸੇ ਭਗਤ ਦਾ, ਇਹ ਐਕਚੁਅਲੀ ਕਿਸੇ ਆਈਡਲ ਦੀ ਪੂਜਾ ਹੈ ਜਾਂ ਅਕਾਲ ਪੁਰਖ ਦੀ ਪੂਜਾ ਹੈ। ਪਰ ਉਹ ਅਸੀਂ ਸਿਰਫ ਉਹਦਾ ਐਕਸਪਲੇਨੇਸ਼ਨ ਇਹ ਦਿੰਦੇ ਹਾਂ ਕਿ ਉਹ ਸਿੰਬਲ ਤੇ ਕੋਈ ਚਾਹੀਦਾ ਨਾ ਐਕਸਪਲੇਨ ਕਰਨ ਵਾਸਤੇ ਅਕਾਲ ਪੁਰਖ ਵਾਸਤੇ, ਪਰ ਉਹ ਪੂਜਦੇ ਨਹੀਂ ਸਨ ਕਿਸੇ ਵੀ ਪੱਥਰ ਨੂੰ। ਇੱਕ ਮਿੰਟ ਭਾਈ ਸਾਹਿਬ, ਜੇ ਅਸੀਂ ਵੀ ਜਾਈਦਾ ਮੰਦਰ ਜਾਂ ਚਰਚ, ਵੀ ਆਲਸੋ ਸੇ ਵਾਹਿਗੁਰੂ ਜਾ ਕੇ ਉੱਥੇ, ਡਸ ਇਟ ਮੈਟਰ? ਅਸੀਂ ਤਾਂ ਆਪਣੇ ਰੱਬ ਨੂੰ ਯਾਦ ਕਰੀਦਾ। ਜੋ ਮਰਜ਼ੀ ਕਹੋ, ਭਾਵੇਂ ਤੇ ਉੱਥੇ ਜਾ ਕੇ ਬਿਸਮਿਲ੍ਲਾ ਕਹੋ, ਉਸ ਕੀ ਫਰਕ ਪੈਣਾ। ਹੁਣ ਅਸੀਂ ਦੇਖੋ, ਅਸੀਂ ਜਦੋਂ ਕਹਿੰਦੇ ਆ ਕਿ ਉੱਥੇ ਮੰਦਰ ਦਾ ਦਿਉਰਾ ਫਿਰ ਗਿਆ, ਫਿਰ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਉਹ ਜਿਹੜੇ ਪੰਡਿਤ ਸੀਗੇ ਮੌਲਵੀ, ਉਹਨਾਂ ਦੇ ਮਾਈਂਡ ਚੇਂਜ ਹੋ ਗਏ ਤੇ ਉਹਨੂੰ ਫਿਰ ਮੰਨਣ ਲੱਗ ਪਿਆ। ਜਦੋਂ ਪਤਾ ਲੱਗ ਗਿਆ ਕਿ ਦਿਉਰਾ ਫਿਰ ਗਿਆ, ਜਦੋਂ ਮੰਦਰ ਫਿਰ ਗਿਆ, ਉਹਨਾਂ ਨੇ ਫਿਰ ਦੇਖਿਆ ਕਿ ਇਹ ਤਾਂ ਪਰਮਾਤਮਾ ਦਾ ਪੂਰਾ ਭਗਤ ਆ, ਤੇ ਉਹ ਫਿਰ ਉਹਨੂੰ ਮੰਨਣ ਲੱਗ ਪਏ। ਉਹਨਾਂ ਦੇ ਮਾਈਂਡ ਚੇਂਜ ਹੋ ਗਏ। ਪਰ ਮੈਨੂੰ ਇੱਕ ਦੱਸ ਦਵਿੰਦਰ, ਤੁਹਾਨੂੰ ਇਹ ਕਹਿਣ ਦੀ ਕਾਹਦੀ ਸ਼ਰਮ ਆਉਂਦੀ ਕਿ ਮੰਦਰ ਫਿਰ ਗਿਆ? ਕੋਈ ਤਾਕਤ ਨਹੀਂ ਹੋ ਗਈ ਨਾਮ ਦੇ ਵਿੱਚ ਮੰਦਰ ਫੇਰਦੇ ਹੋ? ਨਹੀਂ, ਮੰਦਰ ਫਿਰ ਗਿਆ। ਹਾਂਜੀ, ਮੰਦਰ ਫਿਰਿਆ। ਮੈਂ ਸਿਰਫ ਤੁਸੀਂ ਉਹਦੇ ਜਿਹਨੇ ਦੋ ਤੁਸੀਂ ਐਕਸਪਲੇਨੇਸ਼ਨ ਕੀਤਾ ਉਹੋ ਹੀ ਕਰਦੇ ਨਹੀਂ ਤਾਂ ਬਾਬਾ ਨਾਨਕ ਮੱਕੇ ਗਏ ਨੇ। ਹਾਂ, ਇਹਦੀ ਮੱਕਾ ਨਹੀਂ ਫਿਰਿਆ। ਇਹ ਉਹਨਾਂ ਨੇ ਉਹਨਾਂ ਬੰਦਿਆਂ ਦੇ ਅੰਦਰ ਇੱਕ ਗੱਲ ਕਹੀ ਹੈ, ਮੇਰੇ ਪੈਰ ਉਧਰ ਮੋੜਦੇ ਜਿੱਧਰ ਖੁਦਾ ਨਹੀਂ ਹੈ। ਪਰ ਗੁਰੂ ਨਾਨਕ ਦੀ ਕੋਈ ਤਾਕਤ ਨਹੀਂ ਸੀ ਕਿ ਮੰਦਰ ਮੱਕੇ ਨੂੰ ਫੇਰਦੇ। ਹਾਂਜੀ, ਜ਼ਰੂਰ ਸੀਗੀ, ਹੈਗੀ ਆ। ਫਿਰ ਜੋ ਅਗਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਆਇਆ ਕਿ ਦਿਉਰਾ ਫਿਰਿਆ, ਤੇ ਦਿਉਰਾ ਫਿਰਨ ਨੂੰ ਅਸੀਂ ਇਹ ਤੇ ਨਹੀਂ ਕਹਿ ਸਕਦੇ ਕਿ ਜਿਹੜੇ ਪੰਡਤ ਨੇ ਉਹਨਾਂ ਦਾ ਦਿਮਾਗ ਠੀਕ ਹੋ ਗਿਆ। ਹਾਂਜੀ, ਪਰ ਗੱਲ ਇਹ ਆ ਕਿ ਉਹ ਜਦੋਂ ਦਿਉਰਾ ਫਿਰ ਗਿਆ, ਉਹਨਾਂ ਨੂੰ ਪਤਾ ਲੱਗਾ ਕਿ ਇਹਦੇ ਵਿੱਚ ਪਰਮਾਤਮਾ ਦੀ ਸ਼ਕਤੀ ਇੰਨੀ ਹੈਗੀ ਆ, ਇਹ ਆ ਕਰ ਸਕਦਾ ਆ, ਦਿਉਰਾ ਫੇਰ ਸਕਦਾ ਆ। ਤੇ ਉਹਨਾਂ ਦੇ ਆਪਣੇ ਮਾਈਂਡ ਚੇਂਜ ਹੋ ਗਏ ਕਿ ਹਾਂ, ਇਹਨੂੰ ਫਿਰ ਇਹ ਪਰਮਾਤਮਾ ਦੇ ਨਾਲ ਜੁੜਿਆ ਆ, ਸਾਨੂੰ ਵੀ ਇਹਦੀ ਗੱਲ ਮੰਨਣੀ ਚਾਹੀਦੀ ਆ। ਲੇਕਿਨ ਭੈਣ ਜੀ ਜਿਹੜਾ ਮੰਦਰ ਫਿਰਿਆ ਉਹ ਨਾਮਦੇਵ ਨੇ ਨਹੀਂ ਫੇਰਿਆ। ਸਾਰਿਆਂ ਨੂੰ ਪਤਾ ਸੀ ਜਿਹਨੇ ਵੀ ਭਗਤ ਹੋਏ ਨੇ ਕਿ ਉਹਨਾਂ ਵਿੱਚ ਪਰਮਾਤਮਾ ਦੀ ਕਿਰਨ ਹੈ। ਹਾਂਜੀ, ਸਾਰਿਆਂ ਨੂੰ ਪਤਾ ਸੀ ਕਿ ਗੁਰੂ ਨਾਨਕ ਪਰਮਾਤਮਾ ਦੇ ਨਾਲ ਜੁੜੇ ਨੇ। ਠੀਕ ਆ। ਸਾਰਿਆਂ ਨੂੰ ਪਤਾ ਸੀ ਕਿ ਗੁਰੂ ਗੋਬਿੰਦ ਸਿੰਘ ਅਕਾਲ ਪੁਰਖ ਦੇ ਨੇੜੇ ਨੇ। ਸਾਰਿਆਂ ਨੂੰ ਪਤਾ ਸੀ ਕਿ ਗੁਰੂ ਤੇਗ ਬਹਾਦਰ ਅਕਾਲ ਪੁਰਖ ਦੇ ਹੀ ਇੱਥੇ ਪ੍ਰਤੀਕ ਨੇ। ਫਿਰ ਵੀ ਉਹਨਾਂ ਨੇ ਉਹਨਾਂ ਦੀ ਸ਼ਹੀਦੀ ਕੀਤੀ। ਇਹ ਬੰਦੇ ਠੀਕ ਨਹੀਂ ਹੋਣ ਵਾਲੇ ਕੋਈ ਵੀ। ਜੇ ਤੁਸੀਂ ਕਹਿੰਦੇ ਹੋ ਕਿ ਮੰਦਰ ਫਿਰ ਗਿਆ ਤੇ ਉਹ ਪੰਡਤ ਠੀਕ ਹੋਏ ਹੋਣਗੇ, ਕੋਈ ਠੀਕ ਨਹੀਂ ਹੁੰਦਾ। ਜਿਹੜੇ ਜਿੱਥੇ ਰਹਿ ਗਏ ਉੱਥੇ ਰਹਿ ਗਏ। ਇਹ ਸਾਰਿਆਂ ਨੂੰ ਪਤਾ ਸੀ ਕਿ ਗੁਰੂਆਂ ਵਿੱਚ ਕਿੰਨੀ ਤਾਕਤ ਹੈ, ਇਹ ਸਾਰਿਆਂ ਨੂੰ ਪਤਾ ਸੀ ਕਿ ਰਾਮ ਵਿੱਚ ਕਿੰਨੀ ਸ਼ਾਕਤ ਹੈ, ਤੇ ਉਹ ਸੀਤਾ ਨੂੰ ਕਿਉਂ ਚੁੱਕ ਕੇ ਲੈ ਗਏ ਸੀ ਰਾਵਣ? ਕ੍ਰਿਸ਼ਨ ਨੂੰ ਇੰਨੀ ਦੇਰ ਜਰਾਸੰਧ ਨਾਲ ਲੜਾਈ ਕਿਉਂ ਕਰਨੀ ਪਈ ਸੀ ਮਥੁਰਾ ਵਾਸਤੇ? ਉਹ ਵੀ ਸਾਰੀ ਜ਼ਿੰਦਗੀ ਲੜਦੇ ਰਹੇ ਨੇ। ਮੁਹੰਮਦ ਸਾਹਿਬ ਸਾਰੀ ਜ਼ਿੰਦਗੀ ਲੜਦੇ ਰਹੇ ਨੇ, ਹੁਣ ਉਹਨਾਂ ਨੂੰ ਪੁੱਛਦੇ ਨੇ। ਸੋ ਜਿਹੜਾ ਇਨਸਾਨ ਹੈ ਉਹ ਬੇਸਿਕਲੀ ਜਿਹੜਾ ਹੈ ਉਹ ਰੱਬ ਨੂੰ ਮੰਨਦਾ ਹੀ ਨਹੀਂ। ਔਰ ਇਹ ਜਿਹੜੇ ਪ੍ਰੋਫਿਟ ਆਉਂਦੇ ਨੇ, ਇਹਨਾਂ ਨੇ ਉਹਨਾਂ ਦੇ ਨਾਲ ਜੋੜਨਾ। ਤੁਸੀਂ ਇਹ ਦੇਖੋ
ਤੁਹਾਡੇ ਕਿੰਨੇ ਰਿਸ਼ਤੇਦਾਰ ਹੋ? ਇੱਥੇ ਤੁਸੀਂ 1 2 3 4 5 6 7 ਬੰਦੇ ਬੈਠੇ ਹੋ। ਹਾਂਜੀ ਤੁਹਾਡੇ ਅਗਰ ਤੁਸੀਂ ਆਪਣੇ ਰਿਸ਼ਤੇਦਾਰ ਕਾਊਂਟ ਕਰੋਗੇ ਤੁਸੀਂ ਕਹੋਗੇ 70 80 ਬਣ ਜਾਣਗੇ। ਉਹਨਾਂ ਵਿੱਚ ਕਿੰਨੇ ਨੇ ਜਿਹੜੇ ਐਕਚੁਅਲੀ ਅਕਾਲ ਪੁਰਖ ਨੂੰ ਛੁੜੇ ਨੇ, ਤੁਹਾਨੂੰ ਮੰਨਦੇ ਨੇ? ਵੈਰੀ ਫਿਊ। ਲੋਕਾਂ ਕੋਲ ਟਾਈਮ ਹੀ ਨਹੀਂ ਰੱਬ ਨੂੰ ਮੰਨਣ ਦਾ। ਸੋ ਲੇਕਿਨ ਫਿਰ ਵੀ ਗੁਰੂ ਨਾਨਕ ਨੇ ਕਿਹਾ ਇਹ ਇੰਝ ਹੀ ਹੋਣਾ ਹੈ, ਪਰ ਤੁਹਾਨੂੰ ਮਾਯੂਸ ਹੋਣ ਦੀ ਲੋੜ ਨਹੀਂ। ਇੱਕ ਬੰਦੇ ਨੂੰ ਵੀ ਤੁਸੀਂ ਜ਼ਿੰਦਗੀ ਵਿੱਚ ਆਪਣੇ ਨਾਮ ਆਪਣੇ ਲਾ ਲਿਆ, ਇੱਕ ਬੰਦੇ ਨੂੰ ਵੀ ਤੁਸੀਂ ਤਰ ਗਏ, ਬਸ। ਇਹ ਹੈ ਗੁਰੂ ਨਾਨਕ ਦਾ ਸੰਦੇਸ਼। ਤੇ ਮੈਂ ਜਦੋਂ ਵੀ ਕੋਈ ਕਹਿੰਦਾ ਜੀ ਗੁਰੂ ਨਾਨਕ ਮੱਕੇ ਗਏ, ਤਾਂ ਕਪੂਰ ਸਾਹਿਬ ਕੀ ਕਹੀ ਜਾਂਦੇ ਹੋ ਸਾਰਿਆਂ ਸਾਹਮਣੇ, ਮੱਕਾ ਫਿਰ ਗਏ, ਇੰਝ ਕਦੀ ਹੋ ਸਕਦਾ? ਤੁਸੀਂ ਕਹੋ ਕਿ ਗੁਰੂ ਨਾਨਕ ਨੇ ਕਿਹਾ ਮੇਰੇ ਪੈਰ ਉੱਧਰ ਫਿਰਦੇ ਜਿੱਧਰ ਮੱਕਾ ਨਹੀਂ ਹੈ। ਮੈਂ ਕਿਹਾ ਠੀਕ ਹੈ, ਤੂੰ ਉਹ ਕਹਿ ਲਾ, ਮੈਂ ਤੇ ਕਹਾਂਗਾ ਮੱਕਾ ਫਿਰ ਗਿਆ। ਫਿਰ ਗਿਆ। ਮੈਂ ਤੇ ਇਹ ਵਿਸ਼ਵਾਸ ਕਰਦਾ ਕਿ ਗੁਰੂ ਨਾਨਕ ਵਿੱਚ ਤਾਕਤ ਹੈ ਸੀ। ਫਿਰ ਮੈਂ ਐਗਜ਼ਾਮਪਲ ਦੇਣਾ ਨਾ ਹੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ਬਦ ਹੈ ਦਿਓਰਾ ਫਿਰਿਆ, ਦਿਓਰਾ ਫਿਰੇ ਦਾ ਮਤਲਬ ਇਹ ਨਹੀਂ ਕਿ ਪੰਡਰਾਂ ਦੇ ਦਿਮਾਗ ਫਿਰ ਗਏ। ਦਿਓਰਾ ਮੀਨਸ ਮੰਦਰ। ਮੰਦਰ। ਔਰ ਸਾਖੀ ਵੀ ਇਹੀ ਹੈ। ਪਰ ਤੁਸੀਂ ਅਸੀਂ ਸਾਖੀ ਮੰਨਦੇ ਕਿਉਂ ਨਹੀਂ? ਵਾਈ ਕਾਂਟ ਵੀ ਐਕਸੈਪਟ ਇਟ ਇਫ ਵੀ ਕਾਂਟ ਡਿਸਅਪਰੂਵ ਇਟ? ਮੰਨ ਲਓ ਜਿਹੜੀਆਂ ਰਿੱਧੀਆਂ ਸਿੱਧੀਆਂ ਪਾਵਰਸ ਨੇ ਇੰਡੀਆਂ, ਇਹ ਪਾਵਰ ਤੇ ਹੈ ਨਾ ਸਾਡੇ ਚੋਂ, ਕਿ ਪਾਵਰ ਕੱਖ ਨਹੀਂ, ਇਸ ਕਰਕੇ ਅਸੀਂ ਇਹ ਮੰਨਣ ਨੂੰ ਤਿਆਰ ਹੀ ਨਹੀਂ ਆ। ਅਸੀਂ ਤੇ ਮੇਰੇ ਖਿਆਲ ਇੱਕ ਤੀਲਾ ਨਹੀਂ ਮੋੜ ਸਕਦੇ ਤੇ ਮੰਦਰ ਕਿੱਥੋਂ ਮੋੜਾਂਗੇ? ਬਟ ਐਨੀਵੇ, ਤੁਹਾਡੇ ਤੁਸੀਂ ਜੋ ਕਿਹਾ ਤੁਹਾਡਾ ਵਿਸ਼ਵਾਸ ਹੈ ਐਂਡ ਆਈ ਰਿਸਪੈਕਟ ਦੈਟ ਵਿਸ਼ਵਾਸ ਕਿ ਤੁਸੀਂ ਉਸ ਤਰ੍ਹਾਂ ਸੋਚਦੇ ਹੋ। ਉਹ ਤੁਸੀਂ ਵੀ ਠੀਕ ਹੋ ਸਕਦੇ ਹੋ। ਇਹ ਨਹੀਂ ਕਿ ਮੈਂ ਕਹਾਂਗਾ ਕਿ ਮੈਂ ਥੋੜਾ ਜਿਹਾ ਉੱਚੀ ਬੋਲਦਾ ਤੇ ਮੈਂ ਹੀ ਠੀਕ ਹਾਂ। ਤੇ ਹਰ ਬੰਦਾ ਆਪਣੀ ਉਹਦੀ ਇੰਟਰਪ੍ਰੀਟੇਸ਼ਨ ਜਿਸ ਨਾਲ ਉਹਨੂੰ ਸੈਟਿਸਫੈਕਸ਼ਨ ਮਿਲਦੀ ਹੈ ਉਹ ਠੀਕ ਹੈ। ਗੁਰਦੀਪ ਕੁਝ ਕਹਿਣਾ ਚਾਹੁੰਦੇ ਨੇ? ਲਾਸਟ ਕੁਐਸਚਨ। ਹਾਂਜੀ, ਪੰਜ ਨੂੰ ਕਿਹਾ ਸੀ ਵੀ ਨਾਮਦੇਵ ਜੀ ਮੰਦਰ ਦਿਓਰਾ ਫੇਰਿਆ। ਇਹ ਦਿਓਰਾ ਫਿਰ ਸੀ ਮਹਾਰਾਜ ਦੀ ਕਿਰਪਾ ਦੇ ਨਾਲ। ਨਾਮਦੇਵ ਨੂੰ ਦੀ ਲਾਜ ਰੱਖਣ ਵਾਸਤੇ ਅਕਾਲ ਪੁਰਖ ਨੇ ਜਦੋਂ ਮੰਦਰ ਫੇਰਿਆ ਸੀਗਾ, ਉਹਨਾਂ ਨੂੰ ਦਿਖਾਉਣ ਵਾਸਤੇ ਪੰਡਰਾਂ ਨੂੰ ਵੀ ਇਹ ਬੰਦਾ ਉੱਚਾ ਹੈ, ਤੁਸੀਂ ਨੀਵੀਂ ਕਹਿਣਾ ਆ, ਇਹ ਬੰਦਾ ਬਹੁਤ ਉੱਚਾ ਆ। ਚਲੋ ਦੇਖੋ, ਇਹਨਾਂ ਨੇ ਉਹਨੂੰ ਹੋਰ ਵੀ ਜ਼ਿਆਦਾ ਪਰਮਾਤਮਾ ਦੀ ਤਾਕਤ ਬਣਾ ਦਿੱਤਾ ਕਿ ਨਾਮਦੇਵ ਦੇ ਵਿੱਚ ਇੰਨੀ ਤਾਕਤ ਸੀ ਕਿ ਪਰਮਾਤਮਾ ਨੂੰ ਇੰਟਰਫੇਅਰ ਕਰਨਾ ਪਿਆ। ਦਿਓਰਾ ਮੋੜਨ ਨੂੰ ਚੱਕਰ ਦੇਣ ਵਾਲਾ ਵਾਹਿਗੁਰੂ ਹੀ ਸੀ, ਪਰ ਉਹਨੂੰ ਲਾਜ ਰੱਖਣ ਵਾਲਾ, ਉਹਨੂੰ ਬੁਲਾਉਣ ਵਾਲਾ, ਆਪਣੀ ਲਾਜ ਰਖਵਾਉਣ ਵਾਲਾ ਉਹ ਨਾਮਦੇਵ ਸੀ। ਸਾਡੇ ਕਹਿੰਦੇ ਤਾਂ ਨਹੀਂ ਪਰਮਾਤਮਾ ਨੇ ਆ ਕੇ ਮੰਦਰ ਫੇਰ ਦੇਣਾ। ਨਾਮਦੇਵ ਵਿੱਚ ਇੰਨੀ ਸ਼ਕਤੀ ਸੀ ਕਿ ਵਾਹਿਗੁਰੂ ਆਇਆ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਹਿੰਦੁਸਤਾਨ 'ਚ ਕੀ ਹੋ ਰਿਹਾ। ਹਾਂਜੀ ਕੈਲਾਸ਼। ਹਾਂਜੀ, ਨਹੀਂ ਤੁਸੀਂ ਕਿਹਾ ਕਿ ਜਿਹੜੇ ਅੱਜ ਸਾਡੇ 2 ਘੰਟੇ ਆ ਸਾਡੀ ਸਪਿਰਿਚੁਅਲ gain for our body, but it is all thanks to you and we are very thankful to you for devoting this time for all of us. Really appreciate it. You are most welcome. मैं तो खुद कहना कि परमात्मा की बख्शिश है कि परमात्मा ने मेरी ड्यूटी लगाई है और तुसी सारे इकट्ठे होंदे हो, टाइम सिर आंदे हो, ਅਸੀਂ ਸਾਰੇ ਮਿਲ ਕੇ ਪਰਮਾਤਮਾ ਦਾ ਨਾਮ ਲੈਂਦੇ ਹਾਂ। ਤੇ ਮੇਰੀ ਇੱਕੋ ਹੁੰਦੀ ਮੈਂ ਜਾ ਕੇ ਦੇਖਾਂ ਵੀ ਹੋਰ ਕਿੰਨੇ ਲੋਕਾਂ ਨੇ ਵਿਊ ਕੀਤਾ। ਜਿਹੜੀ ਅੱਜ ਤੋਂ ਅਸੀਂ 1.5 ਜਾਂ 2 ਮਹੀਨੇ ਪਹਿਲਾਂ ਗੁਰਮਤ ਕਲਾਸ ਕੀਤੀ ਸੀ, ਉਹ ਤਕਰੀਬਨ 70-80 ਲੋਕਾਂ ਨੇ ਉਹਦੇ ਵਿੱਚੋਂ ਕੋਈ ਗਿਆਨ ਲਿਆ। ਔਰ ਦੈਟ ਇਜ਼ ਉਹ ਕਲਾਸ ਸਾਡੀ ਬਹੁਤ ਵੱਡੀ ਜਿੱਤ ਹੈ। ਹਾਂਜੀ, ਥੈਂਕ ਯੂ ਸੋ ਮਚ, ਵੀ ਆਰ ਇੰਡੈਪਟਡ ਟੂ ਯੂ। ਥੈਂਕ ਯੂ। Achieved something, yeah. Yes, and we look forward every Saturday to come and join you, and thank you for being there for us. Thank you. 100% ਪੰਜੀ। ਇੱਕ ਵਾਰੀ ਜਕਾਰਾ ਬੰਦ ਕਰ ਦਿਓ, ਜਕਾਰਾ ਲਾਓ ਤੇ ਮੈਂ ਇਹਨੂੰ ਬੰਦ ਕਰਾਂ। ਡਾਕਟਰ ਤੁਸੀਂ ਇੰਡੀਆ ਦੀ ਗੱਲ ਕਰਨ ਲੱਗੇ ਸੀ? ਹਾਂਜੀ, ਇੰਡੀਆ ਦੀ ਗੱਲ ਕਰਨ ਲੱਗੇ ਸੀ। ਪਹਿਲਾਂ ਰਿਕਾਰਡਿੰਗ ਬੰਦ ਕਰ ਲਓ। ਉਹ ਮੈਂ ਰਿਕਾਰਡਿੰਗ ਬੰਦ ਕਰਕੇ ਕਰਦਾ।